ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਆਓ ਆਪਾਂ ਅੱਜ ਵਕਤ ਪਰ ਫਿਰ ਪਰਮੇਸ਼ਰ ਦੇ ਵਚਨ ਵਿੱਚ ਚੱਲਾਂਗੇ। ਆਪਾਂ ਦੇਖਾਂਗੇ ਉਤਪਤ ਪੁਰਾਣੇ ਨਿਯਮ ਦੇ ਵਿੱਚ ਉਹਦਾ 3 ਅਧਿਆਇ, ਉਤਪਤ ਉਹਦਾ 3 ਅਧਿਆਇ ਆਪਾਂ ਪੜਾਂਗੇ ਉਹਦੇ 9 ਤੋਂ ਲੈ ਕੇ ਉਹਦੇ 21 ਤੱਕ। ਤਦ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ? ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ, ਕਿਉਂ ਜੋ ਮੈਂ ਨੰਗਾ ਹਾਂ, ਸੋ ਮੈਂ ਆਪਣੇ ਆਪ ਨੂੰ ਲੁਕਾਇਆ। ਤਾਂ ਉਸਨੇ ਆਖਿਆ, ਕਿਹਨੇ ਤੈਨੂੰ ਦੱਸਿਆ ਭਾਈ ਤੂੰ ਨੰਗਾ ਹੈ? ਜਿਸ ਬ੍ਰਿਕਸ਼ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈ, ਕੀ ਤੂੰ ਉਸ ਤੋਂ ਖਾਧਾ? ਫਿਰ ਆਦਮੀ ਨੇ ਆਖਿਆ ਕਿ ਜਿਸ ਤੀਵੀ ਨੂੰ ਤੂੰ ਮੈਨੂੰ ਦਿੱਤਾ ਸੀ, ਉਸ ਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ। ਤਦ ਯਹੋਵਾ ਪਰਮੇਸ਼ਵਰ ਨੇ ਤੀਵੀ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਵੀ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਤੂੰ ਆਪਣੇ ਢਿੱਡ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। 21 ਤੱਕ। ਉਸਨੇ ਤੀਵੀ ਨੂੰ ਆਖਿਆ ਕਿ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ, ਪੀੜ ਨਾਲ ਤੂੰ ਬੱਚੇ ਨੂੰ ਜਣੇਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ, ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ, ਭਾਈ ਉਸ ਤੋਂ ਨਾ ਖਾਈ, ਸੋ ਜ਼ਮੀਨ ਤੇਰੇ ਕਾਰਨ ਸ਼ਰਾਪਤ ਹੋਈ। ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ। ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪਹਿਲੀ ਦਾ ਸਾਲ ਪੱਤ ਖਾਵੇਂਗਾ। ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ, ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਮੁੜ ਜਾਵੇਂਗਾ। ਆਦਮੀ ਨੇ ਆਖਿਆ ਤੀਵੀਂ ਦਾ ਨਾਂ ਹਵਾ। ਸਹੀ ਤਰ੍ਹਾਂ ਪੜ। ਆਦਮੀ ਨੇ ਆਖਿਆ ਤੀਵੀਂ ਚਲੋ ਆਪਣੇ ਆਪ ਨੂੰ। ਆਦਮੀ ਨੇ ਆਪਣੀ ਤੀਵੀਂ ਦਾ ਨਾਮ ਹਵਾ ਰੱਖਿਆ, ਇਸ ਲਈ ਕਿ ਉਹ ਸਾਰੇ ਜਿਉਂਦਿਆਂ ਦੀ ਮਾਤਾ ਹੈ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਉਹਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾ ਕੇ ਉਹਨਾਂ ਨੂੰ ਪਵਾਏ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਇਹ ਪਰਮੇਸ਼ਵਰ ਦਾ ਵਚਨ ਹੈ ਔਰ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੇ ਆਤਮਾ ਦੁਆਰਾ ਲਿਖਾਇਆ ਗਿਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਆਕਾਸ਼ ਧਰਤੀ ਟਲ ਜਾਏਗਾ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ। ਸੋ ਪਰਮੇਸ਼ਵਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾ, ਕਿਉਂਕਿ ਅੱਜ ਸਾਡੇ ਪਰਮੇਸ਼ਵਰ ਸਾਡੇ ਨਾਲ ਆਪਣੇ ਵਚਨ ਦੇ ਦੁਆਰਾ ਕੁਝ ਗੱਲਬਾਤ ਕਰਨ ਜਾ ਰਹੇ ਨੇ। ਔਰ ਪਰਮੇਸ਼ਵਰ ਦੀ ਆਵਾਜ਼ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਪਰਮੇਸ਼ਵਰ ਸਾਡੇ ਲਈ ਜੋ ਵਚਨ ਲੈ ਕੇ ਆਏ ਨੇ, ਉਹ ਵਚਨ ਸਾਡੇ ਲਈ ਕੀ ਹੈ? ਉਹ ਆਸ਼ੀਸ਼ਿਤ ਹੈ। ਔਰ ਵਚਨ ਕੀ ਹੈ? ਉਹ ਸਾਨੂੰ ਆਜ਼ਾਦ ਕਰਦਾ ਗਾ। ਔਰ ਸੱਚਮੁੱਚ ਪਰਮੇਸ਼ਵਰ ਦਾ ਵਚਨ ਕੀ ਹੈ? ਉਹ ਸਾਡੇ ਜੀਵਨ ਵਿੱਚ ਸ਼ਾਂਤੀ ਲੈ ਕੇ ਆਉਂਦਾ ਗਾ, ਸਾਡੇ ਜੀਵਨ ਦੇ ਵਿੱਚ ਉਹ ਛੁਟਕਾਰਾ ਲੈ ਕੇ ਆਉਂਦਾ ਗਾ, ਔਰ ਸਾਡੇ ਜੀਵਨ ਦੇ ਵਿੱਚ ਉਹ ਚੰਗਾਈ ਲੈ ਕੇ ਆਉਂਦਾ ਗਾ। ਇਸ ਲਈ ਪਰਮੇਸ਼ਵਰ ਦੇ ਵਚਨ ਦੇ ਉੱਪਰ ਆਪਣਾ ਧਿਆਨ ਬਣਾ ਕੇ ਰੱਖਿਓ, ਕਿਉਂਕਿ ਅੱਜ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਹੀ ਆਪਣੇ ਆਪ ਨੂੰ ਸਾਡੇ ਉੱਪਰ ਪ੍ਰਗਟ ਕਰਨ ਜਾ ਰਹੇ ਨੇ। ਕਿਉਂਕਿ ਅਗਰ ਆਪਾਂ ਗੱਲ ਕਰੀਏ ਇਸ ਸੰਸਾਰ ਦੇ ਵਿੱਚ, ਇਸ ਧਰਤੀ ਦੇ ਉੱਪਰ ਇਨਸਾਨ ਦਾ ਜੋ ਜੀਵਨ ਹੈ, 70 ਸਾਲ ਦਾ, 80 ਸਾਲ ਦਾ ਜੀਵਨ, ਜਾਂ 100 ਸਾਲ ਦਾ ਜੀਵਨ, ਜਾਂ 120 ਸਾਲ ਦਾ ਜੀਵਨ, ਮਤਲਬ ਇਸ ਧਰਤੀ ਉੱਪਰ ਇਨਸਾਨ ਦਾ ਚਾਹੇ ਜਿੰਨਾ ਵੀ ਜੀਵਨ ਹੈ, ਉਹ ਅੱਜ ਨਹੀਂ ਤਾਂ ਕੱਲ ਨੂੰ, ਨਹੀਂ ਤਾਂ ਇੱਕ ਨਾ ਇੱਕ ਦਿਨ ਉਹ ਜੀਵਨ ਖਤਮ ਹੋਣ ਵਾਲਾ ਹੀ ਹੈ। ਲੇਕਿਨ ਇਸ ਧਰਤੀ ਉੱਪਰ ਜੀਵਨ ਜੀਣ ਦੇ ਲਈ ਇਨਸਾਨ ਨੂੰ 3 ਚੀਜ਼ਾਂ ਦੀ ਬਹੁਤ ਜ਼ਰੂਰਤ ਹੈ। ਇਸ ਧਰਤੀ ਉੱਪਰ ਇਨਸਾਨ ਨੂੰ 3 ਚੀਜ਼ਾਂ ਦੀ ਜ਼ਰੂਰਤ ਬਹੁਤ ਹੈ ਕਿ ਇਨਸਾਨ ਉਹ ਜੀਵਨ ਜੀ ਸਕੇ। ਕੋਈ ਦੱਸ ਸਕਦਾ ਗਾ? ਰੋਟੀ ਕੱਪੜਾ ਮਕਾਨ। ਹਾਂ, ਰੋਟੀ, ਕੱਪੜਾ ਤੇ ਮਕਾਨ। ਇਹ ਇਨਸਾਨ ਦੇ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। ਮਤਲਬ ਜਿਸ ਇਨਸਾਨ ਦੇ ਕੋਲ ਇਹ 3 ਚੀਜ਼ਾਂ ਨੇ, ਰੋਟੀ, ਕੱਪੜਾ ਤੇ ਮਕਾਨ, ਉਸ ਦਾ ਜੀਵਨ ਕੀ ਹੈ? ਉਹ ਆਪਣੇ ਜੀਵਨ ਵਿੱਚ ਖੁਸ਼ਹਾਲ ਹੈ। ਅੱਜ ਦੇਖੋ ਜਿੰਨਾ ਕੁਝ ਵੀ ਹੈ ਇਨਸਾਨ, ਉਹ ਕਾਹਦੇ ਲਈ ਕਰ ਰਿਹਾ ਗਾ? ਉਹ ਬਸ ਇਹਦੇ ਲਈ ਕਰ ਰਿਹਾ ਗਾ, ਮੈਂ ਚੰਗਾ ਖਾ ਸਕਾਂ, ਚੰਗਾ ਪਹਿਨ ਸਕਾਂ ਤੇ ਚੰਗੀ ਜਗ੍ਹਾ ਰਹਿ ਸਕਾਂ। ਇਸ ਤੋਂ ਇਲਾਵਾ ਇਨਸਾਨ ਦੇ ਕੋਲ ਕੋਈ ਵੀ ਐਸੀ ਗੱਲ ਨਹੀਂ
ਇਸ ਤੋਂ ਇਲਾਵਾ ਇਨਸਾਨ ਦੇ ਕੋਲ ਕੋਈ ਵੀ ਮਤਲਬ ਹੋਰ ਚੀਜ਼ ਦੀ ਮੰਗ ਕਰਦਾ ਹੀ ਨਹੀਂ, ਲੇਕਿਨ ਉਹ ਕੀ ਚਾਹੁੰਦਾ ਵੀ ਮੈਂ ਬਸ ਖਾ ਸਕਾਂ, ਮੈਂ ਪਹਿਨ ਸਕਾਂ ਤੇ ਮੈਂ ਰਹਿ ਸਕਾਂ। ਮਤਲਬ ਕਿ ਇਨਸਾਨ ਨੂੰ ਜੀਵਨ ਜੀਣ ਦੇ ਲਈ 3 ਚੀਜ਼ਾਂ ਦੀ ਬਹੁਤ ਹੀ ਜ਼ਰੂਰਤ ਹੈ ਇਸ ਧਰਤੀ ਦੇ ਉੱਪਰ। ਹਾਂ, ਉਸ ਤੋਂ ਬਾਅਦ ਇਨਸਾਨ ਦਾ ਜੋ ਜੀਵਨ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਇਨਸਾਨ ਦਾ ਜੀਵਨ ਹੈ ਜੋ ਉਹ ਖਤਮ ਹੋ ਜਾਂਦਾ ਗਾ। ਇਹਨਾਂ ਨੂੰ ਇਕੱਠਾ ਕਰਦੇ ਕਰਦੇ ਹੀ ਕਈ ਲੋਕ ਰੁਪਇਆ ਪੈਸਾ ਇਕੱਠਾ ਕਰਦੇ ਨੇ, ਕਈ ਲੋਕ ਆਪਣੇ ਕੱਪੜਿਆਂ ਲਈ ਮਤਲਬ ਜੋ ਵੀ ਹੈ, ਮਤਲਬ ਜਿੰਨਾ ਕੁਛ ਵੀ ਕਰਦਾ ਇਨਸਾਨ ਉਹ ਇਹਨਾਂ 3 ਚੀਜ਼ਾਂ ਲਈ ਕਰ ਰਿਹਾ ਗਾ, ਘਰ ਦੇ ਲਈ, ਆਪਣੇ ਖਾਣ ਦੇ ਲਈ, ਆਪਣੇ ਪਹਿਨਣ ਦੇ ਲਈ। ਔਰ ਇਨਸਾਨ ਨੂੰ ਇਹ ਵੀ ਪਤਾ ਗਾ ਕਿ ਮੈਂ ਜਿੰਨੀ ਮਰਜ਼ੀ ਕਮਾਈ ਕਰਾਂ, ਜਿੰਨਾ ਮਰਜ਼ੀ ਰੁਪਇਆ ਪੈਸਾ ਇਕੱਠਾ ਕਰਾਂ, ਲੇਕਿਨ ਮੈਂ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਆਪਣੇ ਨਾਲ ਲੈ ਕੇ ਜਾਣ ਵਾਲਾ ਨਹੀਂ, ਇੱਕ ਚੀਜ਼ ਵੀ ਆਪਣੇ ਨਾਲ ਲੈ ਕੇ ਜਾਣ ਵਾਲਾ ਨਹੀਂ ਇਸ ਧਰਤੀ ਦੇ ਉੱਪਰੋਂ। ਅੱਜ ਜਿੱਥੇ ਮੈਂ ਮਤਲਬ ਜਾਣਾਂਗਾ, ਜਿੱਥੇ ਉਹਦੀ ਆਤਮਾ ਨੂੰ ਜਾਣਾਂਗਾ, ਉੱਥੇ ਇਨਸਾਨ ਇਸ ਧਰਤੀ ਦੀ ਇੱਕ ਵੀ ਚੀਜ਼ ਲੈ ਕੇ ਜਾਣ ਵਾਲਾ ਨਹੀਂ ਹੈ। ਲੇਕਿਨ ਫਿਰ ਉਹ ਦੇਖੋ ਇਨਸਾਨ ਕਿੰਨੀ ਮਿਹਨਤ ਕਰ ਰਿਹਾ ਗਾ, ਕਿੰਨੀ ਦੌੜ ਭੱਜ ਕਰ ਰਿਹਾ ਗਾ, ਮਤਲਬ ਇਸ ਧਰਤੀ ਉੱਪਰ ਉਹ 70-80 ਸਾਲ ਦਾ ਜੀਵਨ ਜੀਣ ਦੇ ਲਈ। ਹੁਣ ਦੇਖੋ ਇਨਸਾਨ ਹੈ ਜੋ ਅਗਰ ਉਹ ਕੱਪੜੇ ਲਈ ਮਿਹਨਤ ਕਰਦਾ ਗਾ ਤਾਂ ਉਹ ਸਿਰਫ ਇੱਕ ਮਿਹਨਤ ਕਰਦਾ ਗਾ ਵੀ ਮੈਂ ਚੰਗਾ ਪਹਿਨ ਸਕਾਂ, ਘਰ ਦੇ ਲਈ ਮਿਹਨਤ ਕਰਦਾ ਗਾ ਕਿ ਮੇਰਾ ਘਰ ਚੰਗਾ ਬਣ ਜਾਏ, ਖਾਣ ਪੀਣ ਦੇ ਲਈ ਮਿਹਨਤ ਕਰਦਾ ਗਾ ਕਿ ਮੈਂ ਚੰਗਾ ਖਾ ਸਕਾਂ। ਹੁਣ ਦੇਖੋ ਉਹਦਾ ਜੋ ਕੰਮਕਾਰ ਹੈ ਉਹਦੇ ਵਿੱਚ ਕਈ ਲੋਕ ਝੂਠ ਬੋਲਦੇ ਨੇ, ਕਈ ਲੋਕ ਠੱਗੀ ਚੋਰੀ ਕਰਦੇ ਨੇ, ਕਈ ਲੋਕ ਮਤਲਬ ਲੁੱਟਮਾਰ ਵੀ ਕਰਦੇ ਨੇ। ਮਤਲਬ ਕਾਹਦੇ ਲਈ ਕਿ ਇਹ 3 ਚੀਜ਼ਾਂ ਦੇ ਲਈ ਇਨਸਾਨ ਦਾ ਜੋ ਜੀਵਨ ਹੈ ਉਹ ਜੀਵਨ ਦੇ ਵਿੱਚ ਕੀ ਹੋਵੇ, ਖੁਸ਼ੀ ਹੋਵੇ, ਜੀਵਨ ਦੇ ਵਿੱਚ ਕੀ ਹੋਵੇ, ਛੁਟਕਾਰਾ ਹੋਵੇ, ਉਹਦੇ ਜੀਵਨ ਦੇ ਵਿੱਚ ਕੀ ਹੋਵੇ, ਸ਼ਾਂਤੀ ਹੋਵੇ। ਲੇਕਿਨ ਦੇਖੋ ਇਸ ਇਨਸਾਨ ਦੇ ਜੀਵਨ ਦੇ ਵਿੱਚ ਚਾਹੇ ਘਰ ਹੈ, ਚਾਹੇ ਰੁਪਇਆ ਪੈਸਾ ਗਾ, ਚਾਹੇ ਉਹਦੇ ਲਵੇ ਚੰਗੇ ਕੱਪੜੇ ਨੇ, ਲੇਕਿਨ ਫਿਰ ਵੀ ਇਨਸਾਨ ਉਹ ਖੁਸ਼ ਨਹੀਂ, ਉਹ ਇਨਸਾਨ ਖੁਸ਼ ਨਹੀਂ ਹੈ। ਲੇਕਿਨ ਗੱਲ ਕਰੀਏ ਆਪਾਂ ਪਰਮੇਸ਼ਵਰ ਦੀ ਕਿ ਜਦ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਸੀਗਾ, ਆਦਮ ਤੇ ਹਵਾ ਨੂੰ ਜਦ ਪਰਮੇਸ਼ਵਰ ਨੇ ਬਣਾਇਆ, ਔਰ ਆਪਾਂ ਨੂੰ ਪਤਾ ਗਾ ਕਿ ਆਦਮ ਤੇ ਹਵਾ ਨੂੰ ਪਰਮੇਸ਼ਵਰ ਨੇ ਕਿੱਥੇ ਰੱਖਿਆ ਸੀਗਾ, ਅਦਨ ਬਾਗ ਦੇ ਵਿੱਚ। ਅਦਨ ਬਾਗ ਦੇ ਵਿੱਚ ਰੱਖਿਆ, ਲੇਕਿਨ ਪਰਮੇਸ਼ਵਰ ਨੇ ਕੋਈ ਵੀ ਉਹਨਾਂ ਨੂੰ ਘਰ ਨਹੀਂ ਦਿੱਤਾ, ਔਰ ਕੋਈ ਵੀ ਉਹਨਾਂ ਦੇ ਲਵੇ ਐਸਾ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਮਤਲਬ ਤੁਸੀਂ ਕੀ ਕਰਨਾ ਗਾ, ਰੋਟੀ ਬਣਾਉਣੀ ਹੈ, ਰੋਟੀ ਖਾਣੀ ਹੈ। ਲੇਕਿਨ ਸੱਚਮੁੱਚ ਉਹਨਾਂ ਦੇ ਜੀਵਨ ਦੇ ਵਿੱਚ ਕੁਝ ਵੀ ਨਹੀਂ ਸੀਗਾ, ਇੱਥੋਂ ਤੱਕ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਕੱਪੜੇ ਵੀ ਨਹੀਂ ਦਿੱਤੇ ਸੀਗੇ। ਹੁਣ ਦੇਖੋ ਪਰਮੇਸ਼ਵਰ ਨੇ ਉਹਨਾਂ ਨੂੰ ਕੱਪੜੇ ਨਹੀਂ ਦਿੱਤੇ, ਪਰਮੇਸ਼ਵਰ ਨੇ ਉਹਨਾਂ ਨੂੰ ਰੋਟੀ ਵਾਸਤੇ ਕੁਝ ਨਹੀਂ ਕਿਹਾ, ਪਰਮੇਸ਼ਵਰ ਨੇ ਉਹਨਾਂ ਨੂੰ ਘਰ ਨਹੀਂ ਦਿੱਤਾ, ਲੇਕਿਨ ਫਿਰ ਦੇਖੋ ਆਦਮ ਦੇ ਜੀਵਨ ਦੇ ਵਿੱਚ ਕਿੰਨੀ ਸ਼ਾਂਤੀ ਸੀ, ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀ ਸ਼ਾਂਤੀ ਸੀ। ਲੇਕਿਨ ਦੇਖਿਆ ਜਾਵੇ ਕਿ ਜਦ ਆਦਮ ਤੇ ਹਵਾ ਨੇ ਗਲਤੀ ਕੀਤੀ, ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਦੇ ਜੀਵਨ ਦੇ ਵਿੱਚ ਸਰਾਪ ਆਇਆ। ਔਰ ਸਰਾਪ ਦੀ ਵਜ੍ਹਾ ਦੇ ਕਰਕੇ ਕੀ ਹੋਇਆ ਕਿ ਉਹਨਾਂ ਨੂੰ ਕੱਪੜੇ ਮਿਲ ਗਏ, ਔਰ ਸਰਾਪ ਦੀ ਵਜ੍ਹਾ ਕਰਕੇ ਉਹਨਾਂ ਕੀ ਹੋਇਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਕੀ ਹਾਂ, ਜਿਹੜਾ ਨੰਗੇ ਹਾਂ, ਮਤਲਬ ਕੀ ਹਾਂ, ਅਸੀਂ ਨੰਗੇ ਹਾਂ। ਔਰ ਫਿਰ ਉਹਨਾਂ ਨੂੰ ਲੱਗਿਆ ਕਿ ਹੁਣ ਸਾਨੂੰ ਕੀ ਹੈ, ਕੱਪੜੇ ਪਾਉਣੇ ਚਾਹੀਦੇ ਨੇ। ਫਿਰ ਉਹਨਾਂ ਨੇ ਕੀ ਕੀਤਾ, ਉੱਥੋਂ ਪੱਤੇ ਇਕੱਠੇ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਲਈ ਕੱਪੜੇ ਬਣਾਏ, ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਰਹਿਣ ਦੇ ਲਈ ਘਰ ਦੀ ਲੋੜ ਪੈਣ ਲੱਗ ਗਈ। ਕਿਉਂ? ਫਿਰ ਉਹਨਾਂ ਨੂੰ ਗਰਮੀ ਲੱਗਣ ਲੱਗ ਗਈ, ਫਿਰ ਉਹਨਾਂ ਨੂੰ ਧੁੱਪ ਲੱਗਣ ਲੱਗ ਗਈ, ਫਿਰ ਉਹਨਾਂ ਨੂੰ ਸਰਦੀ ਲੱਗਣ ਲੱਗ ਗਈ। ਔਰ ਇੱਥੋਂ ਤੱਕ ਕਿ ਜੋ ਜੰਗਲੀ ਜਾਨਵਰ ਸੀਗੇ, ਮਤਲਬ ਜੋ ਜਾਨਵਰ ਸੀ ਉਸ ਟਾਈਮ, ਫਿਰ ਜਾਨਵਰਾਂ ਤੋਂ ਉਹਨਾਂ ਨੂੰ ਡਰ ਲੱਗਣ ਲੱਗ ਪਿਆ। ਇਸ ਕਰਕੇ ਫਿਰ ਉਹ ਆਪਣੇ ਰਹਿਣ ਦੇ ਲਈ ਘਰ ਬਣਾਉਣ ਲੱਗ ਪਏ। ਜਦ ਕਿ ਜਿੰਨਾ ਚਿਰ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹੇ, ਜਿੰਨਾ ਚਿਰ ਉਹ ਪਰਮੇਸ਼ਵਰ ਦੇ ਨਾਲ ਰਹੇ, ਉਹਨਾਂ ਨੂੰ ਨਾ ਤਾਂ ਘਰ ਦੀ ਜ਼ਰੂਰਤ ਸੀ, ਨਾ ਕਿਸੇ ਕੱਪੜੇ ਦੀ ਜ਼ਰੂਰਤ ਸੀ, ਔਰ ਨਾ ਹੀ ਉਹਨਾਂ ਨੂੰ ਕੁਛ ਖਾਣ ਪੀਣ ਦੀ ਸਮੱਸਿਆ ਸੀ। ਲੇਕਿਨ ਉਸ ਤੋਂ ਬਾਅਦ ਦੇਖੋ ਉਹਨਾਂ ਦੇ ਜੀਵਨ ਦੇ ਵਿੱਚ ਉਹ ਸਰਾਪ ਆ ਗਿਆ। ਲੇਕਿਨ ਦੇਖਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ ਕਿ ਜਦ ਇਨਸਾਨ ਪਰਮੇਸ਼ਵਰ ਦੇ ਕੋਲੋਂ ਦੂਰ ਗਿਆ ਗਾ, ਉਹਦੇ ਜੀਵਨ ਦੇ ਵਿੱਚ ਤਦੇ ਸਮੱਸਿਆ ਆਈ। ਉਹਦੇ ਜੀਵਨ ਦੇ ਵਿੱਚ ਉਸਨੂੰ ਤਦੇ ਪਤਾ ਚੱਲਿਆ ਕਿ ਹੁਣ ਤਾਂ ਮੈਨੂੰ ਰੋਟੀ ਦੀ ਲੋੜ ਹੈ, ਹੁਣ ਮੈਨੂੰ ਘਰ ਦੀ ਲੋੜ ਹੈ, ਹੁਣ ਮੈਨੂੰ ਕੱਪੜੇ ਦੀ ਲੋੜ ਹੈ। ਮਤਲਬ ਇਹ ਸਾਰਾ ਕੁਝ ਕਦੋਂ ਹੋਇਆ ਕਿ ਜਦ ਉਹਦੇ ਜੀਵਨ ਦੇ ਵਿੱਚ ਪਾਪ ਆਇਆ। ਇਹਦਾ ਮਤਲਬ ਕਿ ਜਿੰਨਾ ਕੁਝ ਵੀ ਇਨਸਾਨ ਹੁਣ ਇਕੱਠਾ ਕਰ ਰਿਹਾ ਗਾ, ਜਾਂ ਜਿੰਨਾ ਕੁਝ ਵੀ ਇਨਸਾਨ ਆਪਣੇ ਲਈ ਬਣਾ ਰਿਹਾ ਗਾ, ਚਾਹੇ ਘਰ, ਚਾਹੇ ਇਹ ਕੁਝ ਵੀ ਕਰ ਰਿਹਾ ਗਾ, ਚਾਹੇ ਉਹ ਰੋਟੀ ਦੇ ਲਈ ਮਿਹਨਤ ਕਰ ਰਿਹਾ ਗਾ, ਚਾਹੇ ਕੱਪੜਿਆਂ ਲਈ ਮਿਹਨਤ ਕਰ ਰਿਹਾ ਗਾ, ਇਹਦੇ ਪਿੱਛੇ ਕਾਰਨ ਕੀ ਸੀਗਾ ਕਿ ਉਹ ਸਰਾਪ ਸੀਗਾ। ਔਰ ਸਰਾਪ ਦੀ ਵਜ੍ਹਾ ਕਰਕੇ ਉਸ ਨੂੰ ਕੀ ਹੋਇਆ, ਇਹ ਸਾਰੀਆਂ ਚੀਜ਼ਾਂ ਦੀ ਲੋੜ ਪਈ, ਸਾਰੀ ਚੀਜ਼ਾਂ ਦੀ ਲੋੜ ਪੈ ਗਈ। ਹੁਣ ਦੇਖੋ ਕੱਪੜਾ ਸਹੀ ਦੇ ਵਿੱਚ ਕੋਈ ਏਦਾਂ ਥੋੜੀ ਗੱਲ ਹੈ, ਮਤਲਬ ਜੀ ਕੱਪੜਾ ਕੋਈ ਫੈਸ਼ਨ ਹੈ, ਲੇਕਿਨ ਗੱਲ ਕੀ ਹੈ, ਇਹਦੇ ਪਿੱਛੇ ਕੀ ਹੈ ਕਿ ਇੱਕ ਸਰਾਪ ਸੀਗਾ, ਔਰ ਸਰਾਪ ਦੀ ਵਜ੍ਹਾ ਕਰਕੇ ਇਨਸਾਨ ਨੂੰ ਕੱਪੜਾ ਮਿਲੇਗਾ। ਲੇਕਿਨ ਅੱਜ ਦੇਖੋ ਇਨਸਾਨ ਆਪਣੀ ਖੂਬਸੂਰਤੀ ਰੱਖਦਾ ਕਿਹਦੇ ਨਾਲ, ਕੱਪੜੇ ਨਾਲ। ਕੱਪੜਾ ਮੈਂ ਪਹਿਨਿਆ ਔਰ ਮੈਂ ਕੈਸਾ ਲੱਗ ਰਿਹਾ ਗਾ। ਸਹੀ ਦੇ ਵਿੱਚ ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਬਹੁਤ ਸੋਹਣਾ ਬਣਾਇਆ ਗਾ, ਪਰਮੇਸ਼ਵਰ ਨੇ ਇਨਸਾਨ ਨੂੰ ਖੂਬਸੂਰਤੀ ਬਣਾਇਆ ਗਾ, ਉਹ ਜੈਸਾ ਹੈਗਾ ਉਹ ਵੈਸਾ ਹੀ ਹੈ।
ਲੇਕਿਨ ਜਦ ਕੱਪੜਾ ਪਾਉਂਦਾ ਗਾ ਇਨਸਾਨ ਤਾਂ ਇਹਦੇ ਵਿੱਚ ਇਨਸਾਨ ਸੋਹਣਾ ਨਹੀਂ ਲੱਗਦਾ, ਉਹ ਕੱਪੜਾ ਹੀ ਸੋਹਣਾ ਲੱਗਦਾ ਗਾ। ਹਾਂ, ਲੇਕਿਨ ਉਹ ਕੀ ਲੱਗਦਾ ਵੀ ਕੱਪੜਾ ਮੈਂ ਪਾਇਆ ਗਾ ਵੀ ਖੈਰ ਮੈਂ ਖੂਬਸੂਰਤ ਹੋ ਗਿਆ, ਜਦ ਕਿ ਇਦਾਂ ਨਹੀਂ ਹੈ। ਇਨਸਾਨ ਤਾਂ ਖੂਬਸੂਰਤ ਹੀ ਆ। ਹੁਣ ਦੇਖੋ ਉਹੀ ਕੱਪੜਾ ਕਿਸੇ ਪੁਤਲੇ ਨੂੰ ਪਾ ਦਿਓ ਬਾਜ਼ਾਰ ਦੇ ਵਿੱਚ, ਜਿਹੜੇ ਪੁਤਲੇ ਖੜੇ ਹੁੰਦੇ, ਜਿਹੜੇ ਮੂਰਤੀਆਂ ਖੜੀਆਂ ਹੁੰਦੀਆਂ ਨੇ, ਉਹ ਕੱਪੜਾ ਉਹਨਾਂ ਨੂੰ ਕਦੇ ਸੋਹਣਾ ਨਹੀਂ ਲੱਗਦਾ। ਲੇਕਿਨ ਜੇ ਉਹੀ ਕੱਪੜਾ ਇਨਸਾਨ ਪਾ ਲਵੇ, ਚਾਹੇ ਇਨਸਾਨ ਕੈਸਾ ਵੀ ਹੈ, ਤਾਂ ਫਿਰ ਕੱਪੜਾ ਕੀ ਹੋ ਜਾਂਦਾ ਗਾ, ਕੱਪੜਾ ਸੋਹਣਾ ਲੱਗਣ ਲੱਗ ਜਾਂਦਾ ਗਾ। ਇਹਦਾ ਮਤਲਬ ਖੂਬਸੂਰਤੀ ਕੱਪੜੇ ਵਿੱਚ ਨਹੀਂ ਹੈ। ਖੂਬਸੂਰਤੀ ਕਿਹਦੇ ਵਿੱਚ ਹੈ? ਉਹਦਾ ਇਨਸਾਨ ਦੇ ਵਿੱਚ ਹੈ। ਲੇਕਿਨ ਇਨਸਾਨ ਦੇ ਦਿਮਾਗ ਦੇ ਵਿੱਚ ਬੈਠ ਇਹ ਗੱਲ ਗਈ ਹੈ ਕਿ ਮੈਂ ਕੀ ਆ, ਮੈਂ ਕੱਪੜਾ ਪਾਉਣ ਦੇ ਨਾਲ ਕੀ ਹੋ ਗਿਆ, ਸੋਹਣਾ ਲੱਗਦਾ ਹੁਣ। ਇਸ ਲਈ ਇਨਸਾਨ ਕੀ ਕਰਦਾ ਗਾ, ਮਹਿੰਗੇ ਮਹਿੰਗੇ ਕੱਪੜੇ ਖਰੀਦਦਾ ਗਾ। ਔਰ ਹੁਣ ਇਨਸਾਨ ਦੇ ਖਾਣ ਪੀਣ ਦੇ ਸ਼ੌਂਕ ਉਹ ਵੀ ਵੱਧ ਚੁੱਕੇ ਨੇ। ਫਿਰ ਘਰ ਨੂੰ ਲੈ ਕੇ ਉਹਦੇ ਸ਼ੌਂਕ ਵੀ ਵੱਧ ਚੁੱਕੇ ਨੇ। ਕੱਪੜੇ ਨੂੰ ਲੈ ਕੇ ਬਿਨਾਂ ਪ੍ਰੈਸ ਤੋਂ ਕੱਪੜਾ ਨਹੀਂ ਪਾਉਣਾ, ਜਿਹੜਾ ਇੱਕ ਵਾਰ ਪਾ ਲਿਆ ਉਹ 2 ਦਿਨ ਪਾਉਣਾ ਨਹੀਂ। ਮਤਲਬ ਕਿ ਇਹ ਸਾਰਾ ਕੁਝ ਕਾਹਦੇ ਲਈ ਹੈ? ਬਸ ਇੱਕ ਇੱਦਾਂ ਲੱਗਦਾ ਇਨਸਾਨ ਨੂੰ ਕਿ ਹੁਣ ਮੈਂ ਕੀ ਕਰਨਾ ਗਾ, ਇਹਦੇ ਲਈ ਕੰਮ ਕਰਨਾ ਗਾ। ਜਦ ਕਿ ਸਹੀ ਦੇ ਵਿੱਚ ਉਹ ਸਾਰਾ ਕੁਝ ਦੇਖਿਆ ਜਾਵੇ ਉਹਦੇ ਜੀਵਨ ਦੇ ਵਿੱਚ ਕਦੋਂ ਆਇਆ ਕਿ ਜਦ ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਨਹੀਂ ਰਿਹਾ, ਜਦ ਉਹਦੇ ਜੀਵਨ ਦੇ ਵਿੱਚ ਸਰਾਪ ਆ ਗਿਆ। ਹਰ ਸਰਾਪ ਦੀ ਵਜ੍ਹਾ ਕਰਕੇ ਉਹਦੇ ਜੀਵਨ ਦੇ ਵਿੱਚ ਸਾਰੀਆਂ ਗੱਲਾਂ ਹੋਈਆਂ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਸਾਰੇ ਜਾਗਦੇ ਰਹੋ, ਕਿਸੇ ਨੇ ਸੌਣਾ ਨਹੀਂ ਹੈ, ਆਪਣਾ ਧਿਆਨ ਬਣਾ ਕੇ ਰੱਖਿਓ। ਹਾਂ, ਮਤਲਬ ਦੇਖਿਆ ਜਾਵੇ ਕਿ ਅੱਜ ਦੇਖੋ ਜੋ ਵੀ ਇਨਸਾਨ ਕੰਮ ਕਰ ਰਿਹਾ ਗਾ, ਝੂਠ ਕਰ ਰਿਹਾ ਗਾ, ਹਾਂ ਠੱਗੀ ਕਰ ਰਿਹਾ ਗਾ, ਬੇਈਮਾਨੀ ਕਰ ਰਿਹਾ ਗਾ, ਜਾਂ ਕੁਝ ਵੀ ਕਰ ਰਿਹਾ ਗਾ, ਲੇਕਿਨ ਕਿਹਦੇ ਲਈ? ਇਹ ਤਿੰਨਾਂ ਚੀਜ਼ਾਂ ਲਈ। ਅੱਜ ਜੋ ਵੀ ਇਨਸਾਨ ਅਗਰ ਗਲਤੀ ਕਰੇ, ਜੋ ਵੀ ਇਨਸਾਨ ਅਗਰ ਪਾਪ ਕਰੇ, ਜਾਂ ਜੈਸੀ ਵੀ ਕਮਾਈ ਕਰੇ ਉਹ, ਤਾਂ ਉਸ ਨੂੰ ਕੀ ਲੱਗਦਾ ਗਾ ਕਿ ਮੈਂ ਆਪਣਾ ਪਰਿਵਾਰ ਪਾਲਣਾ ਗਾ, ਆਪਣਾ ਘਰ ਚਲਾਉਣਾ ਗਾ, ਘਰ ਦੀਆਂ ਜ਼ਰੂਰਤਾਂ ਨੇ, ਜਾਂ ਘਰ ਦੇ ਸ਼ੌਂਕ ਨੇ, ਪਰਿਵਾਰ ਦੇ ਸ਼ੌਂਕ ਨੇ। ਹੁਣ ਦੇਖੋ ਚਾਹੇ ਉਹ ਇਨਸਾਨ ਕੁਝ ਵੀ ਕਰੇ, ਲੇਕਿਨ ਸਹੀ ਦੇ ਵਿੱਚ ਅਗਰ ਜੋ ਇਨਸਾਨ ਗਲਤੀ ਕਰ ਰਿਹਾ, ਜੋ ਇਨਸਾਨ ਪਾਪ ਕਰ ਰਿਹਾ ਗਾ, ਤੇ ਉਹਦਾ ਫਲ ਕਿਹਨੂੰ ਮਿਲੂਗਾ? ਫਲ ਤਾਂ ਉਸ ਇਨਸਾਨ ਨੂੰ ਮਿਲੂ। ਤੇ ਜਿਹੜਾ ਗਲਤੀ ਕਰ ਰਿਹਾ, ਜਿਹੜਾ ਪਾਪ ਕਰ ਰਿਹਾ ਗਾ, ਉਹ ਚਾਹੇ ਠੱਗੀ ਕਰ ਰਿਹਾ, ਬੇਈਮਾਨੀ ਕਰ ਰਿਹਾ, ਚੋਰੀ ਕਰ ਰਿਹਾ, ਡਾਕਾ ਮਾਰ ਰਿਹਾ, ਜੋ ਵੀ ਕਰ ਰਿਹਾ ਗਾ, ਮਤਲਬ ਅਗਰ ਜੋ ਵੀ ਗਲਤੀ ਕਰ ਰਿਹਾ ਗਾ, ਜੋ ਵੀ ਪਾਪ ਕਰ ਰਿਹਾ ਗਾ, ਕਿਸੇ ਵੀ ਤਰੀਕੇ ਨਾਲ ਪੈਸਾ ਇਕੱਠਾ ਕਰ ਰਿਹਾ ਗਾ, ਕਿਸੇ ਵੀ ਤਰੀਕੇ ਨਾਲ ਮਤਲਬ ਘਰ ਚਲਾਉਣ ਦੇ ਲਈ ਕਰ ਰਿਹਾ ਗਾ, ਲੇਕਿਨ ਜੋ ਵੀ ਗਲਤੀ ਕਰ ਰਿਹਾ ਗਾ ਉਹਦੀ ਸਜ਼ਾ ਕਿਹਨੂੰ ਮਿਲੂਗੀ? ਉਹ ਤਾਂ ਉਸ ਇਨਸਾਨ ਨੂੰ ਮਿਲੂਗੀ। ਔਰ ਸਹੀ ਦੇ ਵਿੱਚ ਸਾਡੇ ਜੋ ਪਰਮੇਸ਼ਵਰ ਨੇ, ਹਾਂ ਪਰਮੇਸ਼ਵਰ ਕੀ ਚਾਹੁੰਦੇ ਨੇ ਕਿ ਹਰ ਇੱਕ ਇਨਸਾਨ ਉਸ ਪਰਮੇਸ਼ਵਰ ਨਾਲ ਜੁੜ ਜਾਏ, ਕਿਉਂਕਿ ਪਰਮੇਸ਼ਵਰ ਤੋਂ ਬਿਨਾਂ ਕੋਈ ਸ਼ਾਂਤੀ ਦੇਣ ਵਾਲਾ ਨਹੀਂ। ਦੇਖੋ ਕੱਪੜੇ ਵਿੱਚ ਸ਼ਾਂਤੀ ਨਹੀਂ ਹੈ, ਘਰ ਦੇ ਵਿੱਚ ਸ਼ਾਂਤੀ ਨਹੀਂ ਹੈ, ਫਿਰ ਖਾਣ ਪੀਣ ਦੇ ਵਿੱਚ ਸ਼ਾਂਤੀ ਨਹੀਂ ਹੈ। ਸ਼ਾਂਤੀ ਅਗਰ ਗੱਲ ਕਰੀਏ ਆਪਾਂ ਉਹ ਕਿਹਦੇ ਵਿੱਚ ਹੈ? ਜਦੋਂ ਆਦਮ ਤੇ ਹਵਾ ਪਰਮੇਸ਼ਵਰ ਦੇ ਨਾਲ ਸੰਗਤੀ ਕਰਦੇ ਸੀਗੇ, ਲੇਕਿਨ ਜਦ ਉਹਨਾਂ ਦੇ ਜੀਵਨ ਦੇ ਵਿੱਚੋਂ ਉਹ ਪਾਪ ਆ ਗਿਆ, ਔਰ ਪਾਪ ਦੀ ਵਜ੍ਹਾ ਦੇ ਕਰਕੇ ਉਹ ਪਰਮੇਸ਼ਵਰ ਕੋਲ ਦੂਰ ਚਲੇ ਗਏ, ਤਾਂ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ। ਅੱਜ ਦੇਖੋ ਕਿੰਨੇ ਹੀ ਲੋਕ ਨੇ, ਲੋਕਾਂ ਲਵੇ ਬਹੁਤ ਰੁਪਇਆ ਪੈਸਾ ਹੈਗਾ, ਲੇਕਿਨ ਉਹ ਮਿੱਠਾ ਨਹੀਂ ਖਾ ਸਕਦੇ। ਲੋਕਾਂ ਲਵੇ ਬਹੁਤ ਸਾਰਾ ਰੁਪਇਆ ਪੈਸਾ ਹੈਗਾ, ਉਹ ਨਮਕ ਖਰੀਦ ਸਕਦੇ ਨੇ, ਮਿੱਠਾ ਖਰੀਦ ਸਕਦੇ ਨੇ, ਲੇਕਿਨ ਖਾ ਨਹੀਂ ਸਕਦੇ। ਕਾਰਨ ਕੀ? ਕਿ ਜੀਵਨ ਦੇ ਵਿੱਚ ਸ਼ਾਂਤੀ ਨਹੀਂ, ਉਹਨਾਂ ਦੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ। ਅੱਜ ਦੇਖੋ ਕਿੰਨੇ ਸਾਰੇ ਲੋਕ ਨੇ, ਉਹਨਾਂ ਲਵੇ ਬਹੁਤ ਰੁਪਇਆ ਪੈਸਾ ਹੈਗਾ, ਆਪਣੇ ਲਈ ਚੰਗੀ ਕੋਠੀਆਂ ਬਣਾ ਲਈਆਂ ਨੇ, ਚੰਗੇ ਘਰ ਬਣਾ ਲਏ ਨੇ, ਲੇਕਿਨ ਉਹ ਲੋਕ ਘਰਾਂ ਵਿੱਚ ਰਹਿ ਨਹੀਂ ਸਕਦੇ। ਕਈ ਲੋਕ ਤਾਂ ਆਪਣੇ ਲਈ ਘਰ ਬਣਾ ਕੇ ਉਹ ਤਾਂ ਬਾਹਰ ਚਲੇ ਗਏ ਪੈਸਾ ਕਮਾਉਣ ਦੇ ਲਈ, ਕੋਈ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਚਲਾ ਗਿਆ। ਮਤਲਬ ਜਿੰਨਾ ਕੁਛ ਵੀ ਬਣਾ ਰਿਹਾ ਇਨਸਾਨ, ਜਿੰਨਾ ਕੁਛ ਵੀ ਕਰ ਰਿਹਾ ਗਾ, ਉਹ ਕਰ ਕਾਹਦੇ ਲਈ ਰਿਹਾ ਗਾ? ਫਿਰ ਇਨਸਾਨ ਜਿੰਨਾ ਕੁਛ ਕਰ ਰਿਹਾ ਗਾ, ਕੱਪੜੇ ਜੋ ਵੀ ਖਰੀਦਦਾ ਗਾ, ਹੁਣ ਮਤਲਬ ਉਹ ਕਾਹਦੇ ਲਈ ਕਰ ਰਿਹਾ ਗਾ? ਉਹ ਤਾਂ ਸਰੀਰ ਲਈ ਕਰ ਰਿਹਾ ਗਾ। ਜਦ ਕਿ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਜੋ ਸ਼ਾਂਤੀ ਚਾਹੀਦੀ ਹੈ, ਉਹ ਸ਼ਾਂਤੀ ਉਹਦੇ ਜੀਵਨ ਦੇ ਵਿੱਚ ਨਹੀਂ ਹੈ। ਉਹਦਾ ਕਾਰਨ ਕੀ? ਕਿਉਂਕਿ ਉਹਦੇ ਜੀਵਨ ਦੇ ਵਿੱਚ ਪਾਪ ਹੈ, ਔਰ ਪ੍ਰਭੂ ਯਿਸੂ ਮਸੀਹ ਕਦੇ ਵੀ ਕਿਸੇ ਦਾ ਪਾਪ ਸਾਹਮਣੇ ਨਹੀਂ ਲੈ ਕੇ ਆਉਂਦੇ। ਲੇਕਿਨ ਬਾਈਬਲ ਵਿੱਚ ਲਿਖਿਆ ਗਾ, ਜ਼ਬੂਰ ਉਹਦਾ 32 ਅਧਿਆਇ ਉਹਦਾ 1-2, ਧਨ ਹੈ ਉਹ ਜਿਹਦਾ ਅਪਰਾਧ ਖਿਮਾ ਹੋ ਗਿਆ, ਜਿਹਦਾ ਪਾਪ ਟਕਿਆ ਹੋਇਆ ਹੈ। ਹਾਂ ਦੇਖੋ ਬਾਈਬਲ ਵਿੱਚ ਲਿਖਿਆ ਵੀ ਧੰਨ ਹੈ ਉਹ ਇਨਸਾਨ ਜਿਹਦਾ ਪਾਪ ਕੀ ਹੈ? क्षमा हो गया, ਜਿਹਦਾ ਪਾਪ ਕੀ ਹੈ? ਜਿਹਦਾ ਪਾਪ ਢਕਿਆ ਗਿਆ। ਫਿਰ ਅੱਗੇ ਧੰਨ ਹੈ ਉਹ ਆਦਮੀ ਜਿਹਦੀ ਬਦੀ ਯਹੋਵਾ ਉਹਦੇ ਲੇਖੇ ਨਹੀਂ ਲਾਉਂਦਾ। ਹਾਂ, ਧੰਨ ਹੈ ਉਹ ਇਨਸਾਨ ਕਿ ਜਿਹਦੀ ਬਦੀ ਮਤਲਬ ਜਿਹਦੀ ਬੁਰਾਈ ਪਰਮੇਸ਼ਰ ਦੇ ਲੇਖੇ ਨਹੀਂ ਲਾਉਂਦਾ, ਅਤੇ ਜਿਹਦੇ ਆਤਮਾ ਵਿੱਚ ਕਪਟ ਨਹੀਂ, ਮਤਲਬ ਜਿਹਦੇ ਆਤਮਾ ਵਿੱਚ ਕਪਟ ਨਹੀਂ ਹੈ। ਮਤਲਬ ਪਰਮੇਸ਼ਰ ਉਸ ਇਨਸਾਨ ਨੂੰ ਕਹਿੰਦਾ ਉਹ ਆਸ਼ੀਸ਼ਿਤ ਹੈ, ਉਹ ਇਨਸਾਨ ਧੰਨ ਹੈ ਕਿ ਜਿਹਦਾ ਪਾਪ ਕੀ ਹੈ? ਢਕਿਆ ਹੋਇਆਗਾ। ਜਿਹਦਾ ਪਾਪ ਕੀ ਹੈ? ਉਹਦਾ ਢਕਿਆ ਹੋਇਆਗਾ। ਹੁਣ ਆਦਮ ਤੇ ਹਵਾ ਦੀ ਗੱਲ ਕਰੀਏ,
ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਪਾਪ ਆਇਆ ਤਾਂ ਉਹਨਾਂ ਨੂੰ ਕੀ ਪਤਾ ਲੱਗਿਆ ਕਿ ਅਸੀਂ ਕੀ ਆ, ਨੰਗੇ। ਅਸੀਂ ਤਾਂ ਨੰਗੇ ਆ। ਇਹਦਾ ਮਤਲਬ ਜੋ ਨੰਗਾਪਣ ਸੀਗਾ, ਨੰਗਾਪਣ ਕੀ ਆ, ਉਹ ਤਾਂ ਪਾਪ ਦੱਸਦਾਗਾ। ਨੰਗਾਪਣ ਕੀ ਆ, ਪਾਪ। ਹੁਣ ਪਿੱਛੇ ਜੇ ਆਪਾਂ ਨੇ ਇੱਕ ਵਚਨ ਸਿੱਖਿਆ ਸੀਗਾ ਕਿ ਜੋ ਨੂੰਹ ਦਾ ਬੇਟਾ ਸੀਗਾ ਹਾਮ, ਉਹਨੇ ਕੀ ਦੇਖਿਆ ਸੀਗਾ, ਆਪਣੇ ਬਾਪ ਦਾ ਨੰਗਾਪਣ ਦੇਖਿਆ ਸੀਗਾ, ਔਰ ਉਹਦਾ ਨੰਗੇ ਜਾ ਕੇ ਆਪਣੇ ਭਾਈ ਨੂੰ ਦੱਸਣ ਲੱਗਿਆ। ਮਤਲਬ ਉਹ ਕੀ ਉਹਦੇ ਲਈ ਪਾਪ ਹੋਇਆ, ਵੀ ਮਤਲਬ ਤੂੰ ਨੰਗਾਪਣ ਜੋ ਵੀ ਦਿਖਾ ਰਿਹਾ ਤੂੰ, ਮਤਲਬ ਇਹ ਕੀ ਸੀਗਾ, ਉਸਦੇ ਬੇਟੇ ਲਈ ਪਾਪ ਹੋਇਆ। ਮਤਲਬ ਪਰਮੇਸ਼ਰ ਦੀ ਨਜ਼ਰਾਂ ਵਿੱਚ ਕੀ ਹੈ, ਜੋ ਨੰਗਾਪਣ ਹੈ ਉਹ ਕੀ ਹੈ, ਪਾਪ। ਔਰ ਨੰਗੇਪਣ ਦੀ ਵਜ੍ਹਾ ਦੇ ਕਰਕੇ ਉਹਨਾਂ ਨੇ ਕੀ ਕੀਤਾ, ਆਪਣੇ ਲਈ ਕੱਪੜੇ ਬਣਾਏ। ਔਰ ਨੰਗੇਪਣ ਦੀ ਵਜ੍ਹਾ ਦੇ ਕਰਕੇ ਉਹ ਲੋਕ ਕੀ ਹੋ ਗਏ, ਲੁਕ ਗਏ, ਆਦਮ ਤੇ ਹਵਾ। ਕਾਰਨ ਕੀ, ਕਿ ਉਹਨਾਂ ਦਾ ਜੋ ਪਾਪ ਸੀਗਾ ਉਹ ਢੱਕਿਆ ਨਹੀਂ ਗਿਆ ਸੀ ਉਹਨਾਂ ਤੋਂ। ਜਦ ਕਿ ਚਾਹੇ ਉਹਨਾਂ ਨੇ ਕੱਪੜੇ ਬਣਾ ਲਏ ਆਪਣੇ ਲਈ, ਚਾਹੇ ਉਹਨਾਂ ਨੇ ਕੁਝ ਵੀ ਕੀਤਾ, ਲੇਕਿਨ ਉਹਨਾਂ ਦਾ ਪਾਪ ਸੀਗਾ, ਉਹ ਪਾਪ ਉਹਨਾਂ ਤੋਂ ਢੱਕਿਆ ਨਹੀਂ ਗਿਆ। ਔਰ ਜਿਸ ਕਰਕੇ ਉਹ ਲੋਕ ਕੀ ਹੋ ਗਏ, ਉਹ ਲੋਕ ਆਪਣੇ ਆਪ ਨੂੰ ਛੁਪਾ ਕੇ ਬਹਿ ਗਏ, ਆਪਣੇ ਆਪ ਨੂੰ ਲੁਕਾ ਕੇ ਬਹਿ ਗਏ। ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ ਗਾ, 32 ਦੇ ਵਿੱਚ, 32:1 ਜ਼ਬੂਰ, ਧਨ ਹੈ ਉਹ ਜਿਹਦਾ ਅਪਰਾਧ ਖਿਮਾ ਹੋ ਗਿਆ, ਜਿਹਦਾ ਪਾਪ ਟਕਿਆ ਹੋਇਆ ਹੈ। ਜਿਹਦਾ ਪਾਪ ਢਕਿਆ ਗਿਆ। ਇਹਦਾ ਮਤਲਬ ਕੀ, ਕਿ ਜਿਹਦਾ ਨੰਗਾਪਣ ਪਰਮੇਸ਼ਵਰ ਨੇ ਕੀ ਹੈ, ਪਰਮੇਸ਼ਵਰ ਨੇ ਢੱਕਤਾ। ਜਿਹਦਾ ਨੰਗਾਪਣ ਪਰਮੇਸ਼ਵਰ ਨੇ ਢੱਕਤਾ, ਉਹ ਕੀ ਹੈ, ਉਹ ਆਸ਼ੀਸ਼ਿਤ ਹੈ। ਉਹ ਕੀ ਹੈ, ਉਹ ਤਾਂ ਮਤਲਬ ਧਨ ਹੈ। ਹੁਣ ਦੇਖੋ ਨੰਗਾਪਣ, ਅੱਜ ਲੋਕਾਂ ਲਵੇ ਕੱਪੜੇ ਨੇ, ਅੱਜ ਲੋਕਾਂ ਲਵੇ ਬਹੁਤ ਮਹਿੰਗੇ ਮਹਿੰਗੇ ਸੂਟ ਨੇ, ਬਹੁਤ ਰੁਪਇਆ ਪੈਸਾ ਗਾ, ਲੇਕਿਨ ਫਿਰ ਵੀ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਇਹ ਚਾਹੇ ਲੋਕ ਕੱਪੜਾ ਪਾ ਲੈਂਦੇ ਨੇ, ਚਾਹੇ ਜੋ ਵੀ ਕਰਦੇ ਨੇ, ਲੇਕਿਨ ਪਰਮੇਸ਼ਵਰ ਦੇ ਸਾਹਮਣੇ ਕੀ ਨੇ, ਉਹ ਤਾਂ ਨੰਗੇ ਨੇ। ਚਾਹੇ ਕੱਪੜੇ ਪਾ ਲਏ ਉਹਨਾਂ ਨੇ। ਹੁਣ ਦੇਖੋ ਆਦਮ ਤੇ ਹਵਾ ਨੇ ਕੀ ਕੀਤਾ ਸੀਗਾ, ਉਹਨਾਂ ਨੇ ਕੱਪੜੇ ਪਾਏ ਸੀਗੇ, ਲੇਕਿਨ ਕੱਪੜੇ ਪਾਉਣ ਤੋਂ ਬਾਅਦ ਵੀ ਉਹਨਾਂ ਨੂੰ ਕੀ ਲੱਗਿਆ ਕਿ ਪਰਮੇਸ਼ਵਰ ਅਸੀਂ ਨੰਗੇ ਆ, ਅਸੀਂ ਤਾਂ ਨੰਗੇ ਆ। ਔਰ ਅਸੀਂ ਕੀ ਆ, ਅਸੀਂ ਨੰਗੇ ਆ। ਦੇਖੋ ਚਾਹੇ ਇਹ ਇਨਸਾਨ ਕੀ ਕਰੇ, ਕੱਪੜਾ ਪਾ ਲਵੇ, ਚਾਹੇ ਕੁਝ ਵੀ ਕਰ ਲਵੇ, ਲੇਕਿਨ ਪਰਮੇਸ਼ਵਰ ਦੇ ਸਾਹਮਣੇ ਕੀ ਹੈ, ਉਹ ਤਾਂ ਨੰਗਾ ਗਾ। ਔਰ ਨੰਗਾਪਣ ਕੀ ਹੈ, ਪਾਪ। ਉਹੀ ਪਾਪ ਹੈ, ਉਹੀ ਪਾਪ ਹੈ। ਲੇਕਿਨ ਸਹੀ ਦੇ ਵਿੱਚ ਸਾਡੇ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਉਹ ਇਨਸਾਨ ਧਨ ਹੈ। ਉਹ ਇਨਸਾਨ ਕੀ ਹੈ, ਉਹ ਧਨ ਹੈ। ਹੁਣ ਦੇਖੋ ਇਨਸਾਨ ਨੇ ਆਪਣੇ ਆਪ ਨੂੰ ਲੁਕਾਉਣ ਦੇ ਲਈ, ਆਪਣਾ ਨੰਗਾਪਣ ਛੁਪਾਉਣ ਦੇ ਲਈ ਉਹਨੇ ਕੀ ਕੁਝ ਕਰ ਰਿਹਾ ਅੱਜ। ਅੱਜ ਕਿੰਨੇ ਮਹਿੰਗੇ ਮਹਿੰਗੇ ਕੱਪੜੇ ਪਾ ਲਿਆ ਗਾ, ਲੇਕਿਨ ਸਹੀ ਦੇ ਵਿੱਚ ਜੋ ਕੱਪੜਾ ਗਾ, ਉਹ ਕੱਪੜਾ ਕਾਹਦੇ ਲਈ ਦਿੱਤਾ ਗਿਆ ਗਾ, ਵੀ ਉਹ ਆਪਣਾ ਨੰਗਾਪਣ ਢੱਕ ਸਕੇ। ਲੇਕਿਨ ਅੱਜ ਕੀ ਹੈ, ਅੱਜ ਐਸੇ ਲੋਕ ਨੇ ਕਿ ਉਹ ਕੱਪੜਾ ਪਾਉਂਦੇ ਨੇ, ਲੇਕਿਨ ਉਹ ਆਪਣਾ ਸਰੀਰ ਛੁਪਾਉਂਦੇ ਨਹੀਂ, ਲੋਕਾਂ ਨੂੰ ਸਰੀਰ ਦਿਖਾਉਂਦੇ ਨੇ। ਅੱਜ ਫੈਸ਼ਨ ਹੀ ਐਸਾ ਚੱਲ ਰਿਹਾ ਗਾ ਕਿ ਕੱਪੜਾ ਹੁਣ ਇਹ ਆਪਣਾ ਸਰੀਰ ਲੁਕਾਉਣ ਵਾਸਤੇ ਨਹੀਂ, ਲੋਕਾਂ ਨੂੰ ਸਰੀਰ ਦਿਖਾਉਣ ਵਾਸਤੇ ਪਾ ਰਹੇ ਨੇ ਕੱਪੜਾ, ਕਿ ਮੇਰੇ ਕੱਪੜੇ ਰਾਹੀਂ ਸਰੀਰ ਦਿਖੇ। ਲੇਕਿਨ ਸਹੀ ਦੇ ਵਿੱਚ ਸਾਡੇ ਜੋ ਪਰਮੇਸ਼ਵਰ ਨੇ ਉਹ ਬਹੁਤ ਹੀ ਪਵਿੱਤਰ ਪਰਮੇਸ਼ਵਰ ਨੇ। ਔਰ ਸਾਡੇ ਪਰਮੇਸ਼ਵਰ ਉਹ ਇਨਸਾਨ ਦੇ ਜੀਵਨ ਦੇ ਵਿੱਚ ਉਹ ਸ਼ਾਂਤੀ ਦੇਣਾ ਚਾਹੁੰਦੇ ਨੇ। ਔਰ ਪਰਮੇਸ਼ਵਰ ਕੀ ਹੈ, ਉਹ ਇਨਸਾਨ ਦੇ ਜੀਵਨ ਦੇ ਵਿੱਚ ਇਹ ਜੋ ਨੰਗਾਪਣ ਹੈ, ਔਰ ਜੋ ਨੰਗਾਪਣ ਪਾਪ ਨੂੰ ਦੱਸਦਾ ਗਾ, ਉਸ ਪਾਪ ਨੂੰ, ਉਸ ਨੰਗੇਪਣ ਨੂੰ ਪਰਮੇਸ਼ਵਰ ਢੱਕਣਾ ਚਾਹੁੰਦੇ ਨੇ। ਲੇਕਿਨ ਢੱਕਣ ਕੇ ਪਰਮੇਸ਼ਵਰ ਕਿਸ ਤਰ੍ਹਾਂ, ਕਿਉਂਕਿ ਇੱਕ ਵਾਰ ਪ੍ਰਭੂ ਯਿਸੂ ਮਸੀਹ ਨੇ ਗੱਲ ਕੀਤੀ ਕਿ ਜੋ ਸਵਰਗ ਦਾ ਰਾਜ ਹੈ, ਸਵਰਗ ਦਾ ਰਾਜ ਕੈਸਾ ਗਾ, ਇੱਕ ਰਾਜੇ ਦੇ ਸਮਾਨ ਹੈ ਕਿ ਉਸਨੇ ਆਪਣੇ ਬੇਟੇ ਦਾ ਵਿਆਹ ਕਰਨਾ ਸੀਗਾ। ਔਰ ਵਿਆਹ ਕਰਨਾ ਸੀਗਾ ਤਾਂ ਉਸਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਜਿਹਨਾਂ ਨੂੰ ਮੈਂ ਸੱਦਾ ਦਿੱਤਾ ਗਾ, ਉਹਨਾਂ ਨੂੰ ਜਾ ਕੇ ਕੀ ਕਰੋ, ਉਹਨਾਂ ਨੂੰ ਬੁਲਾ ਕੇ ਲੈ ਕੇ ਆਓ। ਕਿਉਂ, ਕਿਉਂਕਿ ਮੇਰੇ ਘਰ ਦੇ ਵਿੱਚ ਜੋ ਖਾਣਾ ਗਾ ਉਹ ਖਾਣਾ ਤਿਆਰ ਹੈ। ਔਰ ਖਾਣਾ ਕੀ ਹੈ, ਤਿਆਰ ਹੈ। ਔਰ ਜੋ ਲੋਕ ਨੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ। ਹੁਣ ਦੇਖੋ ਉਹ ਬੁਲਾਉਣ ਵਾਸਤੇ ਚਲੇ ਗਏ, ਪਰ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਲੋਕਾਂ ਨੇ ਕੋਈ ਬਹਾਨਾ ਮਾਰਿਆ ਵੀ ਅਸੀਂ ਨਹੀਂ ਆ ਸਕਦੇ, ਮੈਂ ਤਾਂ ਕੰਮ ਚੱਲਿਆਗਾ, ਮੈਂ ਤਾਂ ਖੇਤ ਖਰੀਦਿਆਗਾ, ਮੈਂ ਤਾਂ ਬਲਦ ਖਰੀਦਣ, ਜਾਂ ਮੇਰਾ ਵਿਆਹ ਹੋਇਆਗਾ, ਮੈਂ ਨਹੀਂ ਆ ਸਕਦਾ। ਮਤਲਬ ਉਹਨਾਂ ਲੋਕਾਂ ਨੇ ਮਨਾ ਕੀਤਾ। ਇਹੀ ਗੱਲ ਜਦ ਰਾਜੇ ਨੂੰ ਪਤਾ ਚੱਲ ਗਈ ਤਾਂ ਰਾਜੇ ਨੂੰ ਗੁੱਸਾ ਆਇਆ, ਤਾਂ ਉਸਨੇ ਕਿਹਾ ਚਲੋ ਛੱਡੋ ਉਹਨਾਂ ਨੂੰ। ਹੁਣ ਐਸੇ ਲੋਕ ਕਰੋ ਕਿ ਜਿਹੜੇ ਗਰੀਬ ਨੇ, ਜਿਹੜੇ ਕੰਗਾਲ ਨੇ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਮਤਲਬ ਐਸੇ ਲੋਕਾਂ ਨੂੰ ਤੁਸੀਂ ਇਕੱਠਾ ਕਰੋ, ਐਸੇ ਲੋਕਾਂ ਨੂੰ ਇਕੱਠਾ ਕਰੋ। ਔਰ ਇਕੱਠਾ ਕਰੋ ਤੇ ਉਹਨਾਂ ਨੂੰ ਕੀ ਕਰੋ, ਉਹਨਾਂ ਨੂੰ ਤੁਸੀਂ ਲੈ ਕੇ ਆਓ। ਚਾਹੇ ਕੋਈ ਭਿਖਾਰੀ ਹੈ, ਚਾਹੇ ਕੋਈ ਰਸਤੇ ਵਿੱਚ ਬੈਠਾ ਹੈ, ਚਾਹੇ ਜਿੱਥੇ ਮਰਜ਼ੀ, ਜੈਸਾ ਵੀ ਇਨਸਾਨ ਹੈ, ਉਹਨੂੰ ਕੀ ਕਰੋ, ਉਹਨੂੰ ਤੁਸੀਂ ਲੈ ਕੇ ਆਓ। ਕਿਉਂ ਲੈ ਕੇ ਆਓ, ਕਿਉਂਕਿ ਮੇਰੇ ਬੇਟੇ ਦਾ ਵਿਆਹ ਹੈਗਾ, ਔਰ ਜੋ ਖਾਣਾ ਤਿਆਰ ਕੀਤਾ ਹੈਗਾ ਉਹ ਖਾਣਾ ਉਹ ਆ ਕੇ ਖਾਣ। ਹੁਣ ਦੇਖੋ ਨੌਕਰ ਲੋਕ ਚਲੇ ਗਏ, ਉੱਥੇ ਉਹਨਾਂ ਨੂੰ ਬਹੁਤ ਸਾਰੇ ਲੋਕ ਮਿਲੇ, ਬਹੁਤ ਸਾਰੇ ਐਸੇ ਲੋਕ ਮਿਲੇ ਜੋ ਗਰੀਬ ਸੀਗੇ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਕਦੇ ਕਿਸੇ ਨੂੰ ਬੁਲਾਇਆ ਨਹੀਂ ਸੀਗਾ। ਹੁਣ ਐਸੇ ਲੋਕਾਂ ਨੇ ਜਦੋਂ ਵਿਆਹ ਦੇ ਵਿੱਚ ਆਉਣਾਗਾ, ਤਾਂ ਵਿਆਹ ਦੇ ਵਿੱਚ ਆਉਣਾਗਾ ਤਾਂ ਸਹੀ ਦੇ ਵਿੱਚ ਹੁਣ ਉਹ ਲੋਕ ਚਾਹੇ ਨਹਾਏ ਚਾਹੇ ਨਹੀਂ ਨਹਾਏ, ਲੇਕਿਨ ਉਹਨਾਂ ਲਵੇ ਹੋ ਸਕਦਾ ਕੱਪੜਾ ਸੀਗਾ, ਜੋ ਕੱਪੜਾ ਉਹਨਾਂ ਲਵੇ ਹੈ ਨਹੀਂ ਸੀਗਾ ਕਿਸੇ ਵੀ ਤਰ੍ਹਾਂ ਦਾ। ਲੇਕਿਨ ਕਿਉਂ, ਕਿਉਂਕਿ ਜਦ ਉਹਨਾਂ ਲਵੇ ਕੱਪੜੇ ਵਧੀਆ ਹੁੰਦੇ ਤਾਂ ਫਿਰ ਉਹ ਕਿਸੇ ਘਰੇ ਜਾਇਆ ਵੀ ਕਰਦੇ। ਹੁਣ ਦੇਖੋ ਹੈਗੇ ਐਸੇ ਲੋਕ ਸੀਗੇ ਕਿ ਉਹਨਾਂ ਨੇ ਕੋਈ ਕੱਪੜਾ ਹੀ ਨਹੀਂ, ਕੱਪੜਾ ਨਹੀਂ। ਹੁਣ ਰਾਜਾ ਵੀ ਗੱਲ ਚੰਗੀ ਤਰ੍ਹਾਂ ਜਾਣਦਾ ਸੀਗਾ ਵੀ ਜਿਹੜੇ ਲੋਕਾਂ ਨੂੰ ਮੈਂ ਬੁਲਾ ਰਿਹਾ ਵਿਆਹ ਦੇ ਵਿੱਚ, ਅਗਰ ਉਹ ਲੋਕ ਇਸ ਤਰ੍ਹਾਂ ਹੀ ਆ ਗਏ, ਫਟੇ ਪੁਰਾਣੇ ਕੱਪੜੇ ਲੈ ਕੇ ਆ ਗਏ, ਜਾਂ ਕਈ ਲੋਕਾਂ ਦੇ ਕੱਪੜੇ ਨਾ ਧੋਤੇ ਹੋਏ, ਜਦ ਉਹ ਇੱਥੇ ਆ ਗਏ ਤਾਂ ਕੀ ਹੋ ਜਾਊਗਾ, ਉਹ ਲੋਕਾਂ ਤੋਂ
ਬਦਬੂ ਆਊਗੀ, ਔਰ ਬਦਬੂ ਆਊਗੀ ਜਿਹੜੇ ਹੋਰ ਲੋਕ ਨੇ ਵਿਆਹ ਦੇ ਵਿੱਚ, ਤੇ ਉਹ ਲੋਕਾਂ ਨੂੰ ਕੀ ਲੱਗੂਗਾ? ਬੁਰਾ ਲੱਗੂਗਾ। ਇਸ ਕਰਕੇ ਰਾਜੇ ਨੇ ਕੀ ਕੀਤਾ? ਉਹਨਾਂ ਲਈ ਕੱਪੜਿਆਂ ਦਾ ਇੰਤਜ਼ਾਮ ਕਰਤਾ। ਕੱਪੜੇ ਦਾ ਇੰਤਜ਼ਾਮ ਕਰਤਾ ਕਾਹਦੇ ਲਈ? ਲੈ ਜਾ ਕੇ ਜਿਹੜੇ ਲੋਕ ਆਉਣਗੇ ਨਾ ਉਹਨਾਂ ਨੂੰ ਜਾ ਕੇ ਕੱਪੜੇ ਵੀ ਦੇ ਕੇ ਆਇਓ, ਕਿਉਂਕਿ ਨਹਾ ਧੂ ਕੇ ਐਨ ਸਾਫ਼ ਸੁਥਰੇ ਬਣ ਕੇ ਕੱਪੜੇ ਪਾ ਕੇ ਆਉਣਾ। ਔਰ ਹੋਇਆ ਕੀ? ਬਾਈਬਲ ਦੇ ਵਿੱਚ ਆਪਾਂ ਪੜਾਂਗੇ, ਮੱਤੀ ਉਹਦਾ 22 ਅਧਿਆਇ ਉਹਦਾ 11 ਪੜੋ। ਪਰ ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਦਿਖਾ ਜਿਹੜਾ ਵਿਆਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ। ਹੁਣ ਦੇਖੋ, ਜਦ ਰਾਜਾ ਨੂੰ ਦੱਸਿਆ ਗਿਆ ਕਿ ਰਾਜਾ ਸਾਰੇ ਲੋਕ ਇਕੱਠੇ ਹੋ ਚੁੱਕੇ ਨੇ, ਔਰ ਰਾਜਾ ਖੁਸ਼ ਹੋ ਗਿਆ। ਰਾਜਾ ਆਇਆ। ਹੁਣ ਦੇਖੋ ਇਹਨਾਂ ਲੋਕਾਂ ਦੇ ਵਿੱਚ ਰਾਜੇ ਨੇ ਇੱਕ ਇਨਸਾਨ ਦੇਖਿਆ। ਕਿਹੜਾ ਇਨਸਾਨ ਦੇਖਿਆ? ਕਿ ਜਿਹਦੇ ਉੱਪਰ ਕੱਪੜਾ ਹੈ ਨਹੀਂ। ਕੱਪੜਾ ਕਿਹੜਾ? ਜਿਹੜਾ ਮਤਲਬ ਸਪੈਸ਼ਲ ਪਰ ਰਾਜੇ ਨੇ ਭੇਜਿਆ ਸੀਗਾ। ਹੁਣ ਦੇਖੋ ਸਾਰੇ ਲੋਕਾਂ ਨੂੰ ਦੇਖਿਆਗਾ। ਹੁਣ ਦੇਖੋ ਸਕੂਲ ਵਿੱਚ ਜਾਂਦੇ ਆਪਾਂ, ਸਕੂਲ ਦੇ ਵਿੱਚ ਸਾਰੇ ਬੱਚਿਆਂ ਨੇ ਵਰਦੀ ਪਾਈ ਹੁੰਦੀ ਹੈ, ਤਾਂ ਸਾਰੇ ਇੱਕ ਵਰਗੇ ਲੱਗਦੇ ਨੇ। ਅਗਰ ਉਹਨਾਂ ਵਿੱਚ ਇੱਕ ਬੱਚਾ ਐਸਾ ਗਾ ਜਿਹਨੇ ਵਰਦੀ ਨਾ ਪਾਈ ਹੋਵੇ, ਉਹ ਕੀ ਹੋ ਜਾਂਦਾ? ਉਹ ਅਲੱਗ ਦਿਖਦਾ ਗਾ। ਇਸੇ ਤਰ੍ਹਾਂ ਜਦ ਰਾਜੇ ਨੇ ਨਜ਼ਰ ਮਾਰੀ, ਲੋਕਾਂ ਵੱਲ ਦੇਖਿਆ, ਤਾਂ ਉਸਨੂੰ ਸਾਰੇ ਲੋਕ ਇੱਕੋ ਵਰਗੇ ਲੱਗੇ ਵੀ ਸਾਰਿਆਂ ਨੇ ਵਿਆਹ ਵਾਲੇ ਕੱਪੜੇ ਪਾਏ ਹੋਏ ਨੇ। ਲੇਕਿਨ ਐਸਾ ਇਨਸਾਨ ਇੱਕ ਮਿਲਿਆ ਕਿ ਜਿਹੜਾ ਕੱਪੜੇ ਦਾ ਪਾ ਕੇ ਆਇਆ ਸੀਗਾ, ਲੇਕਿਨ ਵਿਆਹ ਵਾਲੇ ਕੱਪੜੇ ਨਹੀਂ ਪਾ ਕੇ ਆਇਆ ਸੀਗਾ। ਫਿਰ ਕੀ ਕਿਹਾ ਉਹਨੂੰ? ਅਤੇ ਉਹਨੂੰ ਕਿਹਾ, ਭਈ ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰ੍ਹਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ। ਦੇਖੋ ਕੀ ਕਿਹਾ ਵੀ ਤੂੰ ਵਿਆਹ ਵਿੱਚ ਤਾਂ ਆ ਗਿਆ, ਲੇਕਿਨ ਜਿਹੜੇ ਵਿਆਹ ਵਾਲੇ ਕੱਪੜੇ ਭੇਜੇ ਸੀਗੇ ਉਹ ਨਹੀਂ ਤੂੰ ਪਾ ਕੇ ਆਇਆ, ਉਹ ਤੂੰ ਪਾ ਕੇ ਨਹੀਂ ਆਇਆ। ਔਰ ਸਹੀ ਦੇ ਵਿੱਚ ਉਹ ਕੀ ਹੋਇਆ? ਉਹ ਸ਼ਰਮਿੰਦਾ ਹੋਇਆ, ਉਹ ਚੁੱਪ ਕਰਿਆ। ਇਹਦਾ ਮਤਲਬ ਕਿ ਸੱਦਾ ਤੁਹਾਨੂੰ ਮਿਲਿਆ ਸੀਗਾ, ਉਹਨੂੰ ਬੁਲਾਵਾ ਤਾਂ ਸੀਗਾ ਉਹਨੂੰ, ਲੇਕਿਨ ਸਹੀ ਦੇ ਵਿੱਚ ਉਹਨੂੰ ਕੱਪੜੇ ਵੀ ਦਿੱਤੇ ਸੀਗੇ। ਇਹਦਾ ਇਹ ਮਤਲਬ ਨਹੀਂ ਕਿ ਉਹਨੂੰ ਕੱਪੜੇ ਨਹੀਂ ਮਿਲੇ ਸੀਗੇ, ਉਹਨੂੰ ਕੱਪੜੇ ਵੀ ਦਿੱਤੇ ਗਏ ਸੀਗੇ, ਲੇਕਿਨ ਉਸਨੇ ਕੀ ਸੋਚਿਆ ਹੋਊਗਾ ਵੀ ਛੱਡ ਪਰੇ, ਕੋਈ ਗੱਲ ਨਹੀਂ, ਚੱਲ ਜਾਓ ਇਸ ਤਰ੍ਹਾਂ ਹੀ। ਜਾਂ ਕੁਛ ਵੀ ਮਨ ਦੇ ਵਿੱਚ ਐਸਾ ਵਿਚਾਰ ਕੀਤਾ, ਉਹਨੇ ਕੁਛ ਵੀ ਸੋਚਿਆ, ਮਤਲਬ ਕੁਛ ਮਨ ਦੇ ਵਿੱਚ ਖਿਆਲ ਲੈ ਕੇ ਆਇਆ, ਉਹ ਕੀ ਹੋਇਆ? ਚਲਾ ਗਿਆ ਵਿਆਹ ਦੇ ਵਿੱਚ ਇਸ ਤਰ੍ਹਾਂ ਹੀ। ਲੇਕਿਨ ਹੋਇਆ ਕੀ ਕਿ ਜਦ ਉਸਨੂੰ ਪੁੱਛਿਆ ਤਾਂ ਜੋ ਮਾਲਕ ਸੀਗਾ ਉਹ ਬਹੁਤ ਕ੍ਰੋਧਵਾਨ ਹੋਇਆ, ਔਰ ਉਸ ਤੋਂ ਬਾਅਦ ਉਸ ਨੂੰ ਬੰਨ ਕੇ ਬਾਹਰ ਸੁੱਟਤਾ। ਉਹਨੂੰ ਬੰਨ ਕੇ ਬਾਹਰ ਸੁੱਟਤਾ। ਔਰ ਲਿਖਿਆ ਬਾਈਬਲ ਦੇ ਵਿੱਚ, ਲੂਕਾ ਉਹਦਾ 14 ਅਧਿਆਇ ਉਹਦਾ 15 ਵਚਨ ਪੜੋ। ਉਹਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਗੱਲਾਂ ਨੂੰ ਸੁਣ ਕੇ ਉਹਨੂੰ ਕਿਹਾ ਕਿ ਧੰਨ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਰੋਟੀ ਖਾਊਗਾ। ਹੁਣ ਦੇਖੋ, ਇਹ ਵੀ ਇੱਕ ਉਹਦੇ ਨਾਲ ਦੀ ਗੱਲ ਹੈ। ਕੀ ਕਿਹਾ ਉੱਥੇ? ਵੀ ਧੰਨ ਆ ਉਹ ਇਨਸਾਨ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਕੀ ਕਰੂਗਾ? ਰੋਟੀ ਖਾਏਗਾ। ਇਹਦਾ ਮਤਲਬ ਕਿ ਪਰਮੇਸ਼ਵਰ ਦੇ ਰਾਜ ਦੇ ਵਿੱਚ ਕੀ ਹੈ? ਉਹਦਾ ਖਾਣ ਦੇ ਲਈ ਬਹੁਤ ਕੁਛ ਹੈ। ਔਰ ਲਿਖਿਆਗਾ 24 ਪੜੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਈ ਉਹਨਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ, ਇੱਕ ਵੀ ਮੇਰਾ ਖਾਣਾ ਨਾ ਚੱਖੇਗਾ। ਹੁਣ ਦੇਖੋ ਇੱਥੇ ਵੀ ਮਤਲਬ ਇਹ ਉਹੀ ਗੱਲ ਹੈ ਕਿ ਜੋ ਰਾਜਕੁਮਾਰ ਸੀਗਾ ਉਹਦਾ ਵਿਆਹ ਸੀਗਾ। ਮਤਲਬ ਜਿਹੜੇ ਲੋਕ ਬੁਲਾਏ ਗਏ ਉਹਨਾਂ ਦੇ ਵਿੱਚੋਂ, ਮਤਲਬ ਜਿਹੜੇ ਬੁਲਾਏ ਗਏ ਲੇਕਿਨ ਸੱਦੇ ਹੋਏ ਸੀਗੇ ਜਿਹੜੇ, ਔਰ ਉਹ ਲੋਕ ਸਹੀ ਨਹੀਂ ਨਿਕਲੇ, ਉਹ ਲੋਕ ਨਿਕੰਮੇ ਨਿਕਲੇ, ਉਹ ਲੋਕ ਨਲਾਇਕ ਨਿਕਲੇ, ਤੇ ਉਹਨਾਂ ਦੇ ਵਿੱਚੋਂ ਇੱਕ ਵੀ ਇਨਸਾਨ ਪਰਮੇਸ਼ਵਰ ਦਾ ਮਤਲਬ ਵਚਨ ਦੱਸਦਾ ਵੀ ਮੇਰਾ ਖਾਣਾ ਨਹੀਂ ਖਾਏਗਾ। ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੇ ਕੀ ਕਹੀ? ਇੱਕ ਉਦਾਹਰਨ ਦਿੱਤੀ। ਔਰ ਉਦਾਹਰਨ ਕਿਹੜੀ ਦਿੱਤੀ? ਕਿ ਸਵਰਗ ਦਾ ਰਾਜ ਐਸਾ ਗਾ। ਮਤਲਬ ਕਿ ਪਰਮੇਸ਼ਵਰ ਹੈ ਜੋ, ਉਹ ਤਾਂ ਇਹੀ ਚਾਹੁੰਦੇ ਨੇ ਕਿ ਸਵਰਗ ਦੇ ਵਿੱਚ ਸਾਰੇ ਲੋਕ ਆ ਜਾਣ। ਸੱਦਾ ਤਾਂ ਸਾਰਿਆਂ ਨੂੰ ਹੀ ਹੈ ਕਿ ਸਾਰੇ ਲੋਕ ਕੀ ਕਰਨ? ਸਵਰਗ ਦੇ ਵਿੱਚ ਆ ਜਾਣ। ਪ੍ਰਭੂ ਯਿਸੂ ਮਸੀਹ ਵੀ ਇਹੀ ਚਾਹੁੰਦੇ ਨੇ ਕਿ ਸਾਰੇ ਲੋਕ ਸਵਰਗ ਦੇ ਵਿੱਚ ਆ ਜਾਣ। ਹੁਣ ਦੇਖੋ ਇਨਸਾਨ ਦੇ ਜੀਵਨ ਦੇ ਵਿੱਚ ਝੂਠ ਵੀ ਹੈ, ਇਨਸਾਨ ਦੇ ਜੀਵਨ ਵਿੱਚ ਗਾਲਾਂ ਨੇ, ਇਨਸਾਨ ਦੇ ਜੀਵਨ ਵਿੱਚ ਨਸ਼ਾ ਗਾ, ਲੜਾਈ ਝਗੜਾ ਗਾ, ਮਤਲਬ ਬਹੁਤ ਕੁਛ ਐਸੀਆਂ ਗੱਲਾਂ ਨੇ ਜੋ ਇਨਸਾਨ ਦੇ ਜੀਵਨ ਦੇ ਵਿੱਚ ਨੇ। ਲੇਕਿਨ ਸਹੀ ਦੇ ਵਿੱਚ ਇਹ ਸਾਰੀਆਂ ਗੱਲਾਂ ਕੀ ਦਿਖਾਉਂਦੀਆਂ ਨੇ? ਕਿ ਉਹਦੇ ਜੀਵਨ ਦੇ ਵਿੱਚ ਨੰਗਾਪਨ ਹੈ। ਹੁਣ ਸਵਰਗ ਕੀ ਹੈ? ਉਹ ਤਾਂ ਪਵਿੱਤਰ ਹੈ। ਉੱਥੇ ਸਵਰਗ ਦੂਤ ਕੀ ਨੇ? ਉਹ ਵੀ ਪਵਿੱਤਰ ਹੈ। ਅਬ ਜਿੰਨਾ ਕੁਛ ਵੀ ਸਵਰਗ ਦੇ ਵਿੱਚ ਹੈ ਉਹ ਸਾਰਾ ਕੁਛ ਕੀ ਹੈ? ਉੱਥੇ ਪਵਿੱਤਰ ਹੀ ਪਵਿੱਤਰ ਹੈ। ਲੇਕਿਨ ਇਨਸਾਨ ਦੇ ਜੀਵਨ ਦੇ ਵਿੱਚ ਦੇਖੋ, ਕ੍ਰੋਧ, ਨਸ਼ਾ, ਲੜਾਈ ਝਗੜਾ, ਈਰਖਾ, ਗੁੱਸਾ, ਵੈਰ ਵਿਰੋਧ, ਇਹ ਸਾਰਾ ਕੁਛ ਇਨਸਾਨ ਦੇ ਜੀਵਨ ਦੇ ਵਿੱਚ ਹੈ। ਅਗਰ ਕੋਈ ਵੀ ਇਨਸਾਨ ਇੱਥੋਂ ਇਹੀ ਸੁਭਾਅ ਲੈ ਕੇ ਉੱਥੇ ਚਲਾ ਗਿਆ ਤਾਂ ਉੱਥੇ ਕੌਣ ਸ਼ਰਮਿੰਦਾ ਹੋਊਗਾ? ਉਹਦਾ ਪਰਮੇਸ਼ਵਰ ਸ਼ਰਮਿੰਦਾ ਹੋਊਗਾ। ਦੂਤ ਕੀ ਕਰਨਗੇ? ਪਰਮੇਸ਼ਵਰ ਕਿਹੋ ਜਿਹਾ ਇਨਸਾਨ ਆ ਗਿਆ ਇੱਥੇ, ਇਹ ਇਨਸਾਨ ਕਿਹੋ ਜਿਹਾ ਆ ਗਿਆ। ਲੇਕਿਨ ਉੱਥੇ ਜੋ ਉਦਾਹਰਨ ਦਿੱਤੀ ਹੈ ਕਿ ਪਰਮੇਸ਼ਵਰ ਮਤਲਬ ਇੱਕ ਜੋ ਰਾਜਾ ਸੀਗਾ, ਉਹਨੇ ਆਪਣੇ ਬੇਟੇ ਦਾ ਵਿਆਹ ਕਰਨਾ ਸੀਗਾ। ਇਹਦਾ ਮਤਲਬ ਕਿ ਰਾਜੇ ਨੇ ਕੀ ਭੇਜਿਆ ਸੀਗਾ? ਉਹਨਾਂ ਲਈ ਕੱਪੜੇ ਭੇਜੇ ਸੀਗੇ। ਕੱਪੜੇ ਕਿ ਉਹ ਕੱਪੜਾ ਪਾ ਲੈਣ, ਕੱਪੜਾ ਪਾ ਕੇ ਵਿਆਹ ਦੇ ਵਿੱਚ ਆਉਣ, ਤਾਂ ਕਿ ਲੋਕਾਂ ਨੂੰ ਕੀ ਲੱਗੇ ਕਿ ਰਾਜੇ ਦੇ ਬੇਟੇ ਦਾ ਵਿਆਹ ਹੈਗਾ।
ਔਰ ਸਾਰਿਆਂ ਦੇ ਕੱਪੜੇ ਨੂੰ ਉਹ ਇੱਕੋ ਹੀ ਵਰਗੇ ਨੇ। ਹੁਣ ਦੇਖਣ ਵਾਲੇ ਨੂੰ ਕੋਈ ਪਤਾ ਨਹੀਂ ਹੈ ਕਿ ਉਹ ਇਨਸਾਨ ਕੈਸਾ ਗਾ, ਉਹ ਗਰੀਬ ਹੈ, ਉਹ ਭਿਖਾਰੀ ਹੈ, ਉਹ ਲੰਗੜਾ ਗਾ, ਉਹ ਕੈਸਾ ਗਾ ਜਾਂ ਕਿਹੜੀ ਜਾਤ ਦਾ ਗਾ। ਉੱਥੇ ਇਹ ਗੱਲ ਮਾਇਨੇ ਨਹੀਂ ਰੱਖਦੀ, ਲੇਕਿਨ ਮਾਇਨਾ ਕੀ ਰੱਖਦਾ ਸੀਗਾ ਉੱਥੇ ਕਿ ਕੱਪੜੇ ਕੈਸੇ ਪਾਏ ਹੋਏ ਉਹਨਾਂ ਲੋਕਾਂ ਨੇ। ਲੇਕਿਨ ਅੱਜ ਦੇਖੋ ਇਨਸਾਨ ਜੋ ਕੱਪੜਾ ਪਾ ਰਿਹਾ ਗਾ, ਅੱਜ ਇਨਸਾਨ ਜੋ ਕੱਪੜਾ ਪਾ ਰਿਹਾ ਗਾ ਉਹਨੂੰ ਕੀ ਲੱਗਦਾ ਗਾ ਕਿ ਮੈਂ ਜੋ ਕੱਪੜਾ ਪਾ ਰਿਹਾ ਗਾ ਇਹ ਮੇਰੀ ਮਤਲਬ ਜੋ ਮੇਰੀ ਦਿਖਾਵਾ ਗਾ, ਮਤਲਬ ਜਿਹੜੀ ਜੋ ਮੇਰੀ ਲੋਕ ਮੈਨੂੰ ਦੇਖਣ ਉਹ ਮੇਰੇ ਕੱਪੜੇ ਤੋਂ ਪਹਿਚਾਣ ਹੋਵੇ, ਜੋ ਮੇਰੀ ਪਹਿਚਾਣ ਹੈ ਉਹ ਮੇਰੇ ਕੱਪੜੇ ਤੋਂ ਹੋਵੇ। ਅੱਜ ਲੋਕ ਜ਼ਿਆਦਾਤਰ ਮਹਿੰਗਾ ਕੱਪੜਾ ਪਾ ਰਹੇ ਨੇ, ਲੇਕਿਨ ਸਹੀ ਦੇ ਵਿੱਚ ਜੋ ਨੰਗਾਪਨ ਹੈ ਇਨਸਾਨ ਦਾ, ਚਾਹੇ ਉਹਨੇ ਕੱਪੜਾ ਪਾਇਆ ਹੋਇਆ ਗਾ, ਲੇਕਿਨ ਉਹ ਨੰਗਾਪਨ ਪਰਮੇਸ਼ਵਰ ਦੇ ਸਾਹਮਣੇ ਦਿਖਾਈ ਦਿੰਦਾ ਗਾ। ਉਹ ਨੰਗਾਪਨ ਪਰਮੇਸ਼ਵਰ ਦੇ ਸਾਹਮਣੇ ਦਿਖਾਈ ਦਿੰਦਾ ਗਾ, ਚਾਹੇ ਇਨਸਾਨ ਜੈਸੇ ਮਰਜ਼ੀ ਕੱਪੜੇ ਪਾ ਲਵੇ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਕੱਪੜੇ ਤਾਂ ਮੈਂ ਵੀ ਦਿੰਦਾ, ਕਿਉਂਕਿ ਬਾਈਬਲ ਵਿੱਚ ਲਿਖਿਆ ਵੀ ਸਵਰਗ ਦਾ ਰਾਜ ਕੈਸਾ ਗਾ, ਇੱਕ ਰਾਜੇ ਵਰਗਾ ਗਾ ਜਿਹਨੇ ਆਪਣੇ ਬੇਟੇ ਦਾ ਵਿਆਹ ਕਰਨਾ ਸੀਗਾ। ਔਰ ਉਸਨੇ ਲੋਕਾਂ ਨੂੰ ਬੁਲਾਇਆ ਲੇਕਿਨ ਲੋਕ ਨਹੀਂ ਆਏ, ਲੇਕਿਨ ਨਕੰਮੇ ਲੋਕਾਂ ਨੂੰ ਫੜਿਆ, ਬਾਅਦ ਦੇ ਵਿੱਚ ਭਿਖਾਰੀ ਲੋਕਾਂ ਨੂੰ ਫੜਿਆ, ਗਰੀਬ ਲੋਕਾਂ ਨੂੰ ਫੜਿਆ ਕਿ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਸੀਗਾ। ਔਰ ਨਾਲ ਹੀ ਪਰਮੇਸ਼ਵਰ ਨੇ ਉਹਨਾਂ ਲਈ ਇੱਕ ਪ੍ਰਬੰਧ ਵੀ ਕੀਤਾ, ਕਾਹਦੇ ਲਈ ਕਿ ਇਹਨਾਂ ਨੂੰ ਕੱਪੜੇ ਦੇ ਦਿਓ, ਕਿਉਂਕਿ ਨੰਗੇ ਨਹੀਂ ਹੈ। ਅਗਰ ਨੰਗੇ ਆ ਗਏ ਤਾਂ ਫਿਰ ਮੇਰੀ ਕੀ ਹੋਊਗੀ, ਮੇਰੀ ਇੱਜ਼ਤ ਨਹੀਂ ਰਹਿਣੀ। ਇਸ ਕਰਕੇ ਪਰਮੇਸ਼ਵਰ ਨੇ ਉਹਨਾਂ ਲਈ ਕੱਪੜਿਆਂ ਦਾ ਵੀ ਹੱਲ ਕੀਤਾ, ਕਿਉਂਕਿ ਜੋ ਨੰਗਾਪਨ ਹੈ ਉਹ ਨੰਗਾਪਨ ਪਰਮੇਸ਼ਵਰ ਨੂੰ ਕਦੇ ਵੀ ਪਸੰਦ ਨਹੀਂ। ਔਰ ਲਿਖਿਆ ਬਾਈਬਲ ਦੇ ਵਿੱਚ ਇਹ ਪ੍ਰਕਾਸ਼ ਦੀ ਪੋਥੀ ਉਹਦਾ 19 ਅਧਿਆਇ ਉਹਦਾ 7 ਵਚਨ, ਆਓ ਅਸੀਂ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ। ਅਤੇ ਪਰਮੇਸ਼ਵਰ ਦਾ ਵਚਨ ਦੱਸਦਾ ਵੀ ਲੇਲੇ ਦਾ ਵਿਆਹ ਆ ਚੁੱਕਿਆ ਹੈਗਾ। ਆਪਾਂ ਕੀ ਕਰੀਏ, ਆਨੰਦ ਕਰੀਏ ਤੇ ਨਿਹਾਲ ਹੋਈਏ। ਫਿਰ ਅੱਗੇ, ਅਤੇ ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਲਾੜੀ ਉਹਦੀ ਤਿਆਰ ਹੋ ਚੁੱਕੀ ਹੈ, ਆਪਣੇ ਆਪ ਨੂੰ ਤਿਆਰ ਕਰ ਚੁੱਕੀ ਹੈ। ਫਿਰ 8ਵੀਂ ਪੜੋ, ਇਹ ਉਸ ਨੂੰ ਬਖਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ। ਹਾਂ, ਇਹ ਉਹਨੂੰ ਬਖਸ਼ਿਆ ਗਿਆ ਕਿ ਉਹ ਕੀ ਕਰੇ, ਭੜਕੀਲੇ ਤੇ ਸਾਫ਼ ਕਤਾਨ ਦੀ ਕੀ ਕਰੇ, ਪੁਸ਼ਾਕ ਪਾਵੇ, ਮਤਲਬ ਇਹ ਕੱਪੜੇ ਪਾਵੇ। ਫਿਰ ਕੀ ਹੈ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ। ਮਤਲਬ ਇਹ ਕਤਾਨ, ਮਤਲਬ ਇਹ ਕੰਮ ਕੀ ਹੈ, ਸੰਤਾਂ ਦਾ ਧਰਮੀ ਕੰਮ। ਮਤਲਬ ਜੋ ਕਤਾਨ ਹੈ, ਮਤਲਬ ਜੋ ਕੱਪੜੇ ਨੇ ਉਹ ਕੀ ਹੈ, ਉਹਦਾ ਕੰਮ ਨੇ। ਔਰ ਇਹ ਕੀ ਹੈ, ਧਰਮੀ। ਇੱਕ ਵਾਰ ਫਿਰ ਪੜੋ, ਇਹ ਉਸ ਨੂੰ ਬਖਸ਼ਿਆ ਗਿਆ, ਇਹ ਉਸ ਨੂੰ ਬਖਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ। ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਮਤਲਬ ਸਾਫ਼ ਕੱਪੜੇ ਪਾਵੇ, ਇਹ ਕੱਪੜੇ ਪਾਵੇ। ਫਿਰ ਇਹ ਕਤਾਨ ਦਾ ਸੰਤਾਂ ਦਾ ਧਰਮੀ ਕੰਮ ਹੈ। ਮਤਲਬ ਇਹ ਕੱਪੜੇ ਕੀ ਹੈ, ਧਰਮੀ ਕੰਮ, ਮਤਲਬ ਆਗਿਆਕਾਰੀ। ਮਤਲਬ ਪਰਮੇਸ਼ਵਰ ਤੇ ਦੱਸਣਾ ਚਾਹੁੰਦੇ ਨੇ, ਕੀ ਦੱਸਣਾ ਚਾਹੁੰਦੇ ਨੇ ਕਿ ਆਗਿਆਕਾਰੀ ਕਰੋ। ਹੁਣ ਜਿਹੜਾ ਆਗਿਆਕਾਰੀ ਕਰਨਾ ਚਾਹੁੰਦਾ ਗਾ ਕੀ ਉਹ ਝੂਠ ਬੋਲੇਗਾ? ਜਿਹੜਾ ਇਨਸਾਨ ਆਗਿਆਕਾਰੀ ਕਰਨਾ ਚਾਹੁੰਦਾ ਕੀ ਉਹ ਗਾਲਾਂ ਕੱਢੇਗਾ? ਜਿਹੜਾ ਆਗਿਆਕਾਰੀ ਕਰੇਗਾ ਕਿ ਉਹ ਨਸ਼ਾ ਕਰੇਗਾ? ਜਿਹੜਾ ਮਤਲਬ ਆਗਿਆਕਾਰੀ ਕਰੇਗਾ ਕਿ ਉਹ ਮਤਲਬ ਇਹ ਸੰਸਾਰ ਦੀਆਂ ਗੱਲਾਂ ਦੇ ਉੱਪਰ ਜਾਂ ਕਿਸੇ ਐਸੀਆਂ ਗੱਲਾਂ ਦੇ ਉੱਪਰ ਮਨ ਲਗਾਏਗਾ? ਉਹਦਾ ਮਨ ਨਹੀਂ ਲਗਾਏਗਾ। ਉਹਦਾ ਮਨ ਕਿੱਥੇ ਹੋਏਗਾ? ਉਹਦਾ ਮਨ ਤਾਂ ਸਵਰਗ ਦੇ ਵਿੱਚ ਹੋਏਗਾ, ਉਹਦਾ ਮਨ ਤਾਂ ਪਰਮੇਸ਼ਵਰ ਵੱਲ ਹੋਏਗਾ। ਮਤਲਬ ਜੋ ਪਰਮੇਸ਼ਵਰ ਨੂੰ ਪਸੰਦ ਹੈ ਉਹ ਇਨਸਾਨ ਤਾਂ ਆਗਿਆਕਾਰੀ ਦੇ ਵਿੱਚ ਉਹੀ ਕੰਮ ਕਰੇਗਾ। ਹੁਣ ਜਦ ਜਿਹੜਾ ਇਨਸਾਨ ਇਹ ਆਗਿਆਕਾਰੀ ਕਰੇਗਾ ਤਾਂ ਉਹ ਕੀ ਕਰੇਗਾ? ਉਹ ਜਦ ਸਵਰਗ ਦੇ ਵਿੱਚ ਜਾਏਗਾ ਤਾਂ ਸਵਰਗ ਦੇ ਵਿੱਚ ਜਿੰਨੇ ਵੀ ਚਾਹੇ ਸਵਰਗਦੂਤ ਨੇ, ਚਾਹੇ ਜਿੰਨੇ ਵੀ ਲੋਕ ਪਹਿਲਾਂ ਉੱਥੇ ਪਹੁੰਚ ਚੁੱਕੇ ਨੇ, ਉਹ ਲੋਕ ਸਾਰੇ ਕੈਸੇ ਨੇ? ਉਹ ਸਾਰੇ ਆਗਿਆਕਾਰੀ ਕਰਨ ਵਾਲੇ ਨੇ। ਉਹ ਲੋਕ ਸਾਰੇ ਹੀ ਆਗਿਆਕਾਰੀ ਕਰਨ ਵਾਲੇ ਨੇ, ਚਾਹੇ ਸਵਰਗਦੂਤ ਨੇ। ਅਗਰ ਸਵਰਗਦੂਤ ਨੂੰ ਪਰਮੇਸ਼ਵਰ ਕੋਈ ਆਗਿਆ ਦਿੰਦਾ ਗਾ ਤਾਂ ਉਹ ਕੀ ਹੈ, ਸਵਰਗ ਛੱਡ ਕੇ ਇਸ ਧਰਤੀ ਉੱਪਰ ਆਉਂਦਾ ਗਾ। ਮਰੀਅਮ ਦੇ ਸਮੇਂ ਦੇਖੋ, ਜਦ ਯਿਸੂ ਮਸੀਹ ਨੇ ਇਸ ਧਰਤੀ ਉੱਪਰ ਆਉਣਾ ਸੀਗਾ, ਉਦੋਂ ਕੌਣ ਆਇਆ? ਉਦੋਂ ਸਵਰਗਦੂਤ ਆਇਆ। ਕਿੰਨੀ ਵਾਰ ਧਰਤੀ ਉੱਪਰ ਸਵਰਗਦੂਤ ਆ ਕੇ ਗਏ ਨੇ, ਕਿੰਨੀ ਵਾਰ ਆ ਗਏ ਨੇ। ਇਹਦਾ ਮਤਲਬ ਕਿ ਸਵਰਗ ਦੇ ਵਿੱਚ ਸਵਰਗਦੂਤ ਕੀ ਕਰਦੇ ਨੇ? ਪਰਮੇਸ਼ਵਰ ਦੀ ਆਗਿਆਕਾਰੀ ਕਰਦੇ ਨੇ। ਔਰ ਇਸ ਧਰਤੀ ਉੱਪਰ ਜੋ ਇਨਸਾਨ ਹੈ, ਹਾਲੇਲੂਇਆ ਹਾਲੇਲੂਇਆ, ਜੋ ਇਨਸਾਨ ਹੈ ਅਗਰ ਉਹ ਆਗਿਆਕਾਰੀ ਕਰੇ, ਇਸ ਧਰਤੀ ਦੇ ਉੱਪਰ, ਤਾਂ ਇਹ ਕੀ ਉਹਦੇ ਲਈ? ਇਹ ਕੀ ਉਹਦੇ ਲਈ? ਕੱਪੜੇ ਨੇ। ਇਹ ਕੀ ਉਹਦੇ ਲਈ? ਇਹ ਕੱਪੜੇ ਨੇ ਉਹਦੇ ਲਈ। ਜਿਹੜੀ ਕਤਾਨ ਹੈ ਨਾ, ਕਤਾਨ ਕੀ ਹੈ? ਸੰਤਾਂ ਦਾ ਧਰਮੀ ਕੰਮ। ਮਤਲਬ ਇਹ ਕੀ ਹੈ? ਇਹ ਆਗਿਆਕਾਰੀ ਹੈ। ਮਤਲਬ ਪਰਮੇਸ਼ਵਰ ਕੀ ਦਿੰਦੇ ਨੇ? ਇਨਸਾਨ ਨੂੰ ਇਹ ਦਿੰਦੇ ਨੇ। ਹੁਣ ਜਿਹੜਾ ਇਨਸਾਨ ਆਗਿਆਕਾਰੀ ਕਰਦਾ ਸਵਰਗ ਵਿੱਚ ਚਲਾ ਗਿਆ ਤਾਂ ਫਿਰ ਸਵਰਗਦੂਤ ਕਹਿਣਗੇ ਉੱਥੇ ਪਰਮੇਸ਼ਵਰ ਨੂੰ, ਪਰਮੇਸ਼ਵਰ ਕਿਹੜਾ ਇਨਸਾਨ ਆ ਗਿਆ ਇੱਥੇ? ਕਿਉਂਕਿ ਉਹ ਇਨਸਾਨ ਝੂਠ ਨਹੀਂ ਬੋਲੂ, ਉਹ ਇਨਸਾਨ ਗਾਲਾਂ ਨਹੀਂ ਕੱਢੂ, ਉਹ ਇਨਸਾਨ ਲੜਾਈ ਝਗੜਾ ਨਹੀਂ ਕਰੂ, ਉਹ ਬੈਰ ਵਿਰੋਧ ਨਹੀਂ ਕਰੂ, ਕੁਛ ਵੀ ਨਹੀਂ ਕਰੂ। ਇਹਦਾ ਮਤਲਬ ਕਿ ਜਦੋਂ ਸਵਰਗ ਦੇ ਵਿੱਚ ਹੋਊਗਾ ਤਾਂ ਸਵਰਗਦੂਤ ਕੀ ਕਰਨਗੇ? ਉਹ ਵੀ ਤਾਂ ਖੁਸ਼ ਹੋਣਗੇ।
ਇਹ ਕੀ ਕਰਦਾਗਾ? ਜਿਸ ਤਰ੍ਹਾਂ ਅਸੀਂ ਆਗਿਆਕਾਰੀ ਕਰਦੇ ਹਾਂ ਇਸੇ ਤਰ੍ਹਾਂ ਇਹ ਵੀ ਤਾਂ ਆਗਿਆਕਾਰੀ ਕਰਦਾਗਾ। ਇਹਦਾ ਮਤਲਬ ਕਿ ਜੋ ਨੰਗਾਪਨ ਢਕਣ ਵਾਲਾ ਗਾ ਉਹ ਕੌਣ ਢਕਦਾਗਾ? ਉਹ ਤਾਂ ਪਰਮੇਸ਼ਵਰ ਢਕਦੇ ਨੇ। ਇਨਸਾਨ ਆਪਣੇ ਆਪ ਨੂੰ ਜਿੰਨਾ ਮਰਜ਼ੀ ਲੁਕਾਉਣ ਦੀ ਕੋਸ਼ਿਸ਼ ਕਰੇ, ਇਨਸਾਨ ਆਪਣੇ ਆਪ ਨੂੰ ਜਿੰਨਾ ਮਰਜ਼ੀ ਢਕਣ ਦੀ ਕੋਸ਼ਿਸ਼ ਕਰੇ, ਲੇਕਿਨ ਪਰਮੇਸ਼ਵਰ ਦੇ ਸਾਹਮਣੇ ਕੀ ਹੈ? ਉਹ ਤਾਂ ਨੰਗਾ ਗਾ। ਉਹ ਕੀ ਹੈ? ਉਹ ਪਰਮੇਸ਼ਵਰ ਦੇ ਸਾਹਮਣੇ ਨੰਗਾ ਗਾ। ਕਿਉਂਕਿ ਇੱਕ ਰਾਜੇ ਨੇ ਕੀ ਭੇਜਿਆ? ਕੱਪੜੇ ਭੇਜੇ। ਲੈ ਉਹਨਾਂ ਨੂੰ ਕਹੋ ਕਿ ਅਗਰ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਆਉਣਾਗਾ, ਅਗਰ ਤੁਸੀਂ ਖਾਣ ਦੇ ਲਈ ਆਉਣਾਗਾ ਤਾਂ ਕੀ ਕਰੋ? ਉੱਥੇ ਆ ਕੇ ਆਉਣ ਤੋਂ ਪਹਿਲਾਂ ਕੱਪੜੇ ਪਾ ਕੇ ਆਇਓ। ਲੇਕਿਨ ਇੱਕ ਇਨਸਾਨ ਇਸ ਤਰ੍ਹਾਂ ਚਲਾ ਗਿਆ, ਚੱਲ ਖਾ ਆਉਣੇ ਆ, ਖਾਣ ਦੇ ਲਈ ਬੁਲਾਇਆ ਗਿਆ, ਉੱਥੇ ਖਾਣ ਦੇ ਲਈ ਬੁਲਾਇਆ, ਉੱਥੇ ਚੱਲਦੇ ਖਾਣ ਦੇ ਲਈ, ਲੇਕਿਨ ਰਾਜੇ ਨੇ ਉਸਨੂੰ ਫੜ ਲਿਆ। ਤੂੰ ਕਿਵੇਂ ਆ ਗਿਆ ਬਈ ਬਿਨਾਂ ਕੱਪੜਿਆਂ ਤੋਂ? ਜਿਹੜੇ ਕੱਪੜੇ ਮੈਂ ਭੇਜੇ ਨੇ ਉਹ ਨਹੀਂ ਪਹਿਨ ਕੇ ਆਇਆ ਤੂੰ। ਇਹਦਾ ਮਤਲਬ ਕਿ ਕੋਈ ਵੀ ਇਨਸਾਨ ਬਿਨਾਂ ਆਗਿਆਕਾਰੀ ਤੋਂ ਪਰਮੇਸ਼ਵਰ ਦੇ ਰਾਜ ਵਿੱਚ ਨਹੀਂ ਜਾ ਸਕਦਾ। ਚਾਹੇ ਉਹ ਪ੍ਰਾਰਥਨਾ ਕਰੇ, ਚਾਹੇ ਉਹ ਬਾਈਬਲ ਪੜ੍ਹੇ, ਚਾਹੇ ਉਹ ਸੰਗਤੀ ਕਰੇ, ਅਗਰ ਆਗਿਆਕਾਰੀ ਨਾ ਕਰੇ, ਤਾਂ ਫਿਰ ਫਾਇਦਾ ਕੀ ਉਹਦਾ? ਇਹਦਾ ਮਤਲਬ ਕਿ ਸਭ ਤੋਂ ਵੱਡੀ ਗੱਲ ਅਗਰ ਜੀਵਨ ਦੇ ਵਿੱਚ ਹੈ ਤਾਂ ਉਹ ਕੀ ਹੈ? ਉਹ ਤਾਂ ਆਗਿਆਕਾਰੀ ਹੈ। ਅਗਰ ਆਗਿਆਕਾਰੀ ਹੈ ਤਾਂ ਫਿਰ ਕੀ ਹੈ? ਉਸ ਦਾ ਜੋ ਨੰਗਾਪਨ ਹੈ ਉਹ ਨੰਗਾਪਨ ਕੀ ਹੋ ਜਾਊਗਾ? ਉਹ ਢਕ ਜਾਊਗਾ। ਲੇਕਿਨ ਉਹਦਾ ਨੰਗਾਪਨ ਢਕੇਗਾ ਕੌਣ? ਉਹਦਾ ਨੰਗਾਪਨ ਢਕਣ ਵਾਲਾ ਕੌਣ ਹੈ? ਉਹ ਤਾਂ ਪ੍ਰਭੂ ਯਿਸੂ ਮਸੀਹ ਹੈ। ਹੁਣ ਦੇਖੋ ਅੱਜ ਆਪਾਂ ਜੋ ਵਚਨ ਪੜ੍ਹਿਆ ਉਤਪਤ, ਉਹਦਾ 3 ਤੋਂ ਲੈ ਕੇ 3 ਦੀ 9 ਤੋਂ ਲੈ ਕੇ 21 ਤੱਕ। ਔਰ 9 ਪੜ੍ਹੋ ਦੇ ਵਿੱਚ ਕੀ ਲਿਖਿਆ? ਤਦ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ? ਦੇਖੋ ਇਹ ਉਦੋਂ ਦੀ ਗੱਲ ਹੈ ਕਿ ਜਦ ਆਦਮ ਤੇ ਹਵਾ ਅਦਨ ਬਾਗ ਦੇ ਵਿੱਚ ਸੀਗੇ, ਔਰ ਪਰਮੇਸ਼ਵਰ ਨੇ ਉਹਨਾਂ ਨੂੰ ਆਗਿਆ ਦਿੱਤੀ ਸੀ ਕਿ ਤੁਸੀਂ ਕੋਈ ਫਲ ਨਹੀਂ ਖਾਣਾ। ਮਤਲਬ ਜਿਹੜਾ ਭਲੇ ਬੁਰੇ ਦਾ ਦਰਖਤ ਹੈ ਉਹਦਾ ਫਲ ਨਹੀਂ ਖਾਣਾ। ਔਰ ਜਦੋਂ ਇਹਨਾਂ ਨੇ ਫਲ ਖਾ ਲਿਆ, ਔਰ ਫਲ ਖਾਣ ਤੋਂ ਪਤਾ ਲੱਗਿਆ ਕਿ ਅਸੀਂ ਤਾਂ ਪਾਪ ਕਰ ਚੁੱਕੇ ਹਾਂ, ਅਸੀਂ ਤਾਂ ਗਲਤੀ ਕਰ ਚੁੱਕੇ ਹਾਂ, ਔਰ ਅਸੀਂ ਕੀ ਹਾਂ? ਨੰਗੇ ਹਾਂ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਆਪਣੇ ਲਈ ਕੱਪੜੇ ਬਣਾਏ। ਉੱਥੇ ਕੋਈ ਐਸਾ ਦਰਖਤ ਸੀਗਾ ਜਿਹਦੇ ਬੜੇ ਬੜੇ ਪੱਤੇ ਹੋਣਗੇ, ਉਹਨਾਂ ਨੂੰ ਤੋੜਿਆ ਜਾਂ ਕੁਛ ਵੀ ਕੀਤਾ ਇਹਨਾਂ ਨੇ। ਕੁਛ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਨੇ ਲਪੇਟ ਲਿਆ। ਲਪੇਟਣ ਤੋਂ ਬਾਅਦ ਇਹ ਤਾਂ ਛੁਪ ਗਏ। ਔਰ ਜਦ ਪਰਮੇਸ਼ਵਰ ਦਾ ਸਮਾਂ ਹੋਇਆ ਆਉਂਦਾ, ਔਰ ਪਰਮੇਸ਼ਵਰ ਨੇ ਆਵਾਜ਼ ਦਿੱਤੀ, ਹੇ ਆਦਮ ਕਿੱਥੇ ਹੈ ਤੂੰ? ਤਾਂ ਪਰਮੇਸ਼ਵਰ ਨੇ ਕੀ ਕਿਹਾ? ਆਦਮ ਤੂੰ ਕਿੱਥੇ ਹੈ? ਆਦਮ ਡਰ ਗਿਆ, ਆਦਮ ਘਬਰਾ ਗਿਆ ਕਿ ਪਰਮੇਸ਼ਵਰ ਆ ਗਿਆ। ਔਰ ਆਦਮ ਨੇ ਕੀ ਕਿਹਾ? ਪੜੋ। ਤਾਂ ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ, ਕਿਉਂ ਜੇ ਮੈਂ ਨੰਗਾ ਹਾਂ। ਹੁਣ ਦੇਖੋ ਆਦਮ ਦੇ ਅੰਦਰ ਕੀ ਆ ਗਿਆ? ਡਰ ਆ ਗਿਆ। ਔਰ ਕੀ ਕਿਹਾ ਕਿ ਪਰਮੇਸ਼ਵਰ ਤੇਰੀ ਆਵਾਜ਼ ਸੁਣ ਕੇ ਮੈਂ ਤਾਂ ਡਰ ਗਿਆ। ਕਿਉਂ ਡਰ ਗਿਆ? ਕਿਉਂਕਿ ਮੈਂ ਤਾਂ ਨੰਗਾ ਹਾਂ। ਹੁਣ ਦੇਖੋ ਨੰਗਾ ਤਾਂ ਪਹਿਲਾਂ ਵੀ ਸੀਗਾ, ਇਹ ਨੰਗਾ ਕੀ ਸੀਗਾ? ਪਹਿਲਾਂ ਵੀ ਸੀਗਾ। ਲੇਕਿਨ ਸਹੀ ਦੇ ਵਿੱਚ ਜਦ ਨੇ ਕੀ ਕੀਤਾ? ਆਗਿਆ ਤੋੜੀ। ਜਦ ਨੇ ਹੁਕਮ ਤੋੜਿਆ, ਜਦ ਇਹਨੇ ਪਰਮੇਸ਼ਵਰ ਦੇ ਖਿਲਾਫ ਚਲਾ ਗਿਆ, ਤਾਂ ਉਹਦੇ ਨਾਲ ਕੀ ਹੋ ਗਿਆ? ਜੀਵਨ ਦੇ ਵਿੱਚ ਪਾਪ ਆ ਗਿਆ। ਇਹਦਾ ਮਤਲਬ ਕਿ ਆਗਿਆ ਤੋੜਨਾ ਕੀ ਹੈ? ਹਾਲੇਲੂਇਆ, ਹਾਲੇਲੂਇਆ। ਆਗਿਆ ਤੋੜਨਾ ਕੀ ਹੈ? ਪਾਪ। ਫਿਰ ਪਵਿੱਤਰਤਾ ਹੀ ਕੀ ਹੈ? ਆਗਿਆ ਮੰਨਣਾ ਕੀ ਹੈ? ਇਹਦਾ ਪਵਿੱਤਰਤਾ ਹੀ ਹੈ। ਇਹਦਾ ਮਤਲਬ ਜੇ ਆਗਿਆਕਾਰੀ ਕਰੋਗੇ ਤਾਂ ਪਵਿੱਤਰਤਾ ਵਿੱਚ ਰਹਾਂਗੇ, ਅਗਰ ਆਗਿਆ ਤੋੜਾਂਗੇ ਤਾਂ ਫਿਰ ਪਾਪ ਵਿੱਚ ਚਲਾਂਗੇ। ਜਿੰਨਾ ਚਿਰ ਆਦਮ ਤੇ ਹਵਾ ਨੇ ਪਰਮੇਸ਼ਵਰ ਦੀ ਆਗਿਆਕਾਰੀ ਕੀਤੀ, ਚਾਹੇ ਨੰਗੇ ਸੀਗੇ, ਲੇਕਿਨ ਇਹਦਾ ਨੰਗਾਪਨ ਇਹਨਾਂ ਦੇ ਸਾਹਮਣੇ ਨਹੀਂ ਆਇਆ। ਔਰ ਪਰਮੇਸ਼ਵਰ ਨੇ ਵੀ ਕਦੇ ਇਹਨਾਂ ਨੂੰ ਕਿਹਾ ਨਹੀਂ। ਲੇਕਿਨ ਜਦ ਇਹਨਾਂ ਨੇ ਕੀ ਕੀਤਾ? ਪਾਪ ਕੀਤਾ, ਉਸ ਤੋਂ ਬਾਅਦ ਪਤਾ ਚੱਲ ਗਿਆ ਕਿ ਅਸੀਂ ਤਾਂ ਨੰਗੇ ਆ। ਮਤਲਬ ਜਦ ਇਹਨਾਂ ਨੇ ਆਗਿਆ ਤੋੜੀ ਔਰ ਪਤਾ ਚੱਲ ਗਿਆ ਕਿ ਅਸੀਂ ਕੀ ਆ? ਨੰਗੇ ਆ। ਔਰ ਆਪਣੇ ਆਪ ਇਹਨਾਂ ਨੂੰ ਛੁਪਾਉਣ ਦੇ ਲਈ ਪੱਤਿਆਂ ਨਾਲ ਕੀ ਬਣਾ ਲਏ? ਕੱਪੜੇ ਬਣਾ ਲਏ। ਔਰ ਪਰਮੇਸ਼ਵਰ ਨੇ ਜਦ ਇਸ ਨਾਲ ਗੱਲ ਕੀਤੀ, ਔਰ ਉਸ ਤੋਂ ਬਾਅਦ ਆਪਾਂ ਪੜਾਂਗੇ ਬਾਈਬਲ ਦੇ ਵਿੱਚ ਇਹਦਾ 21 ਵਚਨ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਦੇ ਉਹਦੀ ਤੀਵੀਂ ਲਈ ਚਮੜੇ ਦੇ ਚੋੜੇ ਬਣਾ ਕੇ ਉਹਨਾਂ ਨੂੰ ਪਵਾਏ। ਹਾਲੇਲੂਇਆ, 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 ਹਾਲੇਲੂਇਆ। ਹੁਣ ਦੇਖੋ ਪਰਮੇਸ਼ਵਰ ਨੇ ਦੇਖਿਆ ਕਿ ਇਹਨਾਂ ਨੂੰ ਜੋ ਕੱਪੜੇ ਪਾਏ ਨੇ ਉਹਦੇ ਵਿੱਚ ਕੀ ਲੱਗਦਾ ਇਹਨਾਂ ਨੂੰ? ਕਿ ਅਸੀਂ ਨੰਗੇ ਆ। ਮਤਲਬ ਜਿਹੜੇ ਪੱਤੇ ਦੇ ਕੱਪੜੇ ਸੀਗੇ ਜਾਂ ਦਰਖਤ ਦੇ ਜੋ ਪੱਤੇ ਸੀਗੇ, ਉਹ ਪੱਤੇ ਕਿੰਨਾ ਟਾਈਮ ਚੱਲਣ ਵਾਲੇ ਸੀਗੇ? ਉਹਦਾ ਥੋੜੇ ਟਾਈਮ ਬਾਅਦ ਸੁੱਕ ਜਾਣੇ ਸੀਗੇ। ਸੁੱਕਣ ਤੋਂ ਬਾਅਦ ਉਹ ਲੋਕ ਤਾਂ ਫੇਰ ਨੰਗੇ ਦਿਖਾਈ ਦਿੰਦੇ। ਲੇਕਿਨ ਪਰਮੇਸ਼ਵਰ ਨੇ ਕੀ ਕੀਤਾ? ਪਰਮੇਸ਼ਵਰ ਨੇ ਦੇਖਿਆ ਕਿ ਇਹਨਾਂ ਦਾ ਨੰਗਾਪਣ ਇਹਨਾਂ ਤੋਂ ਢਕਿਆ ਨਹੀਂ ਜਾਣਾ। ਇਸ ਲਈ ਪਰਮੇਸ਼ਵਰ ਨੇ ਕੀ ਕੀਤਾ? ਇੱਕ ਵਾਰ ਫਿਰ ਪੜੋ ਵਚਨ ਨੂੰ ਬਹੁਤ ਧਿਆਨ ਨਾਲ। 21। ਤਾਂ ਯਹੋਵਾ ਪਰਮੇਸ਼ਵਰ ਨੇ
ਆਦਮੀ ਤੇ ਉਹਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾ ਕੇ ਉਹਨਾਂ ਨੂੰ ਪਵਾਏ। ਹੁਣ ਦੇਖੋ, ਯਹੋਵਾ ਪਰਮੇਸ਼ਵਰ ਨੇ ਦੇਖਿਆ ਆਦਮ ਨੰਗਾ ਗਾ, ਉਸਦੀ ਪਤਨੀ ਉਹ ਵੀ ਨੰਗੇ ਹੈ, ਮਤਲਬ ਦੋਨੋਂ ਕੀ ਨੇ, ਪਤੀ ਪਤਨੀ ਨੰਗੇ ਨੇ। ਤਾਂ ਪਰਮੇਸ਼ਵਰ ਨੇ ਕੀ ਕੀਤਾ? ਚਮੜੇ ਦੇ ਹਾਂ ਕੱਪੜੇ ਬਣਾ ਲਏ ਚਮੜੇ ਦੇ। ਫਿਰ ਉਹਨਾਂ ਨੂੰ ਦਿੱਤੇ ਲੈ ਤੁਸੀਂ ਪਾ ਲਓ, ਤੁਸੀਂ ਆਪਣਾ ਨੰਗਾਪਣ ਢਕੋ। ਹੁਣ ਸੋਚਣ ਵਾਲੀ ਗੱਲ ਹੈ ਕਿ ਉਸ ਟਾਈਮ ਚਮੜਾ ਕਿੱਥੋਂ ਆਇਆ? ਚਮੜਾ ਕਿੱਥੋਂ ਆਇਆ? ਇਹਦਾ ਮਤਲਬ ਕੋਈ ਨਾ ਕੋਈ ਤਾਂ ਉੱਥੇ ਪਸ਼ੂ ਜਾਂ ਕੋਈ ਨਾ ਕੋਈ ਐਸਾ ਜਾਨਵਰ ਤਾਂ ਕੱਟਿਆ ਗਿਆ, ਉਹ ਕੱਟਿਆ ਗਿਆ, ਔਰ ਉਹਦੀ ਜੋ ਚਮੜੀ ਸੀ, ਉਹਦੀ ਜੋ ਖੱਲ ਸੀਗੀ, ਤਾਂ ਕੀ ਕੀਤਾ ਪਰਮੇਸ਼ਵਰ ਨੇ? ਉਹਦਾ ਉਹਨਾਂ ਨੂੰ ਕੱਪੜਾ ਬਣਾ ਕੇ ਦੇਤਾ। ਇਹਦਾ ਮਤਲਬ ਜੋ ਕੰਮ ਪਰਮੇਸ਼ਵਰ ਨੇ ਅਦਨ ਬਾਗ ਦੇ ਵਿੱਚ ਕੀਤਾ ਸੀਗਾ, ਕਾਹਦੇ ਲਈ? ਕਿ ਇਨਸਾਨ ਦਾ ਜੋ ਨੰਗਾਪਣ ਹੈ ਉਸ ਨੂੰ ਕੀ ਕੀਤਾ ਜਾਏ? ਉਸ ਨੂੰ ਢਕਿਆ ਜਾਏ। ਔਰ ਬਾਈਬਲ ਵਿੱਚ ਕੀ ਲਿਖਿਆ ਸੀਗਾ? ਕਿ ਧੰਨ ਹੈ ਉਹ ਇਨਸਾਨ ਕਿ ਜਿਹਦਾ ਪਾਪ ਢਕਿਆ ਹੋਇਆਗਾ। ਫਿਰ ਜਿਹਦਾ ਪਾਪ ਪਰਮੇਸ਼ਵਰ ਦੇ ਲੇਖੇ ਨਹੀਂ ਲਾਉਂਦਾ, ਮਤਲਬ ਆਸ਼ੀਸ਼ ਹੈ ਤਾਂ ਉਹ। ਫਿਰ ਕੀ ਲਿਖਿਆ ਗਾ? ਕਿ ਧੰਨ ਹੈ ਜਿਹਦੀ ਆਤਮਾ ਵਿੱਚ ਕਪਟ ਨਹੀਂ। ਇੱਕ ਵਾਰ ਫਿਰ ਪੜੋ 32:2 ਜ਼ਬੂਰ। ਧੰਨ ਹੈ ਉਹ ਆਦਮੀ ਜਿਹਦੀ ਬਦੀ ਯਹੋਵਾ ਉਹਦੇ ਲੇਖੇ ਨਹੀਂ ਲਾਉਂਦਾ। ਮਤਲਬ ਜਿਹਦੀ ਬਦੀ ਯਹੋਵਾ ਉਹਦੇ ਲੇਖੇ ਨਹੀਂ ਲਾਉਂਦਾ, ਔਰ ਜਿਹਦੇ ਆਤਮਾ ਵਿੱਚ ਕਪਟ ਨਹੀਂ, ਮਤਲਬ ਉਹ ਇਨਸਾਨ ਧੰਨ ਹੈ। ਹੁਣ ਦੇਖੋ, ਪਰਮੇਸ਼ਵਰ ਨੇ ਦੇਖਿਆ ਪਾਪ ਤਾਂ ਕਰ ਚੁੱਕਿਆ ਹੈਗਾ, ਚਾਹੇ ਇਸਨੇ ਆਪਣੇ ਲਈ ਕੱਪੜੇ ਬਣਾ ਲਏ, ਚਾਹੇ ਇਸਨੇ ਕੁਛ ਕੀਤਾ ਹੈਗਾ, ਲੇਕਿਨ ਫਿਰ ਵੀ ਇਸਦਾ ਪਾਪ ਉਹ ਕੀ ਹੈ? ਉਹ ਤਾਂ ਮੇਰੇ ਸਾਹਮਣੇ ਰਹੇਗਾ। ਇਸ ਲਈ ਪਰਮੇਸ਼ਵਰ ਨੇ ਕੀ ਕੀਤਾ? ਸਭ ਤੋਂ ਪਹਿਲਾਂ ਉੱਥੇ ਕਿਸੇ ਜਾਨਵਰ ਨੂੰ ਜਾਂ ਕਿਸੇ ਐਸੇ ਪਸ਼ੂ ਨੂੰ ਉੱਥੇ ਕੱਟਿਆ, ਔਰ ਉਹਦੇ ਜੋ ਚਮੜਾ ਸੀਗਾ ਉਹ ਇਨਸਾਨ ਨੂੰ ਦਿੱਤਾ। ਲੈ ਇਹ ਪਾ, ਤੂੰ ਕੀ ਕਰ, ਤੂੰ ਆਪਣਾ ਨੰਗੇਜ ਢੱਕ, ਤੂੰ ਕੀ ਕਰ, ਆਪਣਾ ਪਾਪ ਢੱਕ। ਔਰ ਸਹੀ ਦੇ ਵਿੱਚ ਇਹਦਾ ਮਤਲਬ ਜਿਹੜਾ ਇਨਸਾਨ ਨੰਗਾ ਸੀਗਾ ਉਹਦਾ ਪਾਪ ਢਕਣ ਦੇ ਲਈ ਕੌਣ ਕੁਰਬਾਨ ਹੋਇਆ? ਕੋਈ ਨਾ ਕੋਈ ਪਸ਼ੂ ਕੁਰਬਾਨ ਹੋਇਆ, ਕੋਈ ਨਾ ਕੋਈ ਐਸਾ ਜਾਨਵਰ ਆਪਣਾ ਕੁਰਬਾਨ ਹੋਇਆ ਕਿ ਜਿਹਦੇ ਲਹੂ ਨਿਕਲਣ ਦੇ ਨਾਲ ਉਹਦੀ ਜਾਨ ਚਲੀ ਗਈ। ਔਰ ਉਸ ਤੋਂ ਬਾਅਦ ਉਹਦਾ ਜੋ ਚਮੜਾ ਸੀਗਾ, ਉਹਦੇ ਚਮੜੇ ਤੋਂ ਇਨਸਾਨ ਦੇ ਲਈ ਕੱਪੜੇ ਬਣੇ। ਅੱਜ ਵੀ ਦੇਖੋ, ਅੱਜ ਇਨਸਾਨ ਦੇ ਕੋਲ ਚਾਹੇ ਜਿੰਨਾ ਮਰਜ਼ੀ ਕੱਪੜਾ ਗਾ, ਅੱਜ ਇੱਕ ਇਨਸਾਨ ਦੇ ਕੋਲ ਘਰ ਦੇ ਵਿੱਚ 10-10 12-12 ਸੂਟ ਨੇ, ਲੇਕਿਨ ਦੇਖਿਆ ਜਾਵੇ ਉਹ ਜਿੰਨੇ ਮਰਜ਼ੀ ਕੱਪੜੇ ਪਾਵੇ, ਕੱਪੜੇ ਨਾਲ ਉਹ ਸੋਹਣਾ ਨਹੀਂ ਲੱਗਦਾ। ਲੇਕਿਨ ਸਹੀ ਦੇ ਵਿੱਚ ਪਰਮੇਸ਼ਵਰ ਕੀ ਕਹਿੰਦੇ ਨੇ? ਵੀ ਤੂੰ ਚਾਹੇ ਜੈਸੇ ਮਰਜ਼ੀ ਕੱਪੜੇ ਪਾ ਲੈ, ਲੇਕਿਨ ਤੇਰਾ ਨੰਗਾਪਣ ਉਹ ਕੀ ਹੈ? ਉਹ ਤਾਂ ਮੇਰੇ ਸਾਹਮਣੇ ਹੈ, ਤੂੰ ਤਾਂ ਮੇਰੇ ਸਾਹਮਣੇ ਨੰਗਾਂਗਾ। ਕਿਉਂਕਿ ਬਾਈਬਲ ਦੇ ਵਿੱਚ ਕੀ ਲਿਖਿਆ ਗਾ? ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਏ ਉਹਦਾ 17 ਵਚਨ। ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ 3:17 ਪ੍ਰਕਾਸ਼ ਦੀ ਪੋਥੀ, ਪ੍ਰਕਾਸ਼ ਦੀ ਪੋਥੀ 3:17। ਤੂੰ ਜੋ ਆਖਦਾ ਹੈ ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ, ਅਤੇ ਨਹੀਂ ਜਾਣਦਾ ਹੈ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨਾ ਤੇ ਨੰਗਾ ਹੈ। ਦੇਖੋ ਪਰਮੇਸ਼ਰ ਦਾ ਵਚਨ ਦੱਸਦਾ ਹੈ ਵੀ ਤੇਰੇ ਕੋਲ ਚਾਹੇ ਜਿੰਨਾ ਮਰਜ਼ੀ ਹੈ, ਪੈਸਾ ਤੇਰੇ ਲਵੇ, ਸੋਨਾ ਚਾਂਦੀ, ਘਰ ਬਾਹਰ ਜੋ ਮਰਜ਼ੀ ਤੇਰੇ ਲਵੇ, ਲੇਕਿਨ ਤੈਨੂੰ ਇਹ ਨਹੀਂ ਪਤਾ ਕਿ ਤੂੰ ਕੀ ਹੈ? ਅੰਨਾ ਗਾ, ਤੂੰ ਦੁਖੀ ਹੈ, ਤੂੰ ਮੰਦਭਾਗੀ ਹੈ, ਤੂੰ ਕੀ ਹੈ? ਅੰਨਾ ਹੈ, ਤੂੰ ਕੀ ਹੈ? ਨੰਗਾ ਗਾ। ਇਹਦਾ ਮਤਲਬ ਚਾਹੇ ਇਨਸਾਨ ਦੇ ਕੋਲ ਜਿੰਨਾ ਮਰਜ਼ੀ ਰੁਪਇਆ ਪੈਸਾ ਗਾ, ਜਿੰਨਾ ਮਰਜ਼ੀ ਘਰ ਬਾਹਰ ਵਧੀਆ, ਚਾਹੇ ਜੋ ਵੀ ਉਹਦੇ ਲਵੇ, ਚੰਗੀ ਕੋਠੀ ਬੰਗਲਾ ਗੱਡੀ ਹੈ, ਜੋ ਮਰਜ਼ੀ ਉਹਦੇ ਲਵੇ, ਚੰਗੇ ਕੱਪੜੇ ਉਹਦੇ ਲਵੇ, ਮਹਿੰਗੇ ਤੋਂ ਮਹਿੰਗੇ ਕੱਪੜੇ ਨੇ, ਲੇਕਿਨ ਪਰਮੇਸ਼ਵਰ ਕੀ ਕਹਿੰਦਾ ਗਾ? ਤੂੰ ਮੇਰੇ ਸਾਹਮਣੇ ਕੀ ਹੈ? ਤੂੰ ਤਾਂ ਨੰਗਾ ਗਾ। ਇਹਦਾ ਮਤਲਬ ਪਰਮੇਸ਼ਵਰ ਕੀ ਕਰਦੇ ਨੇ? ਇਨਸਾਨ ਦਾ ਨੰਗਾਪਣ ਢਕਣਾ ਚਾਹੁੰਦੇ ਨੇ। ਕਿਉਂਕਿ ਅਗਰ ਐਸਾ ਹੀ ਨੰਗਾਪਣ ਲੈ ਕੇ ਕੋਈ ਇਨਸਾਨ ਸਵਰਗ ਵਿੱਚ ਚਲਾ ਗਿਆ ਤਾਂ ਉੱਥੇ ਸਵਰਗਦੂਤ ਕੈਸੇ ਨੇ? ਉਹ ਤਾਂ ਪਵਿੱਤਰ ਨੇ, ਉਹ ਲੋਕ ਦੇਖਣਗੇ। ਪਰਮੇਸ਼ਵਰ, ਅਸੀਂ ਜਿੰਨੇ ਵੀ ਲੋਕ ਇੱਥੇ, ਅਸੀਂ ਸਾਰੇ ਲੋਕਾਂ ਤੇ ਕੱਪੜੇ ਪਾਏ ਹੋਏ ਨੇ, ਮਤਲਬ ਅਸੀਂ ਸਾਰੇ ਲੋਕ ਕੀ ਕਰਦੇ ਹਾਂ? ਤੇਰੀ ਆਗਿਆਕਾਰੀ ਕਰਦੇ ਹਾਂ। ਇਹ ਜਿਹੜਾ ਇਨਸਾਨ ਆ ਗਿਆ ਨੰਗਾ, ਇਹ ਕਿੱਥੋਂ ਆ ਗਿਆ? ਅਰੇ ਇੱਥੇ ਕਿਵੇਂ ਆ ਗਿਆ ਸਾਡੇ ਵਿਚਕਾਰ? ਤਾਂ ਉੱਥੇ ਕੀ ਹੈ? ਉੱਥੇ ਪਰਮੇਸ਼ਵਰ ਉਹਨਾਂ ਦੇ ਸਾਹਮਣੇ ਕੀ ਹੈ? ਉਸ ਨੂੰ ਸ਼ਰਮਿੰਦਾ ਹੋਣਾ ਪਏਗਾ। ਇਸ ਕਰਕੇ ਪਰਮੇਸ਼ਵਰ ਕਹਿੰਦੇ ਨੇ ਅਗਰ ਤੁਸੀਂ ਮੇਰੇ ਸਵਰਗ ਦੇ ਵਿੱਚ ਆਉਣਾਗਾ ਤਾਂ ਕੀ ਕਰੋ? ਮੈਂ ਤੁਹਾਨੂੰ ਕੱਪੜੇ ਦਿੰਨਾਗਾ, ਮੈਂ ਥੋੜਾ ਨੰਗਾਪਣ ਢੱਕ ਦਾਂਗਾ। ਇਹਦਾ ਮਤਲਬ ਕਿ ਜਿਹੜਾ ਅਦਨ ਬਾਗ ਦੇ ਵਿੱਚ ਅਗਰ ਕੋਈ ਪਸ਼ੂ ਕੁਰਬਾਨ ਹੋਇਆ ਸੀਗਾ, ਅਗਰ ਕੋਈ ਐਸਾ ਜਾਨਵਰ ਕੁਰਬਾਨ ਹੋਇਆ ਸੀਗਾ, ਤਾਂ ਉਹਦੇ ਬਦਲੇ ਪ੍ਰਭੂ ਯਿਸੂ ਮਸੀਹ ਵੀ ਕੁਰਬਾਨ ਹੋ ਚੁੱਕੇ ਨੇ। ਪ੍ਰਭੂ ਯਿਸੂ ਮਸੀਹ ਵੀ ਆਪਣਾ ਲਹੂ ਬਹਾ ਚੁੱਕੇ ਨੇ। ਔਰ ਬਾਈਬਲ ਦੇ ਵਿੱਚ ਕੀ ਲਿਖਿਆ ਗਾ? ਪਹਿਲਾ ਯਹੂਨਾ 1:7
ਪੜੋ ਨਾ। ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪੋ ਵਿੱਚ ਸੰਗਤ ਹੈ ਅਤੇ ਉਹਦੇ ਪੁੱਤਰ ਯੀਸ਼ੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਹੁਣ ਦੇਖੋ ਬਾਈਬਲ ਵਿੱਚ ਲਿਖਿਆ ਹੈਗਾ ਕਿ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ, ਚਾਨਣ ਕੌਣ ਹੈ? ਚਾਨਣ ਤਾਂ ਪ੍ਰਭੂ ਯਿਸੂ ਮਸੀਹ ਦਾ ਵਚਨ ਹੈ। ਔਰ ਜੇ ਅਸੀਂ ਵਚਨ ਦੇ ਵਿੱਚ ਆ ਜਾਂਦੇ ਹਾਂ ਔਰ ਫਿਰ ਸਾਡੀ ਪਰਮੇਸ਼ਰ ਦੇ ਨਾਲ ਸੰਗਤੀ ਹੈ, ਮਤਲਬ ਪਰਮੇਸ਼ਰ ਨਾਲ ਸੰਗਤੀ ਹੈ, ਫਿਰ ਕੀ ਹੈ? ਫਿਰ ਪ੍ਰਭੂ ਯਿਸੂ ਮਸੀਹ ਦਾ ਲਹੂ ਕੀ ਕਰਦਾ? ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰ ਦਿੰਦਾ ਗਾ। ਇਹਦਾ ਮਤਲਬ ਕਿ ਅਗਰ ਆਪਣੇ ਪਾਪ ਤੋਂ ਸ਼ੁੱਧ ਹੋਣਾਗਾ ਤਾਂ ਉਹਦੇ ਲਈ ਕੀ ਕਰਨਾ ਪਏਗਾ? ਯਿਸੂ ਮਸੀਹ ਦੇ ਲਹੂ ਨਾਲ ਆਪਣੇ ਆਪ ਨੂੰ ਧੋਣਾ ਪਏਗਾ। ਯਿਸੂ ਮਸੀਹ ਦੇ ਲਹੂ ਨਾਲ ਕੀ ਕਰਨਾ ਪਏਗਾ? ਆਪਣੇ ਆਪ ਨੂੰ ਸਾਫ਼ ਕਰਨਾ ਪਏਗਾ। ਔਰ ਲਿਖਿਆ ਰੋਮੀਆਂ ਉਹਦਾ 6 ਅਧਿਆਇ ਉਹਦਾ 3 ਵਚਨ, ਰੋਮੀਆਂ 6 ਅਧਿਆਇ ਉਹਦਾ 3 ਵਚਨ। ਅਥਵਾ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਭਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯੀਸ਼ੂ ਦਾ ਬਪਤਿਸਮਾ ਲਿਆ ਉਹਦੀ ਮੌਤ ਦਾ ਬਪਤਿਸਮਾ ਲਿਆ। ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਬਾਈਬਲ ਵਿੱਚ ਕੀ ਲਿਖਿਆ ਵੀ ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਦਾ ਮਤਲਬ ਬਪਤਿਸਮਾ ਲਿਆਗਾ ਉਹ ਕਿਹਦਾ ਲਿਆਗਾ? ਉਹਦੀ ਮੌਤ ਦਾ ਬਪਤਿਸਮਾ। ਹਾਲੇਲੂਇਆ, ਹਾਲੇਲੂਇਆ। ਮੌਤ ਦਾ ਬਪਤਿਸਮਾ। ਇਹਦਾ ਮਤਲਬ ਯਿਸੂ ਮਸੀਹ ਦੀ ਮੌਤ ਕਦ ਹੋਈ? ਬਾਈਬਲ ਵਿੱਚ ਕੀ ਲਿਖਿਆ ਹੈਗਾ ਕਿ ਇਨਸਾਨ ਦੀ ਜੋ ਜਾਨ ਹੈ ਉਹ ਕਿਹਦੇ ਵਿੱਚ ਹੈ? ਲਹੂ ਵਿੱਚ। ਲੇਵੀਆ ਉਹਦਾ 17 ਦੀ 11 ਵਿੱਚ ਲਿਖਿਆ ਹੈਗਾ ਕਿ ਜੋ ਇਨਸਾਨ ਦੀ ਮਤਲਬ ਜੋ ਸਰੀਰ ਹੈ ਉਹਦੀ ਜ਼ਿੰਦਗੀ ਦੇ ਵਿੱਚ ਹੈ ਲਹੂ ਵਿੱਚ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਦਾ ਜਦ ਲਹੂ ਨਿਕਲਿਆ ਤਾਂ ਯਿਸੂ ਮਸੀਹ ਦੀ ਜਾਨ ਚਲੀ ਗਈ। ਔਰ ਬਾਈਬਲ ਵਿੱਚ ਕੀ ਲਿਖਿਆ ਹੈਗਾ 6:3 ਦੇ ਵਿੱਚ ਰੋਮੀਆਂ? ਅਥਵਾ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਭਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯੀਸ਼ੂ ਦਾ ਬਪਤਿਸਮਾ ਲਿਆ ਉਹਦੀ ਮੌਤ ਦਾ ਬਪਤਿਸਮਾ ਲਿਆ। ਉਹਦੀ ਮੌਤ ਦਾ ਬਪਤਿਸਮਾ ਲਿਆ। ਇਹਦਾ ਮਤਲਬ ਕਿ ਯਿਸੂ ਮਸੀਹ ਦੀ ਮੌਤ ਕਦ ਹੋਈ? ਕਿ ਜਦ ਯਿਸੂ ਮਸੀਹ ਦਾ ਲਹੂ ਬਹਿ ਚੁੱਕਿਆ ਸੀਗਾ, ਜਦ ਯਿਸੂ ਮਸੀਹ ਦਾ ਲਹੂ ਨਿਕਲ ਚੁੱਕਿਆ ਸੀਗਾ। ਹੁਣ ਇਨਸਾਨ ਨੇ ਬਪਤਿਸਮਾ ਲਿਆ ਕਿਹਦੇ ਵਿੱਚ ਲਿਆ? ਪਾਣੀ ਵਿੱਚ ਬਪਤਿਸਮਾ ਲਿਆ। ਔਰ ਬਾਈਬਲ ਵਿੱਚ ਮਤਲਬ ਜੋ ਇਨਸਾਨ ਬਪਤਿਸਮਾ ਲੈਂਦਾ ਗਾ ਤਾਂ ਉਹਦੇ ਲਈ ਜੋ ਪਾਣੀ ਹੈ ਉਹ ਕੀ ਬਣ ਜਾਂਦਾ ਗਾ? ਪ੍ਰਭੂ ਯਿਸੂ ਮਸੀਹ ਦਾ ਲਹੂ ਬਣ ਜਾਂਦਾ ਜਾਂ ਕੋਈ ਵਿਸ਼ਵਾਸ ਕਰਕੇ ਡੁੱਬਦਾ ਉਹਦੇ ਵਿੱਚ। ਹੁਣ ਦੇਖੋ ਜਿਹੜਾ ਇਨਸਾਨ ਲਹੂ ਵਿੱਚ ਡੁੱਬਿਆ ਗਾ ਮਤਲਬ ਪਾਣੀ ਵਿੱਚ ਡੁੱਬਿਆ ਗਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੀ ਹੋ ਗਿਆ? ਉਹ ਇਨਸਾਨ ਦੇ ਉੱਪਰ ਯਿਸੂ ਮਸੀਹ ਦੇ ਕੀ ਆ ਗਿਆ? ਲਹੂ ਆ ਗਿਆ। ਹੁਣ ਦੇਖੋ ਲਹੂ ਆ ਗਿਆ ਦੇ ਉੱਪਰ ਤਾਂ ਇਹਦਾ ਮਤਲਬ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਇਨਸਾਨ ਦੇ ਜੀਵਨ ਦੇ ਚਾਹੇ ਪਾਪ ਸੀਗਾ ਜੋ ਵੀ ਸੀਗਾ ਲੇਕਿਨ ਉੱਪਰ ਕੀ ਦਿਖਦਾ? ਉਹਦਾ ਲਹੂ ਦਿਖਦਾ ਗਾ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਨੇ ਮਤਲਬ ਪਰਮੇਸ਼ਵਰ ਨੇ ਕੀ ਕੀਤਾ? ਇਨਸਾਨ ਦਾ ਪਾਪ ਢੱਕਤਾ। ਔਰ ਬਾਈਬਲ ਵਿੱਚ ਕੀ ਲਿਖਿਆ ਹੈਗਾ ਵੀ ਧੰਨ ਹੈ ਉਹ ਇਨਸਾਨ ਕਿ ਜਿਹਦਾ ਪਾਪ ਢੱਕਿਆ ਹੋਇਆ। ਇਹਦਾ ਮਤਲਬ ਕਿ ਪਾਪ ਕੋਈ ਢੱਕ ਸਕਦਾ ਹੈਗਾ ਤਾਂ ਉਹ ਕੌਣ ਢੱਕ ਸਕਦਾ ਹੈਗਾ? ਉਹ ਤਾਂ ਪਰਮੇਸ਼ਵਰ ਢੱਕ ਸਕਦੇ ਨੇ। ਅਦਨ ਬਾਗ ਦੇ ਵਿੱਚ ਪਰਮੇਸ਼ਵਰ ਨੇ ਕੀ ਕੀਤਾ? ਕੋਈ ਪਸ਼ੂ ਕੁਰਬਾਨ ਕੀਤਾ, ਕੋਈ ਲੇਲਾ ਤੇ ਵੱਢਿਆ ਗਿਆ ਜਾਂ ਕੋਈ ਵੀ ਐਸਾ ਪਸ਼ੂ ਕੁਰਬਾਨ ਹੋਇਆ ਕਿ ਜਿਹਦਾ ਲਹੂ ਬਹਾਇਆ ਗਿਆ। ਉਸ ਤੋਂ ਬਾਅਦ ਜਿਹੜਾ ਚਮੜਾ ਸੀਗਾ ਉਹ ਕਿਹਨੂੰ ਮਿਲਿਆ? ਆਦਮ ਤੇ ਹਵਾ ਨੂੰ। ਕਾਹਦੇ ਲਈ? ਕਿ ਉਹ ਆਪਣਾ ਪਾਪ ਢੱਕ ਲੈਣ, ਆਪਣੇ ਆਪ ਨੂੰ ਢੱਕ ਲੈਣ। ਇਹਦਾ ਮਤਲਬ ਕਿ ਉਹ ਮਤਲਬ ਅੱਜ ਵੀ ਚੱਲ ਰਿਹਾ ਹੈਗਾ। ਅੱਜ ਵੀ ਦੇਖੋ ਇਨਸਾਨ ਦੇ ਜੀਵਨ ਦੇ ਵਿੱਚ ਨੰਗਾਪਣ ਹੈ। ਅੱਜ ਵੀ ਜੀਵਨ ਦੇ ਵਿੱਚ ਦੇਖੋ ਇਨਸਾਨ ਦੇ ਅਨਾਗਿਆਕਾਰੀ ਹੈ ਲੇਕਿਨ ਪਰਮੇਸ਼ਵਰ ਅੱਜ ਵੀ ਕਹਿੰਦੇ ਨੇ ਕੀ ਕਰ? ਆਗਿਆਕਾਰੀ ਕਰ। ਅੱਜ ਵੀ ਕਹਿੰਦੇ ਨੇ ਆਗਿਆਕਾਰੀ ਕਰ ਕੀ? ਵਿਸ਼ਵਾਸ ਕਰ, ਤੋਬਾ ਕਰ ਤੇ ਬਪਤਿਸਮਾ ਲੈ। ਔਰ ਜਦ ਇਨਸਾਨ ਬਪਤਿਸਮਾ ਲੈ ਕੇ ਬਾਹਰ ਨਿਕਲਦਾ ਗਾ ਪਾਣੀ ਵਿੱਚ ਡੁੱਬ ਕੇ ਬਾਹਰ ਆਉਂਦਾ ਗਾ ਤਾਂ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ਤੱਕ ਇਨਸਾਨ ਦੇ ਸਰੀਰ ਉੱਪਰ ਕੀ ਆ ਜਾਂਦਾ ਗਾ? ਲਹੂ। ਔਰ ਲਹੂ ਦੇ ਵਿੱਚ ਜਦ ਇਨਸਾਨ ਡੁੱਬ ਜਾਂਦਾ ਗਾ ਤਾਂ ਫਿਰ ਇਨਸਾਨ ਦੇ ਜੋ ਉਹਦਾ ਪੁਰਾਣਾ ਜੀਵਨ ਹੈ ਉਹ ਪੁਰਾਣਾ ਜੀਵਨ ਨਹੀਂ ਦਿਖਦਾ ਲੇਕਿਨ ਦਿਖਦਾ ਕੀ ਹੈ? ਫਿਰ ਉਹਦਾ ਲਹੂ ਹੀ ਦਿਖਦਾ ਪ੍ਰਭੂ ਯਿਸੂ ਮਸੀਹ ਦਾ। ਹੁਣ ਦੇਖੋ ਕੋਈ ਵੀ ਐਸੀ ਚੀਜ਼ ਹੈ ਮੰਨ ਕੇ ਚੱਲੋ ਇਹ ਪਿੰਡ ਦਾ ਕੈਪ ਹੈ, ਇੱਕ ਇਨਸਾਨ ਹੈ ਔਰ ਇਨਸਾਨ ਨੂੰ ਇੱਥੇ ਰੱਖਦਾ ਆਪਣੇ ਇਹਦੇ ਉੱਪਰ ਪ੍ਰਭੂ ਯਿਸੂ ਮਸੀਹ ਦਾ ਲਹੂ ਆ ਗਿਆ। ਹੁਣ ਕੀ ਦਿਖ ਰਿਹਾ ਗਾ? ਕੁਝ ਦਿਖਦਾ ਇਹਦੇ ਉੱਪਰ? ਕੁਛ ਨਹੀਂ ਦਿਖਦਾ ਪਿਆ। ਮਤਲਬ ਹੱਥਾਂ ਵਿੱਚ ਆ ਗਿਆ ਔਰ ਦੋਨੋਂ ਹੱਥ ਦਿਖ ਰਹੇ ਨੇ। ਅੰਦਰ ਕੌਣ ਹੈ? ਅੰਦਰ ਤਾਂ ਇਨਸਾਨ ਹੈ। ਇਹਦਾ ਮਤਲਬ ਕਿ ਜਿੰਨਾ ਚਿਰ ਇਹਦੇ ਉੱਪਰ ਲਹੂ ਹੈ ਇਹ ਇਨਸਾਨ ਦਾ ਪਾਪ ਨਹੀਂ ਦਿਖਦਾ। ਹਾਂ, ਇਨਸਾਨ ਦਾ ਪਾਪ ਨਹੀਂ ਦਿਖਦਾ ਲੇਕਿਨ ਦਿਖਦਾ ਕੀ ਹੈ? ਲਹੂ ਹੈ। ਔਰ ਉਹੀ ਗੱਲ ਪਰਮੇਸ਼ਵਰ ਕਹਿੰਦੇ ਨੇ ਕਿ ਮੈਂ ਤੁਹਾਨੂੰ ਚਾਹੁੰਦਾ ਹੈਗਾ ਕਿ ਤੁਸੀਂ ਮੇਰੇ ਸਵਰਗ ਵਿੱਚ ਆ ਜਾਓ। ਕਿਉਂ ਸਵਰਗ ਦੇ ਵਿੱਚ ਆ ਜਾਓ? ਕਿਉਂਕਿ ਮੇਰੇ ਸਵਰਗ ਦੇ ਵਿੱਚ ਬਹੁਤ ਕੁਛ ਹੈ। ਹੁਣ ਆਪਾਂ ਨੇ ਕਈ ਵਾਰ ਸੁਣਿਆਗਾ ਸਵਰਗ ਦੇ ਵਿੱਚ ਸੋਨੇ ਦੀਆਂ ਸੜਕਾਂ ਨੇ। ਸਵਰਗ ਦੇ ਵਿੱਚ ਕੀ ਹੈ? ਮਤਲਬ ਸ਼ਾਂਤੀ ਹੈ। ਸਵਰਗ ਦੇ ਵਿੱਚ ਕੀ ਹੈ? ਮਤਲਬ ਉੱਥੇ ਕੋਈ ਦੁੱਖ ਨਹੀਂ ਹੈ, ਉੱਥੇ ਕੋਈ ਬਿਮਾਰੀ ਨਹੀਂ ਹੈ, ਉੱਥੇ ਕੋਈ ਗਰੀਬੀ ਨਹੀਂ ਹੈ, ਉੱਥੇ ਮੌਤ ਵੀ ਨਹੀਂ ਹੈ, ਉੱਥੇ ਜੁਦਾਈ ਵੀ ਨਹੀਂ ਹੈ। ਮਤਲਬ ਇੰਨਾ ਕੁਛ ਕੀ ਹੈ ਸਵਰਗ ਦੇ ਵਿੱਚ ਹੈ।
ਹੁਣ ਦੇਖੋ ਪ੍ਰਭੂ ਯਿਸੂ ਮਸੀਹ ਤਾਂ ਹੀ ਕਹਿੰਦੇ ਨੇ, ਪਰਮੇਸ਼ਵਰ ਤਾਂ ਹੀ ਕਹਿੰਦੇ ਨੇ ਤੁਸੀਂ ਕੀ ਕਰੋ, ਸਵਰਗ ਦੇ ਵਿੱਚ ਆ ਜਾਓ। ਲੇਕਿਨ ਕਿਵੇਂ ਆਓ? ਕੱਪੜੇ ਪਾ ਕੇ ਆਓ, ਆਗਿਆਕਾਰੀ ਕਰਦੇ ਹੋਏ ਆਓ। ਅਗਰ ਤੁਸੀਂ ਆਗਿਆਕਾਰੀ ਕਰਦੇ ਆਓਗੇ, ਕਿਉਂਕਿ ਉੱਥੇ ਜਿੰਨੇ ਵੀ ਲੋਕ ਨੇ ਸਾਰੇ ਆਗਿਆਕਾਰੀ ਕਰਦੇ ਨੇ, ਪ੍ਰਭੂ ਯਿਸੂ ਮਸੀਹ ਪਿਤਾ ਪਰਮੇਸ਼ਵਰ ਦੀ ਸੁਣਦੇ ਨੇ, ਤੇ ਪਿਤਾ ਪਰਮੇਸ਼ਵਰ ਪਵਿੱਤਰ ਆਤਮਾ ਦੀ ਸੁਣਦੇ ਨੇ, ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਦੀ ਸੁਣਦੇ ਨੇ। ਮਤਲਬ ਤਿੰਨੋਂ ਹੀ ਇੱਕ ਦੂਜੇ ਦੀ ਸੁਣਦੇ ਨੇ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਮੈਂ ਪਿਤਾ ਤੋਂ ਮੰਗਾਂਗਾ ਕਿ ਪਿਤਾ ਮੇਰੇ ਨਾਮ ਦੇ ਕਰਕੇ ਕਿਹਨੂੰ ਕਹੇ? ਪਵਿੱਤਰ ਆਤਮਾ ਨੂੰ ਕਹੇ ਕਿ ਉਹ ਧਰਤੀ ਉੱਪਰ ਜਾਏ। ਦੇਖੋ ਜਦ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਆਏ ਤਾਂ ਧਰਤੀ ਉੱਪਰ ਕਿੰਨਾ ਪਾਪ ਸੀਗਾ, ਲੇਕਿਨ ਪ੍ਰਭੂ ਯਿਸੂ ਮਸੀਹ ਤਾਂ ਆਏ ਇੱਥੇ, ਪਿਤਾ ਨੇ ਕਿਹਾ ਹੋਊਗਾ, ਪਵਿੱਤਰ ਆਤਮਾ ਨੇ ਕਿਹਾ ਹੋਊਗਾ ਚੱਲ ਤੂੰ ਧਰਤੀ ਉੱਪਰ ਜਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੀ ਆਗਿਆਕਾਰੀ ਕੀਤੀ। ਫਿਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਹੋ ਕੇ ਜਦ ਸਵਰਗ ਵਿੱਚ ਗਏ, ਫਿਰ ਕਿਹਾ ਚਲੋ ਪਵਿੱਤਰ ਆਤਮਾ ਤੁਸੀਂ ਚਲੋ ਧਰਤੀ ਉੱਪਰ। ਦੇਖੋ ਪਵਿੱਤਰ ਆਤਮਾ ਵੀ ਧਰਤੀ ਉੱਪਰ ਆ ਚੁੱਕੇ ਨੇ। ਅੱਜ ਵੀ ਇਸ ਧਰਤੀ ਉੱਪਰ ਕਿੰਨਾ ਪਾਪ ਹੈ, ਲੇਕਿਨ ਇਹ ਤਿੰਨੋਂ ਕੀ ਕਰਦੇ ਨੇ? ਇੱਕ ਦੂਜੇ ਦੀ ਆਗਿਆਕਾਰੀ ਕਰਦੇ ਨੇ। ਇਹਦਾ ਮਤਲਬ ਪਰਮੇਸ਼ਵਰ ਇਹੀ ਕਹਿੰਦੇ ਨੇ ਵੀ ਅਗਰ ਤੁਸੀਂ ਆਗਿਆਕਾਰੀ ਕਰਦੇ ਹੋ ਤਾਂ ਮੈਂ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵਾਂਗਾ। ਆਗਿਆਕਾਰੀ ਮਤਲਬ ਕੀ? ਕੱਪੜੇ। ਉਹ ਕੱਪੜੇ ਕੌਣ ਦਿੰਦਾ ਗਾ? ਉਹ ਕੱਪੜੇ ਤਾਂ ਪਰਮੇਸ਼ਵਰ ਦਿੰਦੇ ਨੇ। ਅਦਨ ਬਾਗ ਦੇ ਵਿੱਚ ਆਦਮ ਤੇ ਹਵਾ ਦਾ ਨੰਗਾਪਣ ਢਕਣ ਦੇ ਲਈ ਪਰਮੇਸ਼ਵਰ ਨੇ ਕੀ ਕੀਤਾ? ਚਮੜੇ ਦੇ ਬਸਤਰ ਦਿੱਤੇ। ਚਮੜਾ ਬਸਤਰ ਦੇਣ ਤੋਂ ਪਹਿਲਾਂ ਮਤਲਬ ਕੋਈ ਨਾ ਕੋਈ ਪਸ਼ੂ ਦਾ ਕੁਰਬਾਨ ਹੋਇਆ, ਕੋਈ ਨਾ ਕੋਈ ਲੇਲਾ ਜਾਂ ਕੋਈ ਨਾ ਕੋਈ ਮੇਮਣਾ ਦਾ ਕੁਰਬਾਨ ਹੋਇਆ ਜਿਹਨੇ ਆਪਣਾ ਲਹੂ ਬਹਾਇਆ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਆਏ, ਉਹਨਾਂ ਨੇ ਆਪਣਾ ਲਹੂ ਬਹਾਇਆਗਾ, ਉਹਨਾਂ ਨੇ ਆਪਣੀ ਜਾਨ ਦਿੱਤੀ ਹੈ। ਕਾਹਦੇ ਲਈ? ਕਿ ਇਨਸਾਨ ਆਗਿਆਕਾਰੀ ਕਰੇ। ਲੇਕਿਨ ਅੱਜ ਇਨਸਾਨ ਨੂੰ ਆਗਿਆਕਾਰੀ ਕਰਨੀ ਕਿੰਨੀ ਔਖੀ ਲੱਗ ਰਹੀ ਹੈ। ਅੱਜ ਇਨਸਾਨ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ, ਅੱਜ ਇਨਸਾਨ ਤੋਬਾ ਨਹੀਂ ਕਰਨਾ ਚਾਹੁੰਦਾ, ਅੱਜ ਇਨਸਾਨ ਬਪਤਿਸਮਾ ਨਹੀਂ ਲੈਣਾ ਚਾਹੁੰਦਾ। ਹਾਲੇਲੂਇਆ। ਅੱਜ ਇਨਸਾਨ ਲਹੂ ਦੇ ਨਾਲ ਸ਼ੁੱਧ ਨਹੀਂ ਹੋਣਾ ਚਾਹੁੰਦਾ। ਹੁਣ ਆਗਿਆਕਾਰੀ ਨਹੀਂ ਕਰਨਾ ਚਾਹੁੰਦਾ ਇਨਸਾਨ। ਇਹਦਾ ਮਤਲਬ ਜੋ ਇਨਸਾਨ ਆਗਿਆਕਾਰੀ ਨਹੀਂ ਕਰਦਾ ਉਹ ਇਨਸਾਨ ਕੀ ਹੈ? ਪਰਮੇਸ਼ਵਰ ਦੇ ਸਾਹਮਣੇ ਨੰਗਾ ਗਾ। ਪਰ ਨੰਗਾਪਨ ਕੀ ਹੈ? ਉਹ ਤਾਂ ਪਾਪ ਹੈ। ਨੰਗਾਪਨ ਕੀ ਹੈ? ਉਹ ਤਾਂ ਪਾਪ ਹੈ। ਔਰ ਪਾਪ ਪਰਮੇਸ਼ਵਰ ਨੂੰ ਪਸੰਦ ਨਹੀਂ। ਇਸ ਲਈ ਤਾਂ ਪਰਮੇਸ਼ਵਰ ਨੇ ਕੋਈ ਨਾ ਕੋਈ ਲੇਲਾ ਕੁਰਬਾਨ ਕੀਤਾ, ਇਸ ਲਈ ਕੋਈ ਨਾ ਕੋਈ ਮੇਮਣਾ ਕੁਰਬਾਨ ਕੀਤਾ, ਇਸ ਲਈ ਕੋਈ ਨਾ ਕੋਈ ਬੱਕਰਾ ਕੁਰਬਾਨ ਕੀਤਾ, ਕਿਉਂਕਿ ਇਨਸਾਨ ਦਾ ਜੋ ਨੰਗਾਪਨ ਹੈ, ਜਿਸ ਨੂੰ ਨੰਗੇਪਨ ਨੂੰ ਪਰਮੇਸ਼ਵਰ ਨਹੀਂ ਦੇਖ ਸਕਦੇ, ਉਸ ਨੂੰ ਪਰਮੇਸ਼ਵਰ ਢੱਕ ਦੇਣ। ਉਸ ਨੰਗੇਪਨ ਨੂੰ ਪਰਮੇਸ਼ਵਰ ਢੱਕ ਦੇਣ। ਇਸੇ ਲਈ ਪਰਮੇਸ਼ਵਰ ਅੱਜ ਵੀ ਚਾਹੁੰਦੇ ਨੇ ਕਿ ਜੇ ਤੁਹਾਡਾ ਨੰਗਾਪਨ ਹੈ ਉਸ ਨੂੰ ਕੀ ਕਰੋ? ਢੱਕ ਲਓ, ਆਗਿਆਕਾਰੀ ਕਰੋ। ਆਗਿਆਕਾਰੀ ਕਰੋਗੇ ਤਾਂ ਮੈਂ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵਾਂਗਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਸਵਰਗ ਦੇ ਵਿੱਚ ਇੱਕ ਐਸਾ ਦਰਖਤ ਹੈ ਜਿਹਨੂੰ ਕੀ 12 ਪ੍ਰਕਾਰ ਦੇ ਫਲ ਲੱਗਦੇ ਨੇ। ਹੁਣ ਦੇਖੋ ਇਹ 12 ਪ੍ਰਕਾਰ ਦੇ ਫਲ ਅਸੀਂ ਦੇਖਦੇ ਹਾਂ ਇੱਥੇ। ਸਾਨੂੰ ਤਾਂ ਮਤਲਬ ਰੁੱਤ ਅਨੁਸਾਰ ਹੀ ਫਲ ਮਿਲਦਾ ਇੱਥੇ ਇਸ ਧਰਤੀ ਉੱਪਰ ਤਾਂ। ਹੁਣ ਤਾਂ ਫਲ ਵੀ ਐਸਾ ਮਿਲਦਾ ਗਾ, ਮਤਲਬ ਖਾਣ ਲੱਗਾ ਸੋਚਦਾ ਪਹਿਲਾਂ ਵੀ ਸ਼ਾਇਦ ਕਿਹੜੇ ਕੈਮੀਕਲ ਨਾਲ ਤਿਆਰ ਕੀਤਾ ਗਿਆ ਗਾ, ਖਾ ਕੇ ਕੋਈ ਫਾਇਦਾ ਵੀ ਹੈ ਜਾਂ ਨਹੀਂ ਫਾਇਦਾ। ਹੁਣ ਦੇਖੋ ਕਿੰਨੇ ਸਾਰੇ ਫਲ ਆਉਣ ਲੱਗੇ, ਲੇਕਿਨ ਟੇਸਟ ਜਿਹੜਾ ਅੱਜ ਤੋਂ ਤਕਰੀਬਨ 18-20 ਸਾਲ 22 ਸਾਲ ਪਹਿਲਾਂ ਟੇਸਟ ਆਉਂਦਾ ਸੀਗਾ ਫਲਾਂ ਦੇ ਵਿੱਚ, ਅੱਜ ਕੱਲ੍ਹ ਉਹ ਟੇਸਟ ਮਿਲਦਾ ਹੀ ਨਹੀਂ। ਇਹਦਾ ਮਤਲਬ ਜਿੰਨੀ ਵੀ ਦਵਾਈ ਚੱਲ ਰਹੀ ਹੈ, ਜਿੰਨੀ ਵੀ ਸਪਰੇਅ ਹੋ ਰਹੀ ਹੈ, ਜਾਂ ਜਿੰਨਾ ਕੁਝ ਵੀ ਕਰ ਰਿਹਾ ਇਨਸਾਨ, ਉਹ ਤਾਂ ਕੈਮੀਕਲ ਪਾ ਕੇ ਤਿਆਰ ਕਰ ਰਿਹਾ ਗਾ। ਲੇਕਿਨ ਸਵਰਗ ਦੇ ਵਿੱਚ ਉਹ ਤਾਂ ਓਰੀਜਨਲ ਚੀਜ਼ ਹੋਊਗੀ, ਉਹ ਤਾਂ ਸ਼ੁੱਧ ਚੀਜ਼ਾਂ ਹੋਣਗੀਆਂ। ਔਰ ਦੇਖੋ ਇੱਕ ਮਤਲਬ ਜੋ ਐਸਾ ਦਰਖਤ ਹੈ ਜਿਹਨੂੰ 12 ਪ੍ਰਕਾਰ ਦਾ ਫਲ ਲੱਗਦਾ ਗਾ, 12 ਪ੍ਰਕਾਰ ਦਾ ਫਲ, ਉਹ ਪਰਮੇਸ਼ਰ ਨੇ ਕਿਹਦੇ ਲਈ ਰੱਖਿਆ ਹੋਇਆ ਗਾ? ਉਹ ਤਾਂ ਆਪਣੇ ਲੋਕਾਂ ਦੇ ਲਈ ਰੱਖਿਆ ਹੋਇਆ ਗਾ। ਔਰ ਬਾਈਬਲ ਦੇ ਵਿੱਚ ਪੜ੍ਹੋ ਪਹਿਲਾ ਕੁਰਿੰਥੀਆਂ ਉਹਦਾ 2 ਅਧਿਆਏ ਉਹਦਾ 9 ਵਚਨ। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਸ਼ਾਂਤੀ ਨਾਲ ਪੜ੍ਹਿਓ, ਧਿਆਨ ਨਾਲ ਸੁਣਿਓ। ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ, ਹੁਣ ਦੇਖੋ ਜਿਹੜੀਆਂ ਵਸਤਾਂ ਅੱਖੀ ਨਹੀਂ ਦੇਖੀਆਂ, ਨਾ ਕੰਨੀ ਸੁਣੀਆਂ, ਨਾ ਕੰਨੀ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਨਾ ਹੀ ਕਦੇ ਇਨਸਾਨ ਦੇ ਮਨ ਦੇ ਵਿੱਚ ਐਸੀਆਂ ਗੱਲਾਂ ਆਈਆਂ ਹੋਣਗੀਆਂ। ਜਿਹੜੀਆਂ ਵਸਤਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਪ੍ਰੇਮੀਆਂ ਲਈ, ਆਪਣੇ ਪ੍ਰੇਮੀਆਂ ਲਈ, ਮਤਲਬ ਜਿਹੜੀ ਉਹਦੀ ਆਗਿਆ ਮੰਨਦੇ ਨੇ ਉਹਨਾਂ ਲਈ ਤਿਆਰ ਕੀਤੀਆਂ ਹੋਈਆਂ ਨੇ। ਦੇਖੋ ਅੱਖ ਨੇ ਕਦੇ ਦੇਖਿਆ ਨਹੀਂ। ਹਾਲੇਲੂਇਆ। ਅੱਖਾਂ ਨੇ ਕਦੇ ਦੇਖਿਆ ਹੀ ਨਹੀਂ, ਔਰ ਕੰਨਾਂ ਨੇ ਕਦੇ ਸੁਣਿਆ ਵੀ ਨਹੀਂ। ਔਰ ਐਸੀ ਗੱਲ ਵੱਡੀ ਕਿ ਉਹਦੇ ਮਨ ਦੇ ਵਿੱਚ ਕਦੇ ਖਿਆਲ ਵੀ ਨਹੀਂ ਆਇਆ। ਅੱਜ ਕੋਈ ਵੀ ਇਨਸਾਨ ਇਸ ਧਰਤੀ ਉੱਪਰ ਕੰਮ ਕਰੇ ਨਾ ਤਾਂ ਪਹਿਲਾਂ ਉਹਦੇ ਲਈ ਸੋਚਦੇ ਨੇ। ਹੁਣ ਟੈਲੀਫੋਨ ਦੀ ਗੱਲ ਕਰੋ, ਮੋਬਾਈਲ ਦੀ ਗੱਲ ਕਰੋ, ਤਾਂ ਕਿਸੇ ਨਾ ਕਿਸੇ ਨੇ ਪਹਿਲਾਂ ਸੋਚਿਆ ਹੋਊਗਾ ਵੀ ਆਪਾਂ ਐਸਾ ਸਿਸਟਮ ਤਿਆਰ ਕਰਦੇ ਹਾਂ। ਕੈਸਾ ਸਿਸਟਮ ਕਿ ਲੋਕ ਹਵਾ ਵਿੱਚ ਗੱਲਾਂ ਕਰਨ। ਪਹਿਲਾਂ ਤਾਰ ਦੇ ਉੱਪਰ ਆਇਆ ਸੀ ਫੋਨ, ਫਿਰ ਉਸ ਤੋਂ ਬਾਅਦ ਕੀ ਕਰਿਆ ਉਹਨਾਂ ਨੇ? ਬਿਨਾਂ ਤਾਰ ਤੋਂ ਫੋਨ ਤਿਆਰ ਕੀਤਾ। ਇਹਦਾ ਮਤਲਬ ਕਿਸੇ ਨੇ ਕੁਝ ਪਹਿਲਾਂ ਖੋਜ ਕਰੀ ਹੋਊਗੀ, ਉਸ ਤੋਂ ਬਾਅਦ ਕੁਝ ਸੋਚਿਆ ਉਹਨਾਂ ਨੇ। ਲੇਕਿਨ ਬਾਈਬਲ ਦੱਸਦੀ ਹੈ ਕਿ ਧਰਤੀ ਉੱਪਰ ਰਹਿ ਕੇ ਤੁਸੀਂ ਐਸੇ ਗੱਲਾਂ ਨੂੰ ਸੋਚ ਵੀ ਨਹੀਂ ਸਕਦੇ ਕਿ ਜਿਹੜੀਆਂ ਗੱਲਾਂ ਪਰਮੇਸ਼ਵਰ ਨੇ ਸਵਰਗ ਦੇ ਵਿੱਚ ਕਿਹਦੇ ਲਈ ਤਿਆਰ ਕੀਤੀਆਂ ਹੋਈਆਂ ਨੇ?
ਆਪਣੇ ਲੋਕਾਂ ਦੇ ਲਈ, ਆਪਣੇ ਪ੍ਰੇਮੀਆਂ ਲਈ, ਆਪਣੇ ਲੋਕਾਂ ਦੇ ਲਈ। ਇਹਦਾ ਮਤਲਬ ਕਿ ਇਨਸਾਨ ਦੇ ਲਈ ਪਰਮੇਸ਼ਵਰ ਨੇ ਸਵਰਗ ਦੇ ਵਿੱਚ ਇੰਨਾ ਕੁਛ ਰੱਖਿਆ ਕਿ ਇਨਸਾਨ ਖਾ ਕੇ ਕਦੇ ਬੋਰ ਨਹੀਂ ਹੋਊ ਉਹਨੂੰ। ਅੱਜ ਇਨਸਾਨ ਘਰ ਦੇ ਵਿੱਚ ਕੁਛ ਖਾਂਦਾ ਗਾ, ਅਗਰ 2 ਦਿਨ ਖਾ ਲਵੇ, 3 ਦਿਨ ਖਾ ਲਵੇ, ਚੌਥੇ ਦਿਨ ਲੜਾਈ ਝਗੜਾ ਕਰ ਲੈਂਦਾ ਗਾ। ਹਰ ਰੋਜ਼ ਇਹੀ ਚੀਜ਼ ਖਾਈਏ, ਹਰ ਰੋਜ਼। ਇਹਦਾ ਮਤਲਬ ਕੀ ਕਿ ਪਰਮੇਸ਼ਵਰ ਨੇ ਉੱਥੇ ਇੰਨੀਆਂ ਆਈਟਮਾਂ ਰੱਖੀਆਂ ਹੋਣਗੀਆਂ, ਇੰਨਾ ਕੁਛ ਰੱਖਿਆ ਗਾ, ਇਨਸਾਨ ਖਾ ਕੇ ਕਦੇ ਵੀ ਉਹਨੂੰ ਬੋਰ ਨਹੀਂ ਹੋਊਗਾ। ਇੱਥੇ ਘਰ ਦੇ ਵਿੱਚ 2 ਦਿਨ ਗੋਭੀ ਬਣ ਜਾਏ ਜਾਂ 2 ਦਿਨ ਕੋਈ ਐਸੀ ਦਾਲ ਬਣ ਜਾਏ ਤਾਂ ਇਨਸਾਨ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਗਾ, ਹਰ ਰੋਜ਼ ਹੀ। ਲੇਕਿਨ ਸਵਰਗ ਦੇ ਵਿੱਚ ਮਤਲਬ ਉਹ ਗੱਲਾਂ ਸੋਚ ਨਹੀਂ ਸਕਦੇ, ਕਦੇ ਦੇਖਿਆ ਹੀ ਨਹੀਂ। ਆਪਾਂ ਕਹਿੰਦੇ ਆ ਕਿ 12 ਪ੍ਰਕਾਰ ਦਾ ਫਲ ਲੱਗੇਗਾ ਕਿ ਦਰਖਤ ਨੂੰ, ਇਹ ਤਾਂ ਆਪਣੀ ਸੋਚ ਹੈ। ਲੇਕਿਨ ਹੋ ਸਕੇ 1 ਮਹੀਨੇ ਦੇ ਵਿੱਚ ਅਗਰ 1 ਤਰ੍ਹਾਂ ਦਾ ਫਲ ਲੱਗ ਰਿਹਾ ਹੈ ਉਸ ਦਰਖਤ ਨੂੰ, ਤੇ ਕਿਹੜਾ ਇਨਸਾਨ ਹੈ ਜਿਹੜਾ ਹਰ ਰੋਜ਼ ਸੇਬ ਖਾਵੇ, ਹਰ ਰੋਜ਼ ਬਾਰ-ਬਾਰ, ਸੁਬਾਹ ਸੇਬ, ਦੁਪਹਿਰੇ ਸੇਬ, ਸ਼ਾਮ ਨੂੰ ਸੇਬ, ਮਤਲਬ ਹਰ ਵਾਰ ਸੇਬ ਖਾਵੇ ਤਾਂ ਇਨਸਾਨ ਬੋਰ ਹੋ ਜਾਊਗਾ। ਹੁਣ ਤਾਂ ਖਾਧਾ ਯਾਰ, ਹੁਣ ਤਾਂ ਖਾਧਾ। ਇਹਦਾ ਮਤਲਬ ਕਿ ਐਸੀਆਂ ਗੱਲਾਂ ਨਹੀਂ ਹੋਣੀਆਂ ਉੱਥੇ। ਮਤਲਬ ਜੋ ਗੱਲ ਲਿਖੀ ਆ ਬਾਈਬਲ ਦੇ ਵਿੱਚ ਕਿ 12 ਪ੍ਰਕਾਰ ਦਾ ਫਲ, ਇਹਦਾ ਮਤਲਬ ਇਹ ਨਹੀਂ ਕਿ ਇਨਸਾਨ 1 ਦਿਨ ਖਾਵੇ ਉਹਨੂੰ, 2 ਦਿਨ ਖਾਵੇ ਜਾਂ 3 ਦਿਨ ਖਾਵੇ ਜਾਂ 4 ਦਿਨ ਖਾਵੇ। ਹੁਣ ਖਾ ਕੇ ਲਗਾਤਾਰ ਕੀ ਕਰੂਗਾ ਇਨਸਾਨ, ਦਾ ਬੋਰ ਹੋ ਜਾਊਗਾ। ਅਰੇ ਕੀ ਕਹੂਗਾ ਪਰਮੇਸ਼ਰ ਹੁਣ ਨਹੀਂ ਮੈਂ ਖਾਣਾ ਇਹ, ਨਹੀਂ। ਮਤਲਬ ਐਸੀਆਂ ਗੱਲਾਂ ਹੋਣਗੀਆਂ ਕਿ ਇਨਸਾਨ ਦੇ ਮਨ ਦੇ ਉੱਪਰ ਆ ਹੀ ਨਹੀਂ ਸਕਦੀਆਂ। ਅਸੀਂ ਧਰਤੀ ਉੱਪਰ ਐਸੇ ਫਲ ਦੇਖੇ ਨਹੀਂ ਹੋਣੇ। ਹੁਣ ਆਪਾਂ ਕਈ ਵਾਰ ਸੁਣਦੇ ਹਾਂ ਕਿ ਇਜ਼ਰਾਈਲ ਦੇ ਵਿੱਚ ਕਿੰਨੇ ਸੋਹਣੇ ਫਲ ਨੇ, ਕਈ ਵਾਰ ਆਪਾਂ ਦੇਖਿਆਗਾ ਫੋਟੋ ਦੇ ਉੱਪਰ ਵੀ, ਮੋਬਾਈਲ ਦੇ ਉੱਪਰ ਕਿੱਡੇ ਕਿੱਡੇ ਵੱਡੇ ਫਲ ਨੇ। ਲੇਕਿਨ ਇਹਨਾਂ ਨਾਲ ਵੀ ਕਿੰਨੇ ਹੀ ਮਤਲਬ ਉੱਤਮ ਫਲ ਹੋਣਗੇ ਉੱਥੇ, ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਹੋਣਗੀਆਂ ਉੱਥੇ। ਲੇਕਿਨ ਕੌਣ ਜਾਊ ਉੱਥੇ? ਕਿ ਜਿਹਦਾ ਨੰਗਾਪਨ ਨਹੀਂ ਹੋਊਗਾ ਪਰਮੇਸ਼ਵਰ ਦੇ ਸਾਹਮਣੇ, ਜਿਹੜਾ ਇਨਸਾਨ ਕੱਪੜੇ ਪਾਇਆ ਹੋਊਗਾ ਉਹੀ ਤਾਂ ਉੱਥੇ ਜਾਊਗਾ। ਜਿਹਦਾ ਪਾਪ ਪਰਮੇਸ਼ਵਰ ਨੇ ਢਕਿਆ ਹੋਇਆਗਾ, ਜਿਹਦੇ ਪਾਪ क्षमा ਹੋ ਚੁੱਕੇ ਨੇ, ਜਿਹਦੀ ਬਦੀ ਪਰਮੇਸ਼ਵਰ ਦੇ ਲੇਖੇ ਨਹੀਂ ਲਾਉਂਦਾ, ਔਰ ਜਿਹਦੀ ਆਤਮਾ ਵਿੱਚ ਕਪਟ ਨਹੀਂ ਆ, ਉਹੀ ਤਾਂ ਇਨਸਾਨ ਉੱਥੇ ਜਾਊਗਾ। ਜਿਹੜਾ ਇਨਸਾਨ ਆਗਿਆਕਾਰੀ ਕਰਦਾ ਗਾ, ਲੇਕਿਨ ਅੱਜ ਇਨਸਾਨ ਨੂੰ ਕੀ ਲੱਗਦਾ ਗਾ ਕਿ ਆਗਿਆਕਾਰੀ ਕਰ ਲਈ ਕਿੰਨੀ 2 ਘੰਟੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਅੱਜ ਕੀ ਲੱਗਦਾ ਇਨਸਾਨ ਨੂੰ? ਅੱਜ 2 ਘੰਟੇ ਆਗਿਆਕਾਰੀ ਕਰ ਲਈ, 2.5 ਘੰਟੇ ਆਗਿਆਕਾਰੀ ਕਰ ਲਈ, 3 ਘੰਟੇ ਆਗਿਆਕਾਰੀ ਕਰ ਲਈ। ਕੀ ਪ੍ਰਾਰਥਨਾ ਕਰ ਲਈ, ਬਾਈਬਲ ਪੜ੍ਹ ਲਈ, ਉਸ ਤੋਂ ਬਾਅਦ ਜੋ ਕੁਝ ਕਰਨਾ ਕਰੋ। ਹੁਣ ਤਾਂ ਜ਼ਿਆਦਾ ਇਹ ਲੱਗਦਾ ਗਾ, ਹੁਣ ਦੇਖੋ ਲਾਕਡਾਊਨ ਚੱਲਦਾ ਪਿਆ, ਹੁਣ ਜ਼ਿਆਦਾਤਰ ਲੋਕ ਘਰੇ ਹੀ ਨੇ। ਲੇਕਿਨ ਸਾਨੂੰ ਕੀ ਲੱਗਦਾ ਜਲਦੀ 2 ਘੰਟੇ ਕੱਢ ਦਿਓ, ਜਲਦੀ 2.5 ਘੰਟੇ ਕੱਢ ਦਿਓ ਪਰਮੇਸ਼ਵਰ ਦੇ। ਉਸ ਤੋਂ ਬਾਅਦ ਜੋ ਸਾਡੇ ਬਾਕੀ ਸਮਾਂ ਕਹੋ ਕਿਹਦਾ ਗਾ, ਉਹਦਾ ਚਾਹੇ ਸ਼ੈਤਾਨ ਨੂੰ ਦੇ ਦਿਓ। ਫਿਰ ਉਹਦਾ ਫਾਇਦਾ ਵੀ ਕੀ ਆ 2.5 ਘੰਟੇ ਕੱਢਣ ਦਾ? ਫਿਰ ਉਹ ਵੀ ਨਾ ਕੱਢੋ। ਜਦ 2.5 ਘੰਟੇ ਤੁਹਾਨੂੰ ਲੱਗਦਾ ਵੀ 2.5 ਘੰਟੇ ਕੀ ਇੱਕ ਬੋਝ ਲੱਗਦਾ ਇਨਸਾਨ ਨੂੰ, ਅਗਰ ਨਾ ਕੱਢਿਆ ਤਾਂ ਪਰਮੇਸ਼ਵਰ ਦੇ 10 ਲੋਕ ਨਾਰਾਜ਼ ਹੋ ਜਾਣਗੇ, ਅਗਰ ਨਾ ਕੱਢਿਆ ਤਾਂ ਮੈਂ ਕਿਸੇ ਨੂੰ ਕੀ ਕਹੂੰਗਾ। ਇਹਦਾ ਮਤਲਬ ਕਿ 2.5 ਘੰਟੇ ਕੱਢ ਦਿਓ ਆਪਣੇ, ਉਸ ਤੋਂ ਬਾਅਦ ਜੋ ਮਰਜ਼ੀ ਕਰੀ ਜਾਓ, ਜੋ ਕੁਝ ਮਰਜ਼ੀ ਕਰੀ ਜਾਓ। ਫਿਰ ਉਹਦਾ ਫਾਇਦਾ ਵੀ ਕੀ ਹੈ? ਅਗਰ ਕੱਢਣਾ ਗਾ ਤਾਂ ਪੂਰਾ ਸਮਾਂ ਪਰਮੇਸ਼ਵਰ ਨੂੰ ਦਿਓ ਨਾ। ਚਲੋ ਮੰਨ ਕੇ ਚੱਲੋ ਥੋੜੇ ਟਾਈਮ ਬਾਅਦ ਲਾਕਡਾਊਨ ਖਤਮ ਹੋ ਗਿਆ, ਉਸ ਤੋਂ ਬਾਅਦ ਇਨਸਾਨ ਕਿੱਥੇ ਹੋ ਜਾਊਗਾ? ਆਪਣੇ ਕੰਮ ਕਾਰ ਵਿੱਚ ਬਿਜ਼ੀ ਹੋ ਜਾਊਗਾ। ਫਿਰ 2.5 ਘੰਟੇ ਵੀ ਨਹੀਂ ਨਿਕਲਣੇ, ਫਿਰ 2.5 ਘੰਟੇ ਨਹੀਂ ਨਿਕਲਣੇ, ਫਿਰ ਕੀ ਕਰੋਗੇ? ਇਹਦਾ ਮਤਲਬ ਕਿ ਜੋ ਸਮਾਂ ਹੈ, ਜਿੰਨਾ ਵੀ ਸਮਾਂ ਹੈ, ਪੂਰਾ ਸਮਾਂ ਪਰਮੇਸ਼ਵਰ ਨੂੰ ਦਿਓ, ਪੂਰਾ ਸਮਾਂ ਪਰਮੇਸ਼ਵਰ ਨੂੰ ਦਿਓ। ਹੁਣ ਪਿਛਲੀਆਂ ਗੱਲਾਂ ਨੂੰ ਦੇਖੋ, ਪਿਛਲੇ ਸਮੇਂ ਤੋਂ ਕਿੰਨੀ ਆਗਿਆਕਾਰੀ ਕੀਤੀ ਹੈ, ਜਾਂ ਹੁਣ ਅਸੀਂ ਕਿੰਨੀ ਆਗਿਆਕਾਰੀ ਕਰ ਰਹੇ ਹਾਂ। ਇਹਦਾ ਮਤਲਬ ਕਿ ਅਗਰ 2.5 ਘੰਟੇ ਕੱਢ ਵੀ ਰਹੇ ਹੋ ਤਾਂ ਕੋਈ ਵੱਡੀ ਗੱਲ ਨਹੀਂ ਹੈ। ਪਿਛਲਾ ਬਕਾਇਆ ਦੇਖੋ। ਲੇਕਿਨ ਸਭ ਤੋਂ ਵੱਡੀ ਗੱਲ ਕਿ ਇਨਸਾਨ ਅੱਜ ਉਲਝਿਆ ਪਿਆ ਗਾ, ਕੋਈ ਟੀਵੀ ਦੇ ਉੱਪਰ ਉਲਝਿਆ ਪਿਆ ਗਾ, ਕੋਈ ਫਿਲਮਾਂ ਦੇ ਵਿੱਚ ਉਲਝਿਆ ਹੋਇਆ ਗਾ, ਕੋਈ ਮੋਬਾਈਲ ਦੇ ਉੱਪਰ ਉਲਝਿਆ ਹੋਇਆ ਗਾ। ਇੱਥੇ ਤੱਕ ਕਿ ਲੋਕਾਂ ਨੂੰ ਹੁਣ ਮਤਲਬ ਸ਼ਾਂਤੀ ਨਹੀਂ ਮਿਲਦੀ ਪਈ ਜਦ ਦੇ ਮੋਬਾਈਲ ਆ ਕੇ ਲੋਕਾਂ ਲਵੇ। ਇੱਥੇ ਤੱਕ ਕਈ ਲੋਕ ਐਸੇ ਨੇ ਕਿ ਅਗਰ ਉਹ ਟੋਇਲਟ ਹੋ ਜਾਂਦੇ ਨੇ, 2 ਨੰਬਰ ਜਾਂਦੇ ਨੇ ਟੋਇਲਟ, ਮੋਬਾਈਲ ਨਾਲ ਲੈ ਕੇ ਜਾਂਦੇ ਨੇ। ਉੱਥੇ ਮੋਬਾਈਲ ਨੂੰ ਬੈਠੇ ਬੈਠੇ ਦੇਖਣਗੇ ਸਾਰੇ ਕੁਛ। ਮਤਲਬ ਇੰਨਾ ਇਨਸਾਨ ਬਿਜੀ ਹੋ ਚੁੱਕਿਆ ਮੋਬਾਈਲ ਦੇ ਵਿੱਚ, ਇੰਨਾ ਇਨਸਾਨ ਬਿਜੀ ਹੋ ਚੁੱਕਿਆ ਗਾ ਮੋਬਾਈਲ ਦੇ ਨਾਲ। ਲੇਕਿਨ ਲੱਗਦਾ ਕੀ ਹੈ ਕਿ 2.5 ਘੰਟੇ ਕੱਢ ਕੇ ਅਸੀਂ ਕੀ ਆ ਪਰਮੇਸ਼ਵਰ ਦੇ ਉੱਪਰ ਅਹਿਸਾਨ ਕਰਦਾ। ਇਹ ਪਰਮੇਸ਼ਵਰ ਹੁਣ ਤੇਰਾ ਮਿਲ ਗਿਆ ਤੈਨੂੰ 2.5 ਘੰਟਾ, ਚੁੱਪ ਕਰ, ਹੁਣ ਨਾ ਬੋਲੀ, ਹੁਣ ਬਾਕੀ ਮੈਂ ਆਪੇ ਟਾਈਮ ਕੱਢੂਗਾ ਆਪਣਾ। ਫਿਰ ਇਨਸਾਨ ਮੋਬਾਈਲ ਦੇ ਉੱਪਰ ਕਦੇ ਫਲਾਣੀ ਜਗ੍ਹਾ ਇਸ ਤਰ੍ਹਾਂ ਟਾਈਮ ਖਰਾਬ ਕਰਦਾ ਗਾ। ਸਹੀ ਦੇ ਵਿੱਚ ਜ਼ਿਆਦਾਤਰ ਲੋਕਾਂ ਕੋਲ ਜੋ ਸ਼ਾਂਤੀ ਹੋਣੀ ਚਾਹੀਦੀ ਹੈ, ਉਹ ਇਨਸਾਨ ਦੇ ਕੋਲ ਸ਼ਾਂਤੀ ਨਹੀਂ, ਜ਼ਿਆਦਾ ਮੋਬਾਈਲ ਆ ਚੁੱਕਿਆ ਗਾ। ਅੱਜ ਇਨਸਾਨ ਮੋਬਾਈਲ ਦਾ ਇੰਨਾ ਬਿਜੀ ਹੋ ਚੁੱਕਿਆ ਗਾ ਕਿ ਉਹਦੇ ਕੋਲ ਕੌਣ ਆ ਰਿਹਾ ਗਾ, ਉਹਦੇ ਕੋਲ ਕੌਣ ਬੈਠਾ ਗਾ, ਔਰ ਕੌਣ ਉੱਠ ਕੇ ਜਾ ਰਿਹਾ ਗਾ, ਉਹਨੂੰ ਪਤਾ ਹੀ ਨਹੀਂ ਚੱਲਦਾ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ?
ਕਿ ਤੁਸੀਂ ਆਗਿਆਕਾਰੀ ਕਰੋ। ਆਗਿਆਕਾਰੀ 1 ਦਿਨ ਦੀ ਨਹੀਂ, ਆਗਿਆਕਾਰੀ 2 ਦਿਨ ਦੀ ਨਹੀਂ, ਆਗਿਆਕਾਰੀ 2.5 ਘੰਟੇ ਦੀ ਨਹੀਂ। ਆਗਿਆਕਾਰੀ ਕਦ ਤੱਕ ਕਰੋ ਕਿ ਜਦ ਤੱਕ ਅਸੀਂ ਇਸ ਧਰਤੀ ਉੱਪਰ ਹਾਂ, ਜਾਂ ਫਿਰ ਜਦ ਤੱਕ ਯਿਸੂ ਮਸੀਹ ਨਹੀਂ ਆ ਜਾਂਦੇ, ਉਦੋਂ ਤੱਕ ਆਗਿਆਕਾਰੀ ਕਰੋ। ਲੇਕਿਨ ਅੱਜ ਇਨਸਾਨ ਨੂੰ ਇੱਕ ਤਾਂ ਗੌਰਮੈਂਟ ਨੇ 1.5 GB ਦਿੱਤਾ ਹੋਇਆ ਨੈਟ, ਇਨਸਾਨ ਨੂੰ ਉਹਨਾਂ 'ਚ ਚੈਨ ਨਹੀਂ ਮਿਲਦਾ ਕਿ ਜਿੰਨਾ ਚਿਰ 1.5 GB ਖਤਮ ਨਾ ਹੋ ਜਾਏ। ਜਦੋਂ 1.5 GB ਖਤਮ ਹੋ ਗਿਆ ਫਿਰ ਇਨਸਾਨ ਸੋਚਦਾ ਇੰਨਾ ਜਲਦੀ ਖਤਮ ਹੋ ਗਿਆ, ਚਲੋ ਹੁਣ ਪ੍ਰਾਰਥਨਾ ਕਰ ਲੈਂਦੇ ਹਾਂ, ਚਲੋ ਹੁਣ ਬਾਈਬਲ ਪੜ੍ਹ ਲੈਂਦੇ ਹਾਂ। ਫਿਰ ਇਨਸਾਨ ਨੂੰ ਇਹ ਲੱਗਦਾ ਗਾ ਇਹਦਾ ਮਤਲਬ ਕਿ ਬਚਿਆ ਹੋਇਆ ਟਾਈਮ ਇਨਸਾਨ ਪਰਮੇਸ਼ਵਰ ਨੂੰ ਦੇ ਰਿਹਾ ਗਾ। ਜਿਹੜਾ ਹੁਣ ਇਨਸਾਨ ਐਸਾ ਕਰ ਰਿਹਾ ਪਰਮੇਸ਼ਵਰ ਨਾਲ, ਕਿ ਉਹ ਇਨਸਾਨ ਸਵਰਗ ਵਿੱਚ ਜਾ ਸਕਦਾ ਗਾ? ਉਸਨੂੰ ਖੁਦ ਨੂੰ ਪੁੱਛਣਾ ਚਾਹੀਦਾ ਗਾ, ਖੁਦ ਨੂੰ ਸਵਾਲ ਕਰਨਾ ਚਾਹੀਦਾ ਗਾ, ਮੈਂ ਕਿੰਨਾ ਕੁ ਸਮਾਂ ਪਰਮੇਸ਼ਵਰ ਨਾਲ ਦੇ ਰਿਹਾ ਗਾ, ਔਰ ਮੈਂ ਕਿੰਨੀ ਕੁ ਵਫਾਦਾਰੀ ਕਰ ਰਿਹਾ ਗਾ, ਮੈਂ ਕਿੰਨੀ ਕੁ ਆਗਿਆਕਾਰੀ ਕਰ ਰਿਹਾ ਗਾ। ਜਾ ਕੇ ਸਵਰਗ ਦੇ ਵਿੱਚ ਤਾਂ ਸਾਰੇ ਹੀ ਸਵਰਗਦੂਤ ਕੀ ਕਰਦੇ ਨੇ? ਆਗਿਆਕਾਰੀ ਕਰਦੇ ਨੇ। ਹੁਣ ਜਿਹੜਾ ਇਨਸਾਨ ਮਤਲਬ ਕਿ ਪਰਮੇਸ਼ਵਰ ਦੀ ਗੱਲ ਮੰਨਦਾ ਹੀ ਨਹੀਂ ਇਸ ਧਰਤੀ ਦੇ ਉੱਪਰ, ਤਾਂ ਜੋ ਆਪਾਂ ਪੜ੍ਹਿਆ ਸੀਗਾ ਉਹਦੇ ਵਿੱਚ ਲੂਕਾ ਉਹਦੀ 14:15 ਦੇ ਵਿੱਚ ਕੀ ਕਿਹਾ ਸੀਗਾ ਵੀ ਧੰਨ ਹੈ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ। ਇੱਕ ਵਾਰ ਪੜ੍ਹੋ ਜੀ। ਲੂਕਾ 14:15। ਉਹਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਹਨਾਂ ਗੱਲਾਂ ਨੂੰ ਸੁਣ ਕੇ ਉਹਨੂੰ ਕਿਹਾ ਕਿ ਧੰਨ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਰੋਟੀ ਖਾਊਗਾ। ਮਤਲਬ ਜਿਹੜਾ ਰੋਟੀ ਖਾਏਗਾ ਧੰਨ ਹੈ। ਹੁਣ ਦੇਖੋ ਸਵਰਗ ਵਿੱਚ ਸਾਰੇ ਜਾਣਾ ਚਾਹੁੰਦੇ ਨੇ। ਹੁਣ ਦੇਖੋ ਉੱਥੇ ਕਿੰਨਾ ਕੁਛ ਹੈ, ਅੱਖਾਂ ਨੇ ਦੇਖਿਆ ਨਹੀਂ, ਕੰਨਾਂ ਨੇ ਸੁਣਿਆ ਨਹੀਂ, ਮਨ ਦੇ ਵਿੱਚ ਗੱਲਾਂ ਨਹੀਂ ਆਈਆਂ, ਮਤਲਬ ਇੰਨਾ ਕੁਛ ਉੱਥੇ ਹੈ। ਲੇਕਿਨ ਕੌਣ ਉੱਥੇ ਜਿਹੜਾ ਜਾ ਕੇ ਉਹ ਚੀਜ਼ਾਂ ਨੂੰ ਖਾਊਗਾ? ਹਾਲੇਲੂਇਆ, ਹਾਲੇਲੂਇਆ। ਉਹ ਤਾਂ ਕੋਈ ਵਿਰਲਾ ਹੀ ਜਾਊਗਾ ਉੱਥੇ, ਸਾਰੇ ਤਾਂ ਜਾਣ ਵਾਲੇ ਹੀ ਨਹੀਂ ਹੈਗੇ ਉੱਥੇ। ਕਿਉਂ? ਕਿਉਂਕਿ ਇਨਸਾਨ ਨੂੰ ਐਸਾ ਲੱਗਦਾ 2-2.5 ਘੰਟੇ ਦੇ ਦਿਓ ਪਰਮੇਸ਼ਵਰ ਨੂੰ, ਉਸ ਤੋਂ ਬਾਅਦ ਜਿਹੜੇ ਸਾਡੇ ਲਈ ਬਚ ਗਏ ਕਿੰਨੇ 21.5 ਘੰਟੇ, ਉਹ ਕੀ ਕਰੋ? ਉਹਦੇ ਵਿੱਚ ਜੋ ਮਰਜ਼ੀ ਕਰੋ। ਜਦ ਕਿ ਉਲਟਾ ਹੋਣਾ ਚਾਹੀਦਾ। ਹੁਣ ਤਾਂ 2.5 ਘੰਟੇ ਆਪਣੇ ਵਾਸਤੇ ਰੱਖੋ, ਉਹਦੇ ਵਿੱਚ ਨਹਾਓ, ਖਾਓ, ਬਸ ਇੰਨਾ ਕਰੋ। ਉਸ ਤੋਂ ਬਾਅਦ ਚਲੋ ਪਰਮੇਸ਼ਵਰ ਦੇ ਨਾਲ ਸਮਾਂ ਬਿਤਾਓ, ਜਿੰਨਾ ਬਿਤਾ ਸਕਦੇ ਹੋ। ਕਰੋ ਪ੍ਰਾਰਥਨਾ, ਪੂਰਾ ਬੋਝ ਰੱਖ ਕੇ ਕਰੋ ਨਾ ਪ੍ਰਾਰਥਨਾ। ਕਰੋ ਨਾ ਬੈਠ ਵਾਸਤੇ ਵਰਤ ਰੱਖ ਕੇ ਕਰੋ ਨਾ ਪ੍ਰਾਰਥਨਾ ਪਰਮੇਸ਼ਵਰ ਅੱਗੇ। ਵੜ ਜਾਓ ਕਮਰੇ ਦੇ ਵਿੱਚ, ਔਰ ਕੋਈ ਵੀ ਨਾ ਆਵੇ ਤੁਹਾਡੇ ਲਵੇ, ਗੁਪਤ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ। ਲੇਕਿਨ ਇਨਸਾਨ ਨੂੰ ਕੀ ਹੈ? 2-2.5 ਘੰਟੇ ਦੇ ਕੇ ਪਰਮੇਸ਼ਵਰ ਨੂੰ 21-22 ਘੰਟੇ ਆਪ ਬੈਠੋ ਔਰ ਜੋ ਮਰਜ਼ੀ ਕਰੋ। ਲੇਕਿਨ ਸਹੀ ਦੇ ਵਿੱਚ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਤੁਸੀਂ ਆਗਿਆਕਾਰੀ ਕਰੋ। ਪਰਮੇਸ਼ਵਰ ਕੀ ਕਹਿੰਦੇ ਨੇ ਕਿ ਮੇਰੇ ਲਹੂ ਨਾਲ ਸ਼ੁੱਧ ਹੋ ਜਾਓ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਔਰ ਮੇਰਾ ਲਹੂ ਤੁਹਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਗਾ। ਔਰ ਫਿਰ ਜੋ 14:22 ਦੇ ਵਿੱਚ ਕੀ ਲਿਖਿਆ ਗਾ? ਉਸ ਨੌਕਰ ਨੇ ਆਖਿਆ, ਸੁਆਮੀ ਜੀ, ਜਿਵੇਂ ਤੁਸੀਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ, ਅਤੇ ਅਜੇ ਥਾਂ ਹੈ। ਨਹੀਂ ਕੀ ਪੜ ਰਹੇ? ਲੂਕਾ 14:22 15 ਪੜ੍ਹੋ। ਉਹਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਹਨਾਂ ਗੱਲਾਂ ਨੂੰ ਸੁਣ ਕੇ ਉਹਨੂੰ ਕਿਹਾ, ਧੰਨ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਰੋਟੀ ਖਾਊਗਾ। ਹਾਂ, ਧੰਨ ਕੀ ਹੈ? ਕਿ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਰੋਟੀ ਖਾਊਗਾ। ਮਤਲਬ ਧੰਨ ਹੈ ਉਹ ਇਨਸਾਨ ਕਿ ਜੋ ਪਰਮੇਸ਼ਵਰ ਦੇ ਰਾਜ ਵਿੱਚ ਜਾਏਗਾ। ਅਰੇ ਦੇ ਉੱਪਰ 14:24 ਲੂਕਾ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਾਈ ਉਹਨਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ, ਇੱਕ ਵੀ ਮੇਰਾ ਖਾਣਾ ਨਾ ਚੱਖੇ। ਮਤਲਬ ਦੇਖੋ ਸੱਦਾ ਸਾਰੇ ਲਈ ਹੈ। ਪਰਮੇਸ਼ਵਰ ਸਾਰੇ ਕਹਿੰਦੇ ਨੇ ਸਾਰੇ ਆ ਜਾਣ, ਲੇਕਿਨ ਸੱਦਾ ਸਾਰੇ ਲਈ ਹੈ। ਲੇਕਿਨ ਪਰਮੇਸ਼ਵਰ ਕਹਿੰਦਾ ਵੀ ਉਹਨਾਂ ਵਿੱਚੋਂ ਇੱਕ ਆਦਮੀ ਵੀ ਮੇਰੇ ਘਰ ਦੇ ਵਿੱਚ ਖਾਣਾ ਨਹੀਂ ਖਾਏਗਾ। ਕਾਰਨ ਕੀ? ਕਿਉਂਕਿ ਉਹ ਨਕੰਮੇ ਨੇ, ਉਹ ਨਲਾਇਕ ਨੇ। ਇਹਦਾ ਮਤਲਬ ਕਿ ਪਰਮੇਸ਼ਵਰ ਇਹੀ ਚਾਹੁੰਦੇ ਨੇ ਕਿ ਇਨਸਾਨ ਹੈ ਜੋ ਉਹ ਕੱਪੜੇ ਪਾ ਲਵੇ, ਮਤਲਬ ਆਗਿਆਕਾਰੀ ਕਰ ਲਵੇ। ਆਗਿਆਕਾਰੀ ਕਿਹੜੀ? ਵਿਸ਼ਵਾਸ ਕਰੇ, ਤੋਬਾ ਕਰੇ, ਬਪਤਿਸਮਾ ਲਵੇ, ਔਰ ਪਾਪਾਂ ਦੀ ਮਾਫੀ ਲੈ ਕੇ ਪਵਿੱਤਰ ਆਤਮਾ ਨੂੰ ਪਾ ਲਵੇ, ਫਿਰ ਆਗਿਆਕਾਰੀ ਕਰਨਾ ਸ਼ੁਰੂ ਕਰੇ। ਔਰ ਜਿਹੜਾ ਇਨਸਾਨ ਬਪਤਿਸਮਾ ਲੈ ਚੁੱਕਿਆ ਗਾ, ਜਿਹੜਾ ਇਨਸਾਨ ਤੋਬਾ ਕਰ ਚੁੱਕਿਆ ਗਾ, ਜਿਹੜਾ ਇਨਸਾਨ ਪਵਿੱਤਰ ਆਤਮਾ ਪਾ ਚੁੱਕਿਆ ਗਾ, ਅਗਰ ਉਹ ਆਗਿਆਕਾਰੀ ਛੱਡ ਦੇਵੇ, ਉਹ ਪਰਮੇਸ਼ਵਰ ਦੇ ਵਚਨਾਂ ਨੂੰ ਮੰਨਣਾ ਛੱਡ ਦੇਵੇ, ਤਾਂ ਫਿਰ ਉਹਦੇ ਵਿੱਚ ਵੀ ਕੋਈ ਫਰਕ ਨਹੀਂ। ਪਰਮੇਸ਼ਵਰ ਤਾਂ ਇਹੀ ਕਹਿੰਦੇ ਨੇ ਵੀ ਆਗਿਆਕਾਰੀ ਕਰਨੀ ਹੈ ਕਦ ਤੱਕ ਕਰੋ? ਜਦ ਤੱਕ ਮੈਂ ਨਹੀਂ ਆਉਂਦਾ, ਜਾਂ ਜਦ ਤੱਕ ਤੁਸੀਂ ਪਹਿਲਾਂ ਮੇਰੇ ਲਈ ਵੀ ਨਹੀਂ ਆ ਜਾਂਦੇ, ਤਦ ਤੱਕ ਹੀ ਕਰਨੀ ਹੈ, ਤਦ ਤੱਕ ਆਗਿਆਕਾਰੀ ਕਰਨੀ। ਮਤਲਬ ਜਿੰਨਾ ਚਿਰ ਵੀ ਇਸ ਧਰਤੀ ਉੱਪਰ ਬਸ ਇੱਥੇ ਤੱਕ ਹੀ ਆਗਿਆਕਾਰੀ ਕਰਨੀ ਹੈ, ਉਸ ਤੋਂ ਬਾਅਦ ਆਗਿਆਕਾਰੀ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਕਿਉਂਕਿ ਸਵਰਗ ਦੇ ਵਿੱਚ ਫਿਰ ਕੋਈ ਪਾਪ ਨਹੀਂ ਹੈ, ਸਵਰਗ ਦੇ ਵਿੱਚ ਕੋਈ ਫਿਰ ਐਸਾ ਵੱਡਾ ਕੰਮ ਨਹੀਂ ਹੈ। ਲੇਕਿਨ ਆਗਿਆਕਾਰੀ ਕਦ ਤੱਕ ਕਰਨੀ ਹੈ? ਕਿ ਜਦ ਤੱਕ ਧਰਤੀ ਦੇ ਉੱਪਰ, ਧਰਤੀ ਉੱਪਰ ਜੀਵਨ ਵੀ ਕਿੰਨਾ ਰਹਿ ਗਿਆ ਹੁਣ, ਕਿੰਨਾ ਜੀਵਨ ਧਰਤੀ ਉੱਪਰ। ਲੇਕਿਨ ਉਹੀ ਆਗਿਆਕਾਰੀ ਕਰੋ। ਆਗਿਆਕਾਰੀ ਮਤਲਬ ਕਰੋਗੇ ਤਾਂ ਕੀ ਹੋ ਜਾਊਗਾ? ਨੰਗਾਪਣ ਢਕਿਆ ਰਹੇਗਾ, ਔਰ ਨੰਗਾਪਣ ਢਕਿਆ ਰਹੇਗਾ ਤਾਂ ਪਰਮੇਸ਼ਵਰ ਕੀ ਹੈ? ਉਹ ਸਾਡਾ ਪਾਪ ਢੱਕ ਦਿੰਦੇ ਨੇ।
ਪਰਮੇਸ਼ਰ ਕੀ ਕਹਿੰਦੇ ਨੇ ਉਸਨੂੰ ਧੰਨ ਕਹਿੰਦੇ ਨੇ। ਅਗਰ ਆਗਿਆਕਾਰੀ ਨਹੀਂ ਕਰੋਗੇ ਤਾਂ ਫਿਰ ਪਰਮੇਸ਼ਰ ਕਦੇ ਵੀ ਖੁਸ਼ ਨਹੀਂ ਹੁੰਦੇ। ਔਰ ਬਿਨਾਂ ਆਗਿਆਕਾਰੀ ਤੋਂ ਸਵਰਗ ਵਿੱਚ ਚਲੇ ਗਏ ਤਾਂ ਉੱਥੇ ਹੋ ਹੀ ਨਹੀਂ ਸਕਦਾ। ਅਗਰ ਚਲੇ ਵੀ ਗਏ ਤਾਂ ਪਰਮੇਸ਼ਰ ਕੀ ਕਹੇਗਾ, ਇਹ ਕਿਸ ਤਰ੍ਹਾਂ ਇੱਥੇ ਆ ਗਿਆ, ਇਹਨੂੰ ਚੱਕ ਕੇ ਬਾਹਰ ਸੁੱਟ ਦਿਓ। ਬਾਹਰ ਮਤਲਬ ਨਰਕ ਵਿੱਚ ਸੁੱਟ ਦਿਓ। ਹੁਣ ਦੇਖੋ ਸਵਰਗ ਦੇ ਵਿੱਚ ਕਿੰਨਾ ਕੁਛ ਹੈ, ਕਿੰਨਾ ਹੀ ਕੁਛ ਹੈ। ਉੱਥੇ ਕੋਈ ਮੌਤ ਨਹੀਂ, ਉੱਥੇ ਕੋਈ ਗਰੀਬੀ ਨਹੀਂ, ਉੱਥੇ ਕੋਈ ਬਿਮਾਰੀ ਨਹੀਂ, ਲੇਕਿਨ ਸਹੀ ਦੇ ਵਿੱਚ ਉੱਥੇ ਖਾਣ ਦੇ ਲਈ ਬਹੁਤ ਕੁਛ ਹੈ। ਉੱਥੇ ਬਹੁਤ ਹੀ ਕੁਛ ਹੈ ਔਰ ਸਿਰਫ ਉੱਥੇ ਖਾਣਾ ਹੀ ਹੈ, ਕੁਛ ਵੀ ਨਹੀਂ ਕਰਨਾ। ਲੇਕਿਨ ਖਾਊ ਕੌਣ, ਉੱਥੇ ਜਾਊ ਕੌਣ? ਜਿਹੜੇ ਜੀਵਨ ਦੇ ਵਿੱਚ ਆਗਿਆਕਾਰੀ ਹੋਊਗੀ। ਔਰ ਜਿਹਦਾ ਨੰਗਾਪਣ ਪਰਮੇਸ਼ਵਰ ਦੇ ਸਾਹਮਣੇ ਨਹੀਂ ਹੋਊਗਾ, ਜਿਹਦਾ ਨੰਗਾਪਣ ਪਰਮੇਸ਼ਵਰ ਦੇ ਸਾਹਮਣੇ ਨਹੀਂ, ਉਹੀ ਇਨਸਾਨ ਸਵਰਗ ਦੇ ਵਿੱਚ ਜਾ ਸਕਦਾ ਗਾ। ਹੁਣ ਤੁਸੀਂ ਫੈਸਲਾ ਕਰਨਾ ਗਾ ਕਿ ਕੀ ਤੁਹਾਡਾ ਨੰਗਾਪਣ ਪਰਮੇਸ਼ਵਰ ਦੇ ਸਾਹਮਣੇ ਤਾਂ ਨਹੀਂ ਆ ਰਿਹਾ, ਕਿ ਅਨਾਗਿਆਕਾਰੀ ਪਰਮੇਸ਼ਵਰ ਦੇ ਸਾਹਮਣੇ ਤਾਂ ਨਹੀਂ ਆ ਰਹੀ। ਅਗਰ ਅਨਾਗਿਆਕਾਰੀ ਜੀਵਨ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਮਿਹਰਬਾਨੀ ਕਰਕੇ ਉਸ ਅਨਾਗਿਆਕਾਰੀ ਨੂੰ ਛੱਡ ਦਿਓ, ਕਿਉਂਕਿ ਪਰਮੇਸ਼ਵਰ ਸਾਨੂੰ ਬਹੁਤ ਜਲਦੀ ਲੈਣ ਦੇ ਲਈ ਆ ਰਹੇ ਨੇ। ਆਦਮ ਤੇ ਹਵਾ ਨੂੰ ਪਰਮੇਸ਼ਵਰ ਨੇ ਚਮੜੇ ਦੇ ਕੱਪੜੇ ਦਿੱਤੇ। ਉਸ ਟਾਈਮ ਲਹੂ ਬਹਾਇਆ ਗਿਆ ਕਿਸੇ ਦਾ, ਲੇਕਿਨ ਲਹੂ ਤਾਂ ਅੱਜ ਵੀ ਮਿਲਦਾ ਗਾ ਪ੍ਰਭੂ ਯਿਸੂ ਮਸੀਹ ਦਾ। ਆਪਣੇ ਆਪ ਨੂੰ ਸ਼ੁੱਧ ਕਰ ਲਓ, ਉਸ ਤੋਂ ਬਾਅਦ ਆਗਿਆਕਾਰੀ ਕਰੋ। ਔਰ ਬਿਨਾਂ ਬਪਤਿਸਮਾ ਤੋਂ ਆਗਿਆਕਾਰੀ ਕਰ ਰਹੇ ਹੋ ਤਾਂ ਉਹਦਾ ਕੋਈ ਵੀ ਫਾਇਦਾ ਨਹੀਂ। ਅਗਰ ਬਪਤਿਸਮਾ ਲੈ ਕੇ ਆਗਿਆਕਾਰੀ ਨਹੀਂ ਕਰ ਰਹੇ ਤਾਂ ਫਿਰ ਵੀ ਕੋਈ ਫਾਇਦਾ ਨਹੀਂ। ਬਪਤਿਸਮਾ ਲੈ ਚੁੱਕੇ ਹੋ, ਆਗਿਆਕਾਰੀ ਕਰੋ। ਅਗਰ ਬਪਤਿਸਮਾ ਨਹੀਂ ਲਿਆ ਤਾਂ ਬਪਤਿਸਮਾ ਲੈ ਕੇ ਆਗਿਆਕਾਰੀ ਕਰੋ, ਫਿਰ ਪਰਮੇਸ਼ਵਰ ਦੇ ਰਾਜ ਵਿੱਚ ਜਾ ਸਕਦੇ ਹੋ। ਫਿਰ ਤੁਹਾਡਾ ਨੰਗਾਪਣ ਉਹ ਢਕਿਆ ਰਹਿ ਸਕਦਾ। ਨਹੀਂ ਤਾਂ ਨੰਗਾਪਣ ਕੀ ਹੈ? ਉਹ ਤਾਂ ਪਾਪ ਹੈ। ਅਰੇ ਪਾਪ ਪਰਮੇਸ਼ਵਰ ਕਦੇ ਵੀ ਪਸੰਦ ਨਹੀਂ ਕਰਦੇ। ਆਓ ਆਪਣੀ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਣੇ ਹਾਂ। और कोई भी जन अपनी अख नहीं खोलेगा, सिर्फ और सिर्फ अपने आप को सवाल करने का कि मेरा नंगापन है जो वो टकिया होया या नहीं टकिया होया। अगर मेरा नंगापन परमेश्वर के सामने है तो नंगेपन नूं परमेश्वर वो पाप कहते नहीं। अगर मैं पाप दे विच उस परमेश्वर के सामने चला गया, और पाप नूं परमेश्वर कदे भी पसंद नहीं करते, क्योंकि जब प्रभु यीशु मसीह के उपर सारे जगत का पाप रखा गया तो परमेश्वर ने उसकी तरफ अपनी पिठ कर ली। प्रभु यीशु मसीह ने क्रूस उपर उच्ची आवाज में कहा कि हे पिता तै मैनू क्यों छड्ड दिता, हे परमेश्वर तै मैनू क्यों छड्ड दिता। परमेश्वर ने अपने पुत्र प्रभु यीशु मसीह नूं छड्डिया। उसका कारण की सी कि प्रभु यीशु मसीह के उपर सारे जगत का पाप रखा गया। इसका मतलब कि जो परमेश्वर है वो पाप नूं पसंद नहीं करते, पाप नूं पसंद नहीं करते। इसे करके उसने अपने बेटे नूं छड्डता, इसे करके उसने प्रभु यीशु मसीह नूं छड्डता। अगर वो परमेश्वर इन्ना पवित्र है, अगर वो परमेश्वर इन्ने पवित्र ने कि अपने बेटे नूं छड्ड सकदे ने, प्रभु यीशु मसीह नूं छड्ड सकदे ने, फिर तुसीं ते मैं चीज़ ही की हाँ, वो परमेश्वर सानूं भी छड्ड सकदे ने। लेकिन परमेश्वर सानूं समां दे रहे हैं कि असीं पाप ना करिए, असीं परमेश्वर के सामने नंगे ना रहिए, लेकिन साडा नंगापन है जो वो ढकिया जाए। कि तुहाडा नंगापन ढकिया गया? कि लगदा तुहानूं कि अज तुसीं नंगे नहीं हो? फैसला तुहाडा गा, जिंदगी तुहाडी है।